ਤੁਸੀਂ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ 10 ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ। 20 ਸਾਲ ਹੋ ਗਏ ਨੇ ਸਾਨੂੰ ਇਸ ਚੈਨਲ ਦੇ ਉੱਤੇ, ਇਸ ਮੌਕੇ ਦੇ ਉੱਤੇ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਸੋ ਬੀਤੇ ਸ਼ੁੱਕਰਵਾਰ ਜਿੱਥੇ ਆਪਣੀ ਗੱਲ ਖਤਮ ਹੋਈ ਸੀ, ਅੱਜ ਪ੍ਰੋਗਰਾਮ ਨੂੰ ਉੱਥੋਂ ਹੀ ਸ਼ੁਰੂ ਕਰਦੇ ਹਾਂ। ਸ਼ੁੱਕਰਵਾਰ ਸਾਡੇ ਕੁਝ ਕਾਲਰਸ ਨੇ ਇਸ ਗੱਲ ਦੇ ਉੱਤੇ ਜ਼ੋਰ ਦੇ ਕੇ ਕਿਹਾ ਸੀਗਾ ਕਿ ਇਸ ਬਿੱਲ ਦੇ ਵਿੱਚ ਗਲਤ ਕੀ ਹੈ, ਤੁਸੀਂ ਸਾਨੂੰ ਦੱਸੋ। ਇਨਡਾਇਰੈਕਟਲੀ ਉਹਨਾਂ ਦੇ ਕਹਿਣ ਦਾ ਭਾਵ ਸੀ ਕਿ ਇਹ ਬਿੱਲ ਕਿਸਾਨਾਂ ਦੇ ਲਈ ਬਹੁਤ ਸਹੀ ਹੈ। ਇੱਕ ਕਾਲਰਸ ਨੇ ਇਸ ਦੇ ਉੱਤੇ ਗੱਲ ਕੀਤੀ ਸੀ ਅਤੇ ਉਸ ਤੋਂ ਬਾਅਦ ਪ੍ਰੋਗਰਾਮ ਬਾਅਦ 'ਚ ਵੀ ਮੇਰੇ ਨਾਲ ਕਾਫੀ ਸਵਾਲ ਇਸ ਦੇ ਬਾਰੇ 'ਚ ਹੁੰਦੇ ਰਹੇ। ਇਸ ਤੋਂ ਪਹਿਲਾਂ ਅਸੀਂ ਡਾਕਟਰ ਬਲਵਿੰਦਰ ਸਿੰਘ ਟਿਵਾਣਾ ਹੋਣਾ ਨੂੰ ਤੁਹਾਡੇ ਨਾਲ ਮੁਖਾਤਬ ਕਰ ਚੁੱਕੇ ਹਾਂ। ਉਹਨਾਂ ਨੇ ਇਸ ਬਿੱਲ ਦੇ ਬਾਰੇ 'ਚ ਆਪਣੇ ਵਿਚਾਰ ਦੱਸੇ ਸਨ, ਜਿਸ ਦੇ ਵਿੱਚ ਇਹਨਾਂ ਤਿੰਨੇ ਬਿੱਲਾਂ ਨੂੰ ਕਿਸਾਨਾਂ ਦੇ ਲਈ ਘਾਤਕ ਦੱਸਿਆ ਸੀ। ਸੋ ਅੱਜ ਫਿਰ ਮੈਂ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਨ ਜਾ ਰਿਹਾ ਹਾਂ। ਹੁਣ ਜਿਹੜੇ ਰਾਸ਼ਟਰਪਤੀ ਸਾਹਿਬ ਨੇ ਵੀ ਇਸ ਦੇ ਉੱਤੇ ਮੋਹਰ ਲਗਾ ਦਿੱਤੀ ਗਈ ਹੈ, ਭਾਵੇਂ ਇਸ ਸਮੇਂ ਪੂਰਾ ਵਿਰੋਧ ਹੋ ਰਿਹਾ ਔਰ ਇਸ ਨੂੰ ਬਿੱਲ ਨੂੰ ਕਾਨੂੰਨ ਬਣਾ ਦਿੱਤਾ ਗਿਆ। ਅਤੇ ਦੂਸਰੇ ਪਾਸੇ ਮਨ ਕੀ ਬਾਤ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਇਸ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਸ਼ਹੀਦ ਭਗਤ ਸਿੰਘ ਵਾਲਾ ਆਪਣੇ ਮਨਾਂ ਦੇ ਵਿੱਚ ਜਜ਼ਬਾ ਰੱਖੋ ਅਤੇ ਉਸੇ ਤਰ੍ਹਾਂ ਹੀ ਅੱਗੇ ਵਧੋ। ਮੈਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗਾ ਇੱਕ ਵਾਰ ਫਿਰ, ਕਿਉਂਕਿ ਇਹਨਾਂ ਵੱਲੋਂ ਇਹ ਤਿੰਨੇ ਬਿੱਲ ਆ ਜਿਹੜੇ ਪੜ੍ਹੇ ਵੀ ਗਏ ਨੇ, ਪੰਜਾਬੀ ਦੇ ਵਿੱਚ ਇਹਨਾਂ ਦਾ ਤਰਜਮਾ ਵੀ ਕੀਤਾ ਗਿਆ ਔਰ ਕਿਸਾਨ ਯੂਨੀਅਨਸ ਅਤੇ ਹੋਰਾਂ ਲੋਕਾਂ ਨੂੰ ਵੀ ਇਹ ਪੰਜਾਬੀ ਦਾ ਤਰਜਮਾ ਇਹਨਾਂ ਦਾ ਕੀਤਾ ਹੋਇਆ ਕਾਫੀ ਲੋਕਾਂ ਤੱਕ ਪਹੁੰਚਿਆ ਵੀ ਹੈ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਕਾਨੂੰਨ ਬਣ ਚੁੱਕਿਆ, ਰਾਸ਼ਟਰਪਤੀ ਸਾਹਿਬ ਨੇ ਇਸ ਦੇ ਉੱਤੇ ਮੋਹਰ ਲਗਾ ਦਿੱਤੀ ਗਈ ਹੈ ਅਤੇ ਥੋੜ੍ਹੀ ਜਿਹੀ ਇੱਕ ਵਾਰ ਅੱਜ ਫਿਰ ਤੁਹਾਤੋਂ ਮੈਂ ਇਹ ਗੱਲ ਜਾਣਨੀ ਚਾਹਾਂਗਾ ਕਿ ਮੋਟੇ ਤੌਰ ਦੇ ਉੱਤੇ ਇਸ ਬਿੱਲ ਦੀ ਕੀ ਚਿੰਤਾ ਹੈ, ਕਿਸਾਨਾਂ ਨੂੰ ਕਿਸ ਤਰ੍ਹਾਂ ਕਿਸਾਨਾਂ ਦੇ ਲਈ ਇਹ ਘਾਤਕ ਹੈ। ਇੱਕ ਵਾਰੀ ਫਿਰ ਮੈਂ ਕਲੀਅਰਲੀ ਇਹ ਬਿੱਲਾਂ ਦੇ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ। ਦੇਖੋ, ਮੈਂ ਉਸ ਦਿਨ ਵੀ ਕਿਹਾ ਸੀਗਾ, ਇਹ ਤਿੰਨੇ ਹੀ ਬਿੱਲ ਇੱਕੋ ਹੀ ਬਾਸਕਟ 'ਚ ਨੇ, ਇੱਕੋ ਹੀ ਟੋਕਰੀ 'ਚ ਨੇ। ਤੇ ਜੇ ਤੁਸੀਂ ਇਹਨਾਂ 'ਚੋਂ ਇੱਕ ਬਿੱਲ ਵੀ ਬਾਹਰ ਕੱਢ ਲਓ ਤਾਂ ਇਹ ਜਿਹੜਾ ਕਾਰਪੋਰੇਟ ਹੈ ਉਹਦਾ ਪਰਪਜ਼ ਹੱਲ ਨਹੀਂ ਕਰਦਾ। ਚਾਹੇ ਤੁਸੀਂ ਜ਼ਰੂਰੀ ਵਸਤਾਂ ਆਰਡੀਨੈਂਸ ਜਿਹੜਾ ਉਹਦੇ 'ਚ ਅਮੈਂਡਮੈਂਟ ਕੀਤੀ ਹੈ ਐਕਟ ਦੇ ਵਿੱਚ 1955 ਵਾਲੇ 'ਚ, ਉਹਨੂੰ ਕੱਢ ਲਓ। ਚਾਹੇ ਕੀਮਤ ਗਰੰਟੀ ਖੇਤੀ ਸੇਵਾਵਾਂ ਬਾਰੇ ਜਿਹੜਾ ਕਿਸਾਨੀ ਠੇਕਾ ਆਰਡੀਨੈਂਸ ਹੈ ਉਹਨੂੰ ਕੱਢ ਲਓ। ਇਹਨਾਂ 'ਚ ਇੱਕ ਵੀ ਮਿਸ ਹੋ ਜਾਂਦਾ ਫਿਰ ਉਹ ਕਾਰਪੋਰੇਟ ਦਾ ਪੂਰਾ ਜਿਹੜਾ ਨਾ ਪਰਪਜ਼ ਨਹੀਂ ਹੱਲ ਹੁੰਦਾ ਇਹਦੇ ਨਾਲ। ਇਸ ਲਈ ਤਿੰਨੋਂ ਹੀ ਬਿੱਲ ਇੱਕੋ ਤਰੀਕ ਨੂੰ ਪਾਸ ਕੀਤੇ ਗਏ ਤੇ ਤਿੰਨੋਂ ਹੀ ਬਿੱਲ ਜਿਹੜੇ ਆ ਵਿਦਿਨ 2 days ਮਤਲਬ ਪਾਸ ਕੀਤੇ ਗਏ ਪਾਰਲੀਮੈਂਟ 'ਚ, ਲੋਕ ਸਭਾ 'ਚ ਵੀ ਤੇ ਰਾਜ ਸਭਾ 'ਚ ਵੀ। ਤੇ ਇਹ ਬਿੱਲ ਜਿਹੜਾ ਦੇਖੋ, ਪਹਿਲਾਂ ਤਾਂ ਕਿਸੇ ਕਿਸਾਨ ਜਥੇਬੰਦੀ ਨੇ ਇਹਦੀ ਕੋਈ ਮੰਗ ਨਹੀਂ ਕੀਤੀ। ਕੋਈ ਕਿਸਾਨ ਜਥੇਬੰਦੀ ਜਿਹੜੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਨੇ 200-250 ਦੇ ਕਰੀਬ ਆਲ ਇੰਡੀਆ ਲੈਵਲ ਤੇ, ਉਹ ਮੰਗ ਇਹ ਕਰ ਰਹੀਆਂ ਨੇ ਕਿ ਸਾਡਾ ਕਰਜ਼ਾ ਮਾਫ਼ ਕਰੋ ਤੇ ਸਾਨੂੰ MSP ਦਿਓ C2 ਕਾਸਟ ਤੇ 50%। ਇਹ ਦੋ ਮੰਗਾਂ ਸੈਂਟਰ 'ਚ ਰਹੀਆਂ, ਐਜੀਟੇਸ਼ਨ ਬੜੀਆਂ ਹੋਈਆਂ। ਤੇ ਅੱਜ ਵੀ ਜਿਹੜੇ ਕਿਸਾਨ ਨੇ ਉਹ MSP ਦੀ ਗੱਲ ਕਰਦੇ ਆ ਕਿ ਸਾਨੂੰ MSP ਦਿਓ। ਉਹ ਰਿਮੂਨਰੇਟਿਵ ਪ੍ਰਾਈਸਿਸ ਵੀ ਕਹਿੰਦੇ ਆ ਵੀ ਲਾਹੇਵੰਦ ਭਾਅ ਜਿਹੜੇ ਆ ਉਹ ਦਿਓ। ਉਹਦੇ ਵਿੱਚ ਜਿਹੜੀ ਇੱਕ ਡੈਫੀਨੇਸ਼ਨ ਸਵਾਮੀਨਾਥਨ ਕਮਿਸ਼ਨ ਤੋਂ ਬਾਅਦ ਆਈ ਕਿ C2 ਕਾਸਟ ਦੇ ਉੱਤੇ ਤੁਸੀਂ ਉਹਨਾਂ ਨੂੰ 150% ਉਹਦੀ MSP ਦਿਓ ਜੀ। ਹੁਣ ਉਹ ਤਾਂ ਗੱਲ ਸੁਣੀ ਨਹੀਂ ਸਰਕਾਰ ਨੇ। ਉਹਦੇ ਲਈ ਪਿਛਲੇ 2-3 ਸਾਲਾਂ ਤੋਂ ਕਿਸਾਨ ਰੌਲਾ ਪਾਉਂਦੇ ਆ ਰਹੇ ਆ। ਵੱਡੀਆਂ ਵੱਡੀਆਂ ਰੈਲੀਆਂ ਵੀ ਹੋਈਆਂ ਦਿੱਲੀ ਦੇ ਵਿੱਚ, ਉਹਦੇ ਬਾਰੇ 'ਚ ਨਹੀਂ ਕੋਈ ਵੀ ਗੱਲ ਕੀਤੀ ਜੀ। ਇਹ ਆਰਡੀਨੈਂਸ ਕਿੱਥੋਂ ਆਏ, ਕਿਹਨੇ ਮੰਗ ਕੀਤੀ? ਇਹਦਾ ਸਿੱਧਾ ਕਿ ਤੁਹਾਨੂੰ ਕਾਰਪੋਰੇਟ ਕਹਿ ਰਹੇ ਆ ਕਿ ਇਸ ਤਰ੍ਹਾਂ ਦਾ ਕਾਨੂੰਨ ਲਿਆਓ। ਤੇ ਜੇ ਇਸ ਤਰ੍ਹਾਂ ਦਾ ਕਾਨੂੰਨ ਲਿਆਓ, ਇਹਦਾ ਮਤਲਬ ਕਾਰਪੋਰੇਟ ਖੁੱਲੀ ਮੰਡੀ ਮਾਡਲ ਖੇਤੀਬਾੜੀ ਦੇ ਵਿੱਚ ਲਾਗੂ ਕਰੋ, ਐਡਮਿਨਿਸਟ੍ਰੇਟਿਵ ਪ੍ਰਾਈਸਿਸ ਵੀ ਖਤਮ ਕਰੋ ਤੇ ਸਰਕਾਰ ਵੱਲੋਂ ਅਸ਼ੋਰਡ ਜਿਹੜੀ ਖਰੀਦ ਦੀ ਗਰੰਟੀ ਉਹ ਵੀ ਖਤਮ ਕਰ ਦਿਓ। ਤੇ ਜੇ ਖਤਮ ਹੋ ਜਾਂਦਾ ਖੁੱਲੀ ਮੰਡੀ ਦਾ ਮਾਡਲ ਜਿਹੜਾ ਨਾ, ਉਹ ਕੋਈ ਲੋਕਾਂ ਦੇ ਹਿੱਤ 'ਚ ਨਹੀਂ ਹੁੰਦਾ, ਉਹ ਕਾਰਪੋਰੇਟ ਦੇ ਹਿੱਤ 'ਚ ਹੁੰਦਾ ਖੁੱਲੀ ਮੰਡੀ ਦਾ ਮਾਡਲ। ਕੰਪੀਟੀਸ਼ਨ ਅਨਇਕੁਅਲ ਦੇ ਨਾਲ ਨਹੀਂ ਹੋ ਸਕਦਾ, ਇਕੁਅਲ ਦੇ ਨਾਲ ਹੀ ਹੋ ਸਕਦਾ ਹੁੰਦਾ। ਉਹਦੇ 'ਚ ਵੀ ਫਿਰ ਹੌਲੀ ਹੌਲੀ ਮੋਨੋਪੋਲੀ ਹੀ ਡਿਵੈਲਪ ਕਰਦੀ ਹੈ। ਇਹ ਹਿਸਟਰੀ ਹੈ ਇਕਨੋਮਿਕ ਡਿਵੈਲਪਮੈਂਟ ਦੀ ਜੀ। ਇਸ ਕਰਕੇ ਇਹ ਤਿੰਨੇ ਜਿਹੜੇ ਆਰਡੀਨੈਂਸ ਹੈ ਕਿ ਪਹਿਲਾਂ ਜੇ ਤੁਸੀਂ ਵੱਡੇ ਪੱਧਰ ਤੇ ਸਟੋਰ ਨਹੀਂ ਕਰ ਸਕਦੇ ਖੇਤੀਬਾੜੀ ਜਿਣਸਾਂ ਦਾ, ਫਿਰ ਤੁਹਾਨੂੰ ਜਿਣਸਾਂ 'ਚ ਖੇਤੀ ਕਰਾਉਣ ਦਾ ਕੋਈ ਫਾਇਦਾ ਨਹੀਂ, ਉਹਨੂੰ ਖਰੀਦਣ ਦਾ ਕੋਈ ਫਾਇਦਾ ਨਹੀਂ।
ਸੋ ਇਸ ਲਈ ਪਹਿਲਾ ਆਰਡੀਨੈਂਸ ਉਹਦੇ 'ਚ ਅਮੈਂਡਮੈਂਟ ਹੋਈ ਐਕਟ ਦੇ ਵਿੱਚ ਜਿਹੜਾ 1955 ਵਾਲਾ ਕਿ ਵੀ ਹੁਣ ਤੁਸੀਂ ਲੱਖਾਂ ਟਨ ਤੁਸੀਂ ਆਪਣੀ ਮਰਜ਼ੀ ਨਾਲ ਸਟੋਰ ਕਰੋ। ਹੁਣ ਭਾਰਤ ਦੇ ਵਿੱਚ ਪਿਛਲੇ ਕੁਛ ਦਿਨਾਂ ਤੋਂ ਪਿਆਜ਼ ਦੀ ਕੀਮਤ ਵਧਣੀ ਸ਼ੁਰੂ ਹੋ ਗਈ। ਉਹ 60 ਰੁਪਏ ਕਿਲੋ ਤੇ ਪਹੁੰਚ ਗਿਆ ਹੈ ਬਾਜ਼ਾਰ ਦੇ ਵਿੱਚ। ਆਮ ਬੰਦੇ ਲਈ ਬਹੁਤ ਬਹੁਤ ਜਿਹੜਾ ਨਾ ਮੁਸ਼ਕਿਲ ਦੀ ਘੜੀ ਹੈ। ਉਹ 100, 120, 130, 140 ਰੁਪਏ ਕਿਲੋ ਵੀ ਰਹੀ ਪਿਛਲੀ ਵਾਰੀ। ਤੋ ਜਿਨ੍ਹਾਂ ਨੇ ਪਿਆਜ਼ ਸਟੋਰ ਕਰਿਆ ਸੀ ਉਹ ਸਟੋਰ ਦੇ ਉੱਤੇ ਪਿਛਲੇ ਸਾਲ ਛਾਪੇ ਪਏ। ਉਹਨਾਂ ਨੇ ਇੱਕ ਕਾਨੂੰਨ ਤੁਹਾਨੂੰ ਦਿੰਦਾ ਸੀਗਾ ਕਿ ਠੀਕ ਹੈ ਤੁਸੀਂ ਜ਼ਖੀਰੇਬਾਜ਼ੀ ਨਹੀਂ ਕਰੋ, ਇਹਨੂੰ ਰਿਲੀਜ਼ ਕਰੋ ਮਾਰਕੀਟ 'ਚ ਤੇ ਮਾਰਕੀਟ ਦੇ ਵਿੱਚ ਰਿਲੀਜ਼ ਕਰਕੇ ਇਹਨੂੰ ਵੇਚੋ। ਪਰ ਹੁਣ ਕੱਲ ਹੀ ਪਾਸ ਹੋ ਗਿਆ, ਪ੍ਰੈਜ਼ੀਡੈਂਟ ਨੇ ਸਾਈਨ ਕਰਤੇ। ਹੁਣ ਤੁਸੀਂ ਉਹਨਾਂ ਦੇ ਛਾਪੇ ਨਹੀਂ ਮਾਰ ਸਕਦੇ ਵੀ ਤੁਸੀਂ ਕਿੰਨਾ ਰੱਖਿਆ, ਕਿਉਂ ਰੱਖਿਆ। ਅੱਛਾ ਡਾਕਟਰ ਸਾਹਿਬ, ਮੇਰੇ ਨਾਲ ਇਸ ਸਮੇਂ ਕਾਲਰ ਨੇ ਮੇਰੇ ਖਿਆਲ ਬਲਰਾਜ ਦਿਓਲ ਜੀ ਨੇ। ਉਹਨਾਂ ਦੇ ਕੁਐਸਚਨ ਨੇ ਕੁਝ ਇਸ ਮੁੱਦੇ ਦੇ ਉੱਤੇ, ਉਹ ਆਪਾਂ ਔਨ ਏਅਰ ਕਰਦੇ ਹਾਂ ਨਾਲ ਦੀ ਨਾਲ ਤੁਹਾਡੇ। ਤੇ ਨਾਲ ਦੀ ਨਾਲ ਅਗਰ ਕਿਸੇ ਹੋਰ ਕਾਲਰ ਨੇ ਕੋਈ ਕਾਲ ਕਰਨੀ ਹੈ ਇਸ ਸਮੇਂ 416 620 1778 ਸਟੂਡੀਓ ਨੰਬਰ ਹੈ 4166201778 ਦੇ ਉੱਤੇ ਤੁਸੀਂ ਇਸ ਸਮੇਂ ਕਾਲ ਤੁਸੀਂ ਕਰਕੇ ਇਸ ਦੇ ਬਾਰੇ 'ਚ ਆਪਣੇ ਵਿਚਾਰ ਆ ਜਿਹੜੇ ਉਹ ਰੱਖ ਸਕਦੇ ਹੋ। ਸੋ ਥੋੜ੍ਹੇ ਜਿਹੇ ਕੁਐਸਚਨ ਨੇ ਜੋ ਬਲਰਾਜ ਦਿਓਲ ਜੀ ਜਿਹੜੇ ਕਿ ਡਾਕਟਰ ਸਾਹਿਬ ਤੁਹਾਨੂੰ ਦੱਸਦਾ ਹੈ ਕਿ ਇੱਥੇ ਖਬਰਨਾਮਾ ਅਖਬਾਰ ਬੜਾ ਲੰਮਾ ਸਮਾਂ ਤੋਂ ਚੱਲਦਾ ਆ ਰਿਹਾ ਹੈ ਔਰ ਉਹ ਉਸ ਦੇ ਸੰਚਾਲਕ ਨੇ। ਬਲਰਾਜ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਮਿਹਰਬਾਨੀ ਜਗਦੀਸ਼ ਜੀ। ਤੇ ਟਵਾਣਾ ਸਾਹਿਬ ਨੂੰ ਮੈਂ ਪੁੱਛਣਾ ਇਹ ਚਾਹਾਂਗਾ ਕਿ ਅਸੀਂ ਬੜੀ ਚਰਚਾ ਸੁਣ ਰਹੇ ਹਾਂ ਪਿਛਲੇ ਕਈ ਹਫ਼ਤਿਆਂ ਤੋਂ ਕਿ ਇਹ ਬਿੱਲ ਬੜੇ ਮਾੜੇ ਆ ਕਿਸਾਨ ਵਾਸਤੇ। ਤੇ ਮਾੜੇ ਕਿਸ ਤਰ੍ਹਾਂ ਆ, ਉਹਦੇ ਵਿੱਚ ਇਹ ਗੱਲਾਂ ਦਾ ਜ਼ਿਕਰ ਵੀ ਹੋ ਰਿਹਾ ਕਿ ਕਿਸਾਨ ਨੂੰ ਇਹ ਬਿੱਲ ਖਾ ਜਾਣਗੇ, ਕਿਸਾਨ ਦੀ ਪ੍ਰਾਪਰਟੀ ਤੇ ਕਾਰਪੋਰੇਸ਼ਨ ਜਿਹੜੀਆਂ ਉਹ ਕਬਜ਼ਾ ਕਰ ਲੈਣਗੀਆਂ ਹੌਲੀ ਸਹਿਜੇ, ਤੇ ਕਿਸਾਨ ਦੀ ਪ੍ਰਾਪਰਟੀ ਤੇ ਕਾਰਪੋਰੇਸ਼ਨਾਂ ਕਰਜ਼ਾ ਲੈ ਲੈਣਗੀਆਂ, ਕਿਸਾਨ ਨੂੰ ਪਤਾ ਵੀ ਨਹੀਂ ਲੱਗੇਗਾ। ਮੈਂ ਪੁੱਛਣਾ ਚਾਹੁੰਦਾ ਟਵਾਣਾ ਸਾਹਿਬ ਨੂੰ ਵੀ ਐਸੀਆਂ ਕਿਹੜੀਆਂ ਮੱਦਾਂ ਨੇ ਇਹਨਾਂ ਤਿੰਨਾਂ ਕਾਨੂੰਨਾਂ ਵਿੱਚ ਜਿਹਦੇ ਅਧੀਨ ਉਹ ਕਿਸਾਨ ਦੀ ਜਿਹੜੀ ਜ਼ਮੀਨ ਤੇ ਕਰਜ਼ਾ ਲੈ ਜਾਣਗੀਆਂ ਜਾਂ ਕਿਸਾਨ ਦੀ ਜ਼ਮੀਨ ਜਿਹੜੀ ਆ ਉੱਤੇ ਕਬਜ਼ਾ ਹੀ ਕਰ ਲੈਣਗੀਆਂ। ਕੁਛ ਐਸਾ ਹੈ ਇਹਨਾਂ ਕਾਨੂੰਨਾਂ 'ਚ? ਜੀ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਤੁਸੀਂ ਇਹਦਾ ਜਵਾਬ ਦਿਓ। ਮੈਂ ਆਪਣੀ ਤੁਹਾਨੂੰ ਵੀ ਜਾਣਕਾਰੀ 'ਚ ਦੱਸਣਾ ਚਾਹੁੰਦਾ ਹੈ ਕਿ ਬੀਤੇ ਦਿਨੀ ਜਤਿੰਦਰ ਪੰਨੂ ਹੋਣਾ ਨੇ ਇਸ ਦੇ ਉੱਤੇ ਆਪਣੀ ਇੱਕ ਗੱਲ ਕਹੀ ਸੀ ਜਦ ਮੈਂ ਉਹਨਾਂ ਨਾਲ ਪ੍ਰੋਗਰਾਮ ਤੋਂ ਬਾਅਦ ਸ਼ੁੱਕਰਵਾਰ ਨੂੰ ਗੱਲ ਕੀਤੀ। ਉਹ ਕਹਿੰਦੇ ਇੱਕ ਹਰਿਆਣੇ ਦੇ ਲੀਡਰ ਦੀ ਜਿਹੜੀ ਮੈਂ ਲੰਮੀ ਚੌੜੀ ਤਕਰੀਰ ਸੁਣ ਕੇ ਇਹ ਗੱਲ ਆਖ ਦਿੱਤੀ, ਪਰ ਇਹ ਗੱਲ ਜਿਹੜੀ ਸਹੀ ਨਹੀਂ। ਉਸ ਤੋਂ ਬਾਅਦ ਮੈਂ ਸਾਡੇ ਜਿਹੜੇ ਪ੍ਰੋਗਰਾਮ ਦੇ ਵਿੱਚ ਨੈਕਸਟ ਪ੍ਰੋਗਰਾਮ ਆਉਂਦਾ ਚੈਨਲ ਦੇ ਉੱਤੇ ਉਹਨਾਂ ਦੇ ਉੱਤੇ ਇਹ ਗੱਲ ਨੂੰ ਸਪਸ਼ਟ ਕਰ ਦਿੱਤਾ ਸੀਗਾ ਕਿ ਇਹ ਜਤਿੰਦਰ ਪੰਨੂ ਹੋਣੀ ਵੀ ਇਸ ਚੀਜ਼ ਦੇ ਉੱਤੇ ਮਾਫੀ ਮੰਗ ਗਏ ਨੇ ਕਿ ਇਨਫੋਰਮੇਸ਼ਨ ਗਲਤ ਸੀਗੀ। ਔਰ ਮੈਂ ਇੱਕ ਵਾਰੀ ਫੇਰ ਜੋ ਸ਼ੁੱਕਰਵਾਰ ਵਾਲੇ ਦਿਨ ਇਸ ਪ੍ਰੋਗਰਾਮ ਦੇ ਉੱਤੇ ਇਹ ਗੱਲ ਮੇਰੇ ਵੱਲੋਂ ਵੀ ਕਹੀ ਗਈ ਸੀ ਕਿ ਇਹ ਚੀਜ਼ ਹੈ ਅਤੇ ਮੈਂ ਉਸ ਨੂੰ ਵੀ ਕਹਿਣਾ ਕਿ ਉਹ ਜਾਣਕਾਰੀ ਜਿਹੜੀ ਗਲਤ ਸੀਗੀ। ਤੇ ਤੁਸੀਂ ਹੁਣ ਇਸ ਦਾ ਜਵਾਬ ਦੇ ਦਿਓ। ਦੇਖੋ, ਇਹ ਇੱਕ ਲੰਮਾ ਪ੍ਰੋਸੈਸ ਹੈ, ਇਮੀਡੀਏਟਲੀ ਕੁਛ ਨਹੀਂ ਹੋਣ ਵਾਲਾ। ਇਹਦੇ 'ਚ ਗੱਲ ਇੰਨੀ ਹੈ ਕਿ ਇਹ ਜਿਹੜੇ ਬਿੱਲ ਤਿੰਨੇ ਹੀ ਹੁਣ ਐਕਟ ਬਣ ਗਏ ਆ, ਇਹ ਜਿਹੜਾ ਕਾਰਪੋਰੇਟ ਸੈਕਟਰ ਆ ਨਾ ਉਹਨਾਂ ਨੂੰ ਇੱਕ ਇਹ ਐਂਟਰੀ ਦਿੰਦੇ ਆ ਖੇਤੀਬਾੜੀ ਦੇ ਵਿੱਚ, ਸਿੱਧੀ ਸਪਾਂਸਰ ਕਰਕੇ ਖੇਤੀ ਕਰਾਉਣ ਦੀ, ਜਾਂ ਉਹਨਾਂ ਨਾਲ ਐਗਰੀਮੈਂਟ 30 ਸਾਲ ਦਾ, 35 ਸਾਲ ਦਾ, 5 ਸਾਲ ਦਾ, 10 ਸਾਲ ਦਾ ਐਗਰੀਮੈਂਟ ਕਰਕੇ ਖੇਤੀ ਕਰਾਉਣ ਦੀ। ਸੋ ਉਹ ਇੱਕ ਰਸਤਾ ਪਹਿਲਾਂ ਕੰਟਰੈਕਟ ਫਾਰਮਿੰਗ ਦੇ ਵਿੱਚ ਹੈਗਾ ਸੀਗਾ, ਲੇਕਿਨ ਉਹ 'ਚ ਮੰਡੀ ਜਿਹੜੀ ਆ MSP ਤੇ ਖਰੀਦਦਾਰ ਉਹ ਨਹੀਂ ਸੀਗੀ। ਜੇ ਝਗੜੇ ਪਹਿਲਾਂ ਵੀ ਹੋਏ, ਪੈਪਸੀ ਦੇ ਨਾਲ ਵੀ ਹੋਏ ਪੰਜਾਬ ਦੇ ਕਿਸਾਨਾਂ ਦੇ, ਤੇ ਉਹ ਮਾਡਲ ਜਿਹੜਾ ਸੀਗਾ ਬਹੁਤ ਜ਼ਿਆਦਾ ਕਾਮਯਾਬ ਨਹੀਂ ਹੋਇਆ। ਉਸ ਤੋਂ ਬਾਅਦ ਜਿਹੜਾ ਹੁਣ ਇਹ ਆਇਆ ਨਾ, ਹੁਣ ਇਹ ਆਇਆ ਕਿ ਠੀਕ ਹੈ ਸਮਝੌਤੇ ਕਰਦਾ ਤੇ ਇਮੀਡੀਏਟਲੀ ਉਹਨਾਂ ਨੇ ਕਹਿਤਾ ਕਿ ਤੁਸੀਂ ਜ਼ਮੀਨ ਖਰੀਦ ਨਹੀਂ ਸਕਦੇ। ਕੰਪਨੀ ਹੈ, ਉਹਦੇ ਵਿੱਚ ਇੰਡੀਵਿਜੂਅਲ ਆ, ਕਾਰਪੋਰੇਟ ਹੈ, ਉਹਦੇ 'ਚ ਕੰਪਨੀ ਹੈ, ਕੰਪਨੀ ਐਕਟ ਦੇ ਅੰਡਰ ਕੰਪਨੀ ਐਂਟਰ ਕਰ ਸਕਦੀ ਹੈ ਖੇਤੀਬਾੜੀ ਦੇ ਖੇਤਰ ਵਿੱਚ। ਤੇ ਜਦੋਂ ਕੰਪਨੀ ਜਿਹੜੀ ਹੈ ਕਿਸੇ ਤੋਂ ਐਗਰੀਮੈਂਟ ਕਰਾਊਗੀ, ਹੁਣ ਚਾਹੇ ਉਹ 5 ਸਾਲ ਦਾ ਕਰਾਵੇ, ਮੁੜ ਕੇ ਉਹ 10 ਸਾਲ ਦਾ ਕਰਾਊ, 15 ਦਾ ਵੀ ਕਰਾਊ, 20 ਦਾ ਵੀ ਕਰਾਊ, ਫਿਰ ਉਹਦੇ ਕਬਜ਼ੇ 'ਚ ਉਹ ਜ਼ਮੀਨ ਹੋਊ, ਉਹਨੇ ਆਪਣੀ ਮਰਜ਼ੀ ਦੀ ਫਸਲ ਉੱਥੋਂ ਪੈਦਾ ਕਰਾਉਣੀ ਹੈ ਤੇ ਉਹਨਾਂ ਨੇ ਆਪਣੀ ਮਰਜ਼ੀ ਦੀ ਟੈਕਨੋਲੋਜੀ ਦੇਣੀ ਹੈ, ਆਪਣੀ ਮਰਜ਼ੀ ਦੇ ਬੀਜ ਦੇਣੇ ਆ ਉੱਥੇ। ਸੋ ਇਸ ਲਈ ਇੱਕ ਰਸਤਾ। ਤੇ ਇਹਦੇ 'ਚ ਇਹ ਹੈ ਕਿ ਹੁਣ ਸੀਲਿੰਗ ਐਕਟ ਹਾਲੇ ਉਹ ਭਾਵੇਂ ਲੈਂਡ ਰਿਫਾਰਮਸ ਇੰਡੀਆ 'ਚ ਨਹੀਂ ਹੋਏ, ਪਰ ਸੀਲਿੰਗ ਐਕਟ ਹਾਲੇ ਖੜਾ। ਸੀਲਿੰਗ ਐਕਟ ਰਿਪੀਲ ਨਹੀਂ ਹੋਇਆ ਕਿ 17 ਜਿਵੇਂ
ਪੰਜਾਬ ਦੇ ਵਿੱਚ 17.5 ਏਕੜ ਤੋਂ ਲੀਗਲੀ ਤੁਸੀਂ ਕੋਈ ਫਸਲ ਪੈਦਾ ਕਰਨ ਲਈ ਨਹੀਂ ਰੱਖ ਸਕਦੇ। ਚੋਰ ਮੋਰੀਆਂ ਬਹੁਤ ਨੇ, ਬਥੇਰਿਆਂ ਨੇ ਚੋਰ ਮੋਰੀਆਂ ਦੇ ਰਾਹੀਂ ਵੱਧ ਜ਼ਮੀਨ ਰੱਖੀ ਵੀ ਹੈ, ਇਹ ਤਾਂ ਮੈਂ ਨਹੀਂ ਮੁਨਕਰ ਹੈਗਾ। ਲੇਕਿਨ ਕੱਲ ਨੂੰ ਇਹ ਹੋ ਸਕਦਾ ਵੀ ਇਹਨੂੰ ਛੱਡ ਦਿਓ ਜੀ, ਕਿਉਂਕਿ ਲਾਰਜ ਸਕੇਲ ਫਾਰਮਿੰਗ ਚਾਹੀਦੀ ਹੈ ਤੇ ਇਸ ਲਈ ਇਹ ਐਕਟ ਨੂੰ ਨਾ ਤੁਸੀਂ ਰਿਪੀਲ ਕਰ ਦਿਓ ਜਾਂ ਅਮੈਂਡਮੈਂਟ ਕਰ ਦਿਓ ਤੇ ਉਹਦੇ ਤੋਂ ਅੱਗੇ ਜਾ ਕੇ ਇਹ ਵੀ ਹੋਊਗਾ ਵੀ ਕੰਪਨੀਆਂ ਨੂੰ ਇਜਾਜ਼ਤ ਦੇ ਦਿਓ ਕਿ ਉਹ ਜ਼ਮੀਨ ਖਰੀਦ ਲੈਣ। ਠੀਕ ਹੈ ਨਾ। ਜਦੋਂ ਇੱਕ ਵਾਰੀ ਅਗਲੇ ਚਲੇ ਗਏ, ਉਹਨਾਂ ਨੇ ਆਪਣਾ ਸਥਾਪਿਤ ਕਰ ਲਈ ਖੇਤੀਬਾੜੀ ਦੇ ਵਿੱਚ, ਜਿਹੜਾ ਇਹ ਰਸਤਾ ਖੋਲਿਆ ਪਹਾ ਪਊਗਾ, ਜਿਹੜਾ ਨਾ ਸਹੇ ਦੀ ਬਜਾਏ ਪਹਾ ਪਊਗਾ, ਉਹਦੇ ਚ ਫਿਰ ਜਿਹੜੇ ਛੋਟੇ ਕਿਸਾਨ ਆ ਨਾ, ਉਹਦੇ ਚ ਪਹਿਲਾਂ ਸ਼ੁਰੂ ਚ ਇਹ ਵੀ ਹੋ ਸਕਦਾ ਕਿ ਤੁਸੀਂ ਉਹਨੂੰ ਪੈਦਾਵਾਰ ਦਾ ਐਗਰੀਮੈਂਟ ਕੀਤਾ ਤੇ ਤੁਸੀਂ ਉਹਨੂੰ 1800 ਦੀ ਬਜਾਏ 2200 ਰੁਪਇਆ ਵੀ ਦੇ ਦਿਓ, ਫਿਰ ਉਹਨੂੰ 2300 ਰੁਪਇਆ ਵੀ ਦੇ ਦਿਓ ਤੇ ਜਦੋਂ ਅਗਲਾ ਤੁਹਾਡੇ ਕਬਜ਼ੇ ਚ ਆ ਗਿਆ, ਕੜਕੀ ਚ ਆ ਗਿਆ, ਫਿਰ ਉਹਨੂੰ ਤੁਸੀਂ ਬਰਬਾਦ ਕਰੋ ਤੇ ਉਹਦੀ ਫਿਰ ਜ਼ਮੀਨ ਤੇ ਕਬਜ਼ਾ ਕਰੋ। ਜੀ ਬਲਰਾਜ ਜੀ, ਦੇਖੋ ਡਾਕਟਰ ਸਾਹਿਬ, ਇਹ ਤੁਹਾਡੇ ਖਦਸ਼ੇ ਆ ਜਾਂ ਤੁਹਾਨੂੰ ਕੋਈ ਐਸੀਆਂ ਮੱਦਾਂ ਲੱਗਦੀਆਂ ਇਹਨਾਂ ਤਿੰਨਾਂ ਕਾਨੂੰਨਾਂ ਦੇ ਵਿੱਚ ਜਿਹੜੀਆਂ ਇੱਧਰ ਨੂੰ ਲੀਡ ਕਰਨਗੀਆਂ? ਤੁਸੀਂ ਕੋਈ ਖਾਸ ਮੱਦਾਂ ਮੈਂਸ਼ਨ ਕਰਨੇ ਚਾਹੋਗੇ ਵੀ ਇਸ ਮੱਦ ਥੱਲੇ ਇੱਧਰ ਨੂੰ ਗੱਲ ਜਾ ਸਕਦੀ, ਜਾਂ ਤੁਹਾਡੇ ਰੋਲ ਸਿਰਫ ਖਦਸ਼ੇ ਆ? ਤੁਹਾਡੇ ਮਨ ਵਿੱਚ ਖਦਸ਼ੇ ਵੀ ਹੋ ਸਕਦੇ ਆ, ਪਰ ਕੀ ਇਹ ਖਦਸ਼ਿਆਂ ਤੱਕ ਹੀ ਸੀਮਤ ਆ? ਨਹੀਂ, ਖਦਸ਼ਿਆਂ 'ਚ ਨਹੀਂ ਹੈ। ਜਿਹੜੀ ਇਹਦੇ ਵਿੱਚ ਪ੍ਰੋਵੀਜ਼ਨ ਨੇ ਉਹ ਇਸ ਤਰ੍ਹਾਂ ਦੀਆਂ ਪ੍ਰੋਵੀਜ਼ਨ ਨੇ। ਦੇਖੋ, ਜਿਹੜੀ ਐਂਟਰੀ ਹੈ ਨਾ ਐਗਰੀਮੈਂਟ ਦੇ ਵਿੱਚ, ਉਹ ਕੰਪਨੀ ਦਾ ਜ਼ਿਕਰ ਆ ਉੱਥੇ। ਕੰਪਨੀ ਜਿਹੜੀ ਹੈ ਕੰਪਨੀ ਐਕਟ ਦੇ ਅੰਡਰ ਜਿਹੜਾ ਕਵਰ ਹੁੰਦੀ ਹੈ ਤੇ ਉਹਦੇ 'ਚ ਕੰਪਨੀ ਜਿਹੜੀ ਹੈ ਨਾ, ਉਹ ਤੁਹਾਨੂੰ ਜਿਵੇਂ ਉਹਨਾਂ ਨੇ ਲਿਖਿਆ ਸਪਾਂਸਰ ਕਰਨਗੇ, ਤੁਹਾਨੂੰ ਸੇਵਾਵਾਂ ਦੇਣਗੇ, ਉਹ ਤੁਹਾਨੂੰ ਪੈਸੇ ਵੀ ਦੇ ਸਕਦੇ ਆ, ਤੁਹਾਨੂੰ ਟੈਕਨੋਲੋਜੀ ਵੀ ਦੇ ਸਕਦੇ ਆ, ਉਹਦੇ ਵਿੱਚ ਲਿਖਿਆ ਵਾ। ਜੇ ਤੁਸੀਂ ਟੋਟਲੀ ਕਿਸੇ ਤੇ ਨਿਰਭਰ ਹੋ ਜਾਓ ਕਿ ਤੁਹਾਨੂੰ ਉਹ ਪੈਸੇ ਵੀ ਦੇਵੇ, ਤੁਹਾਨੂੰ ਟੈਕਨੋਲੋਜੀ ਵੀ ਦੇਵੇ, ਫਿਰ ਤੁਸੀਂ ਉਹਦੀ ਗੱਲ ਮੰਨ ਕੇ ਜੋ ਕੁਝ ਵੀ ਉਹ ਬਜਾਉਣਾ ਚਾਹੁੰਦਾ ਉਹ ਬੀਜੋ। ਇਹਦਾ ਮਤਲਬ ਹੈ ਕਿ ਤੁਸੀਂ ਉਹਨੂੰ ਪੂਰਾ ਫਾਰਮਰ ਨੂੰ ਕਬਜ਼ੇ 'ਚ ਲਿਆਉਂਦੇ ਹੋ ਤੇ ਕੰਪਨੀ ਦੇ ਵਿੱਚ ਸਾਰੇ ਪੈਸੇ ਕਿਸੇ ਕੰਪਨੀ ਦੇ ਨਹੀਂ ਹੁੰਦੇ। ਇਹ ਸਮਝਣ ਦੀ ਲੋੜ ਆ, ਕੰਪਨੀ ਦਾ ਜਿਹੜੇ ਮਾਲਕ ਹੈ ਨਾ, ਜਿਹੜੇ ਚਲਾਉਂਦੇ ਆ, ਉਹਦਾ ਪੈਸਾ 15 ਤੋਂ 20% ਹੀ ਹੁੰਦਾ, ਬਾਕੀ ਤਾਂ ਬੈਂਕਾਂ ਦੇ ਲੋਨ ਹੁੰਦੇ ਆ ਜਾਂ ਫਿਰ ਸ਼ੇਅਰ ਹੁੰਦੇ ਆ। ਸੋ ਜਿਵੇਂ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਾਂ ਕਿ ਵਿਜੇ ਮਾਲਿਆ ਨੇ ਕਿੰਗਫਿਸ਼ਰ ਏਅਰਲਾਈਨ ਚਲਾਈ, ਉਹਦੇ ਤਾਂ 15 ਤੋਂ 20% ਉੱਥੇ ਪੈਸਾ ਸੀਗਾ, ਉਹ ਮੁਨਾਫਾ ਸ਼ੁਰੂ 'ਚ ਹੋਇਆ, ਉਹ ਆਪਣੇ ਪੈਸੇ ਲੈ ਗਿਆ, ਬਾਕੀ ਬੈਂਕਾਂ ਦੇ ਪੈਸੇ ਦੱਬ ਕੇ ਚਲਿਆ ਗਿਆ ਉਹ। ਤੇ ਕਿੰਗਫਿਸ਼ਰ ਖੜੀ ਆ, ਉਹ ਕਹਿੰਦੇ ਜੀ ਵੇਚ ਕੇ ਇਹਨੂੰ ਤੁਸੀਂ ਰਿਕਵਰ ਕਰ ਲਓ। ਲੇਕਿਨ ਕਿੰਗਫਿਸ਼ਰ ਬੀਅਰ ਅੱਜ ਵੀ ਮੁਨਾਫੇ 'ਚ ਹੈ, ਉਹਨੂੰ ਨਹੀਂ ਤੁਸੀਂ ਕਰ ਸਕਦੇ। ਲੇਕਿਨ ਕਿਸਾਨ ਦੀ ਜ਼ਮੀਨ ਬਾਈ ਨੇਮ ਹੁੰਦੀ ਆ, ਬਾਈ ਨੇਮ ਕਰਜ਼ਾ ਹੁੰਦਾ, ਬਾਈ ਨੇਮ ਹੀ ਮਿਲਦਾ ਤੇ ਤੁਸੀਂ ਫਿਰ ਉਹਦੀ ਜ਼ਮੀਨ ਵੇਚ ਦਿਓ। ਹਾਂਜੀ, ਉਹਦੀ ਨਿਲਾਮੀ ਹੁੰਦੀ ਹੈ। ਬਹੁਤ ਸਾਰੇ ਜਿਹੜੇ ਪਹਿਲਾਂ ਆੜਤੀਏ ਵੀ ਸੀ, ਭਾਰਤੀ ਕਿਸਾਨ ਯੂਨੀਅਨ ਨੇ ਬਹੁਤ ਸਾਰੇ ਰੋਕੇ, ਜਿਹੜੇ ਕਰਜ਼ਾ ਨਾ ਮੋੜਨ ਕਰਕੇ ਉਹਦੀ ਜ਼ਮੀਨ ਦੀ ਕੁਰਕੀ ਦੇ ਆਰਡਰ ਲਿਆਏ ਸੀਗੇ। ਤੇ ਕੰਪਨੀ ਕਿਉਂ ਨਹੀਂ ਕਰੂਗੀ? ਉਹਦਾ ਕੀ ਮੈਕੈਨਿਜ਼ਮ ਹੈ? ਉਹਦੇ ਵਿੱਚ ਜਿਹੜੀ ਲਿਖਿਆ ਵਾ ਕਿ ਉਹ ਸਪਾਂਸਰ ਕਰੂਗਾ, ਤੁਹਾਨੂੰ ਸਾਰਾ ਕੁਝ ਦਊਗਾ। ਉਹ ਇੱਕ ਪੂਰਾ ਇੰਡੀਕੇਟ ਕਰਦਾ ਕਿ ਉਹ ਸਾਰਾ ਕੁਝ ਦੇ ਕੇ ਤੁਹਾਨੂੰ ਪੂਰੀ ਦੀ ਪੂਰੀ ਕਬਜ਼ੇ ਥੱਲੇ ਹੋਊਗਾ। ਤੁਸੀਂ ਕੰਟਰੋਲਿੰਗ ਅਥਾਰਟੀ ਦੇ ਤੌਰ ਤੇ ਕੰਪਨੀ ਕੰਟਰੋਲਿੰਗ ਅਥਾਰਟੀ ਹੋਊਗੀ, ਹਾਂ ਨਹੀਂ ਹੋਊਗਾ। ਜੀ ਬਲਰਾਜ ਜੀ। ਜਗਦੀਸ਼ ਜੀ, ਮੈਂ ਨਾ 3-4 ਗੱਲਾਂ ਮੈਂਸ਼ਨ ਕਰਨੀਆਂ ਚਾਹਾਂਗਾ, ਮੈਨੂੰ ਥੋੜਾ ਉਹਦੇ ਲਈ ਟਾਈਮ ਚਾਹੀਦਾ। ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਇਹਦੇ ਤੇ ਮਾਹਰ ਨਹੀਂ ਹੈ। ਜਦੋਂ ਮੈਂ ਏਦਾਂ ਦੀਆਂ ਗੱਲਾਂ ਸੁਣੀਆਂ ਨਾ ਵੱਖ-ਵੱਖ ਮਾਹਰਾਂ ਤੋਂ, ਤੇ ਮੈਂ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਡਾਊਨਲੋਡ ਕਰਕੇ ਪੜ੍ਹਿਆ ਚੰਗੀ ਤਰ੍ਹਾਂ। ਜਿਹੜੀ ਮੇਰੀ ਸਮਝ ਵਿੱਚ ਆਈ ਉਹ ਮੈਂ ਟਵਾਣਾ ਸਾਹਿਬ ਨਾਲ ਤੇ ਤੁਹਾਡੇ ਨਾਲ ਸ਼ੇਅਰ ਕਰਾਂਗਾ। ਮੈਂ ਇਹਦੇ ਤੇ ਕੋਈ ਮਾਹਰ ਨਹੀਂ ਹੈ। ਜਿਹੜਾ ਪਹਿਲਾ ਐਕਟ ਆ ਨਾ, ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਐਕਟ, ਜਿਹੜਾ ਆ 1955 ਦਾ ਇੱਕ ਐਸੈਂਸ਼ੀਅਲ ਕਮੋਡਿਟੀ ਐਕਟ ਸੀਗਾ। ਜਦੋਂ ਭਾਰਤ ਵਿੱਚ ਭੁੱਖਮਰੀ ਤੇ ਜਮਾਖੋਰੀ ਸੀ ਤੇ ਨਹਿਰੂ ਨੇ ਉਦੋਂ ਇਹ ਲੈ ਕੇ ਆਂਦਾ ਜਿਹਦੇ ਨਾਲ ਜਮਾਖੋਰੀ ਨੂੰ ਰੋਕਿਆ ਜਾਵੇ, ਭੁੱਖਮਰੀ ਨੂੰ ਰੋਕਿਆ ਜਾਵੇ, ਤਾਂ ਕਿ ਇਹਦੀਆਂ ਕੀਮਤਾਂ ਨਾ ਵਧਣ ਅਨਾਜ ਦੀਆਂ। ਉਹਨਾਂ ਨੇ ਕਾਫੀ ਸਾਰੇ ਜਿਹੜੇ ਵੱਖ-ਵੱਖ ਫਸਲਾਂ ਸੀ ਉਹਦੇ ਵਿੱਚ ਉੱਤੇ ਪ੍ਰਤੀਬੰਧ ਲਾ ਦਿੱਤਾ ਵੀ ਉਹਦੀ ਕੀਮਤ ਨਹੀਂ ਵੱਧ ਸਕਦੀ ਤੇ ਉਹਨੂੰ ਜਮਾਖੋਰੀ ਨਹੀਂ ਉਹਦੀ ਕੀਤੀ ਜਾ ਸਕਦੀ। ਉਸ ਐਕਟ ਦੇ ਵਿੱਚ ਇਹਨਾਂ ਨੇ ਅਮੈਂਡਮੈਂਟ ਕਰਕੇ, ਉਹ ਬੜਾ ਛੋਟਾ ਐਕਟ ਆਇਆ ਤਿੰਨਾਂ ਦੇ ਵਿੱਚੋਂ, ਉਹਨਾਂ ਨੇ ਉਹਦੇ ਵਿੱਚੋਂ ਸੀਰੀਅਲਸ, ਪਲਸਸ ਤੇ ਕੁਝ ਹੋਰ ਫਸਲਾਂ ਨੂੰ ਬਾਹਰ ਕਰ ਦਿੱਤਾ ਵੀ ਉਹਨਾਂ ਨੂੰ ਉਹਨਾਂ ਦੀ ਸਟੋਰੇਜ ਵੀ ਕੋਈ ਕਰ ਸਕਦਾ, ਖਰੀਦ ਵੀ ਸਕਦਾ, ਤੇ ਜੇ ਕੀਮਤ ਵਧੇ ਤੇ ਸਰਕਾਰ ਦਖਲ ਦੇਗੀ। ਕਦੋਂ ਦਖਲ ਦੇਗੀ ਉਹ ਵੀ ਸਟਿਪੂਲੇਟ ਕਰਤਾ ਵੀ ਜੇ ਅਨਾਜ ਦੀ ਕੀਮਤ ਜਿਹੜੀ ਆ ਉਹ ਇੱਕ ਸਾਲ ਵਿੱਚ ਪਿਛਲੇ 12 ਮਹੀਨਿਆਂ ਵਿੱਚ 50% ਤੋਂ ਉੱਤੇ ਚਲੀ ਜਾਵੇ, 50% ਵੱਧ ਜਾਵੇ, ਤਾਂ ਸਰਕਾਰ ਦਖਲ ਦੇ ਸਕਦੀ ਹੈ। ਅਗਰ ਯੁੱਧ ਹੋਵੇ ਤਾਂ ਸਰਕਾਰ ਦਖਲ ਦੇ ਸਕਦੀ ਆ, ਅਗਰ ਭੁੱਖਮਰੀ ਹੋਵੇ ਤਾਂ ਦਖਲ ਦੇ ਸਕਦੀ। ਉੱਦਾਂ ਸਰਕਾਰ ਮਾਰਕੀਟ ਜਿਹੜੀ ਹੈਗੀ ਆ ਫੋਰਸਸ, ਉਹਨਾਂ ਨੂੰ ਗਾਈਡ ਕਰਨ ਦਾ ਹੈਗੀ। ਇਹ ਐਕਟ ਬਹੁਤ ਸੀਮਤ ਆ। ਜਿਹੜਾ
ਐਕਟ ਹੈਗਾ ਨੰਬਰ 3, ਉਹਨੂੰ ਮੈਂ ਤਾਂ ਪਹਿਲਾਂ ਡਿਸਕਸ ਕਰਦਾ, ਉਹ ਵੀ ਛੋਟਾ ਹੀ ਆ, ਉਹ ਹੈਗਾ ਫਾਰਮਰਜ਼ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਬਿੱਲ। ਇਹਦੇ ਵਿੱਚ ਜਿਹੜੀ ਟ੍ਰੇਡਿੰਗ ਆ ਕਿਵੇਂ ਹੋਏਗੀ, ਇਹ 'ਚ ਪਹਿਲੇ 3-4 ਸਫ਼ੇ ਤਾਂ ਡੈਫੀਨੇਸ਼ਨਜ਼ ਹੀ ਆ ਵੀ ਪ੍ਰੋਡਿਊਸਰ ਕੌਣ ਆ, ਸਪਾਂਸਰ ਕੌਣ ਆ, ਬਾਇਰ ਕੌਣ ਆ, ਮੰਡੀ ਦਾ ਕੀ ਮਤਲਬ ਆ, ਉਹ 3-4 ਸਫ਼ੇ ਦੀਆਂ ਤਾਂ ਡੈਫੀਨੇਸ਼ਨਜ਼ ਆ, ਤੇ ਗਾਂਹ ਹੈਗਾ ਉਹਦੇ ਵਿੱਚ ਮੈਕੈਨਿਜ਼ਮ ਵੀ ਜੇ ਝਗੜਾ ਹੋਵੇ ਤੇ ਉਹ ਕਿਵੇਂ ਹੱਲ ਕਰਨਾ। ਜੀ ਜੀ, ਇਹ ਦੋਵਾਂ ਨੂੰ ਮੈਂ ਬਹੁਤ ਜ਼ਿਆਦਾ ਮਹੱਤਵਪੂਰਨ ਬਿੱਲਾਂ ਨੂੰ ਨਹੀਂ ਸਮਝਦਾ। ਜਿਹੜਾ ਅਸਲੀ ਬਿੱਲ ਆ ਜਿਹੜਾ ਉਹ ਹੈਗਾ ਨੰਬਰ 2 ਜੀ। ਆਪਾਂ ਬਲਾ ਜੀ ਨੰਬਰ 2 ਦੇ ਉੱਤੇ ਜਾਣ ਤੋਂ ਪਹਿਲਾਂ ਇਹਨਾਂ ਬਾਰੇ ਡਾਕਟਰ ਸਾਹਿਬ ਦੇ ਵਿਚਾਰ ਸੁਣੀਏ, ਜੋ ਤੁਸੀਂ ਗੱਲ ਕੀਤੀ ਹੈ ਜਮਾਖੋਰੀ ਦੇ ਉੱਤੇ ਤੇ ਪ੍ਰੋਡਿਊਸ ਐਂਡ ਟ੍ਰੇਡ ਦੇ ਉੱਤੇ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਕੋਈ ਮਹੱਤਵਪੂਰਨ ਨਹੀਂ ਹੈ। ਡਾਕਟਰ ਸਾਹਿਬ ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ 'ਚ? ਦੇਖੋ, ਇਸ ਤਰ੍ਹਾਂ ਮਹੱਤਵਪੂਰਨ ਹੈ ਕਿ ਜਿਹੜੀ ਭਾਰਤ ਦੀ 70% ਆਬਾਦੀ ਗਰੀਬੀ 'ਚ ਹੈ, ਉਹਦੇ 'ਚ ਕੁਪੋਸ਼ਣ ਹੈ, 45% ਬੱਚੇ ਸਾਡੇ ਕੁਪੋਸ਼ਣ 'ਚ ਹੈ। ਉਹ ਕੀ ਕਹਿੰਦਾ, ਕਈ ਵਸਤਾਂ ਤੇ ਕਹਿੰਦਾ ਜੇ 50% ਤੱਕ ਕੀਮਤ ਵੱਧ ਜੇ ਫੇਰ ਸਰਕਾਰ ਦਖਲ ਦਊਗੀ। ਫਿਰ ਉਹ ਕਹਿੰਦਾ ਜੇ 100%, ਬਹੁਤ ਸਾਰੀਆਂ ਵਸਤਾਂ ਐਸੀਆਂ ਜਿਹਦੇ 100% ਵੱਧ ਜੇ ਫੇਰ ਦਊਗੀ। ਔਰ ਸਾਰੀਆਂ ਐਗਰੀਕਲਚਰ ਵਸਤਾਂ ਹੁਣ ਸਾਰੀਆਂ ਬਾਹਰ ਹੋ ਗਈਆਂ ਉਹਦੇ ਤੋਂ, ਅਸੈਂਸ਼ੀਅਲ ਕਮੋਡਿਟੀ ਤੋਂ ਸਾਰੀਆਂ। ਸੋ ਕਿਸੇ ਬੰਦੇ ਲਈ ਜੇ ਜਿਹੜੀ ਕਣਕ ਹੈ ਉਹਦਾ 5 ਰੁਪਏ ਵੀ ਰੇਟ ਵੱਧ ਜੇ, ਉਹ ਆਪਣਾ ਜਿਹੜੀ ਖਤਰੇ 'ਚ ਆ ਜਾਂਦਾ ਗਰੀਬ ਬੰਦਾ, ਜਿਹਦੀ 300 ਰੁਪਏ ਦਿਹਾੜੀ ਹੈ। ਉਹ ਜੇ ਹੁਣ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਪਿਆਜ਼ ਦਾ ਰੇਟ 30-20 ਰੁਪਏ ਤੋਂ 60 ਤੇ ਪਹੁੰਚ ਗਿਆ ਹੈ ਜੀ, ਉਹ ਹੁਣ ਤੁਸੀਂ ਪਹਿਲਾਂ 6 ਮਹੀਨੇ ਡਿੱਕੋਗੇ, ਫਿਰ ਉਹਦੀ ਐਵਰੇਜ ਕੱਢੋਗੇ, ਐਵਰੇਜ ਕੱਢ ਕੇ ਫਿਰ ਦੇਖੋਗੇ ਹਾਂ ਜੀ ਇਹ 50% ਉੱਤੇ ਆ, ਫਿਰ ਦੇਖੋਗੇ ਬੰਦੇ ਦਾ 1 ਮਹੀਨੇ ਦੇ ਵਿੱਚ ਹੀ ਕਵਾੜਾ ਹੋ ਜਾਂਦਾ। ਜਿਹੜਾ ਗਰੀਬ ਬੱਚਾ, ਜਿਹੜਾ ਗਰੀਬ ਬੰਦਾ, ਜਿਹੜਾ ਰੋਜ਼ ਲੈ ਕੇ ਜੀਂਦਾ, ਉਹਦਾ ਅਸੀਂ ਕਹਿ ਸਕਦੇ ਹਾਂ ਕਿ 15 ਜਿਹੜਾ ਲਾਕਡਾਊਨ ਹੋਇਆ ਉਹਦੀ ਮੈਂ ਜਿਹੜੀ ਗੱਲ ਕਰਾਂ, ਲਾਕਡਾਊਨ ਦੇ ਵਿੱਚ 15 ਦਿਨ ਨਹੀਂ ਕੱਟੇ ਮਜ਼ਦੂਰਾਂ ਨੇ, ਕਰੋੜਾਂ ਦੀ ਗਿਣਤੀ 'ਚ ਪਿੰਡਾਂ ਨੂੰ ਵਾਪਸ ਚਲੇ ਗਏ। ਜੇ ਉਦੋਂ ਕਿਤੇ ਇਹ ਐਕਟ ਦੇ ਅਨੁਸਾਰ ਕੀਮਤ ਵੱਧ ਜੇ, ਉਹਨਾਂ ਨੇ ਕਹਿਣਾ ਹਾਲੇ ਤਾਂ 6 ਮਹੀਨੇ ਨਹੀਂ ਹੋਏ, 5 ਮਹੀਨੇ ਨਹੀਂ ਹੋਏ, ਜਾਂ 2 ਮਹੀਨੇ ਵੀ ਨਹੀਂ ਹੋਏ, ਅਸੀਂ ਤਾਂ ਨਹੀਂ ਦਖਲਅੰਦਾਜ਼ੀ ਕਰਦੇ। ਉਹਨਾਂ ਨਾਲ ਹੋਊਗਾ ਕੀ? ਇਹ ਜਿਹੜਾ ਮਤਲਬ ਹੈਗਾ ਚਾਹੇ 20% ਕੀਮਤ ਵਧੇ ਜੀ ਜੀ, ਉਹ ਵੀ ਇੱਕ ਲੁੱਟ ਹੈ ਕੰਪਨੀ ਦੁਆਰਾ, ਕਾਰਪੋਰੇਟ ਦੁਆਰਾ। ਮਤਲਬ ਤੁਸੀਂ ਲੱਖਾਂ ਟਨਾਂ ਦੇ ਵਿੱਚ ਜਿਹੜਾ ਫੂਡ ਗ੍ਰੇਨ ਹੈ ਉਹਨੂੰ ਇਹ ਕਰਤਾ ਕਿ ਤੁਸੀਂ ਸਟੋਰ ਕਰੋ ਜੀ ਜੀ। ਦੂਜੀ ਗੱਲ ਇਹ ਹੈ ਇਹਦੇ 'ਚ ਕਿ ਜੇ ਤੁਸੀਂ ਐਸੈਂਸ਼ੀਅਲ ਕਮੋਡਿਟੀ 'ਚ ਇਹਨੂੰ ਕੱਢ ਦੋ ਨਾ, ਫਿਰ ਬੀਜ ਵੀ ਉਹਦੇ ਅੰਡਰ ਹੀ ਆਉਂਦੇ ਆ। ਪਹਿਲਾਂ ਬੀਜ ਦਾ ਜ਼ਖੀਰਾ ਨਹੀਂ ਹੋ ਸਕਦਾ ਸੀ, BT ਕਾਟਨ ਦਾ ਰੌਲਾ ਪਿਆ ਸੀਗਾ ਇਹਦੇ ਵਿੱਚ। ਫਿਰ ਜਿਹੜੀਆਂ ਮੌਨਸੈਂਟੋ, ਕਾਰਗਿਲ ਵਰਗੀਆਂ, ਫਿਰ ਉਹ ਵੀ ਆਪਣਾ ਸਟੋਰ ਕਰਕੇ ਉਸ ਤਰ੍ਹਾਂ ਹੀ ਟ੍ਰੇਡ ਕਰਨਗੀਆਂ ਉਹਦੀਆਂ ਕਿ ਫੁੱਡ ਪੈਦਾ ਕਰ ਦਿਓ, ਫਿਰ ਜਦੋਂ ਬੀਜਣਾ ਹੋਊਗਾ ਉਦੋਂ ਫਿਰ ਮਨਮਰਜ਼ੀ ਦੇ ਰੇਟ ਲਾਓ। ਇਹ ਅਗਲੀ ਗੱਲ ਹੈ ਕਿ ਫੂਡ ਸਿਕਿਉਰਿਟੀ ਦੇ ਲਈ ਹੀ ਇਹ ਜਿਹੜਾ ਨਾ ਦੋਵੇਂ ਜਿਹੜੇ ਐਕਟ ਕੀਤੇ ਗਏ ਆ ਮੈਂਸ਼ਨ, ਉਹ ਜ਼ਰੂਰੀ ਹੈ ਕਿ ਅਸੀਂ ਹੁਣ ਜਦੋਂ ਲਾਕਡਾਊਨ ਹੋਇਆ 77 ਲੱਖ ਜਿਹੜੀ ਟਨ ਕਣਕ FCI ਦੇ ਸਟੋਰ ਸੀਗੀ। ਜਦੋਂ ਉਹ ਸਟੋਰ ਸੀਗੀ ਤਾਂ ਬਹੁਤ ਸਾਰੇ ਬੁੱਧੀਜੀਵੀਆਂ ਨੇ, ਬਹੁਤ ਸਾਰੀਆਂ ਸੰਸਥਾਵਾਂ ਨੇ, NGO ਨੇ ਕਿਹਾ ਵੀ ਤੁਸੀਂ ਇਹਨੂੰ ਦਿਓ 10-10 ਕਿਲੋ ਕਣਕ ਪ੍ਰਤੀ ਵਿਅਕਤੀ ਪਰ ਮੰਥ ਦਿਓ, ਤੇ ਕੁਛ ਦਿੱਤੀ ਵੀ ਗਈ 5 ਕਿਲੋ। ਉਹ ਇਸ ਕਰਕੇ ਦਿੱਤੀ ਗਈ ਕਿ ਸਾਡੇ ਕੋਲ ਸਟੋਰ ਸੀ। ਜੇ ਅਸੀਂ ਗਵਰਨਮੈਂਟ, ਇਹ 3 ਐਕਟਾਂ ਦੇ ਵਿੱਚ ਸਰਕਾਰ ਦਾ ਕਿਤੇ ਜ਼ਿਕਰ ਨਹੀਂ ਹੈ, ਸਰਕਾਰ ਬਾਹਰ ਹੈ, ਸਰਕਾਰ ਦੀ ਖਰੀਦ ਦਾ ਜ਼ਿਕਰ ਨਹੀਂ ਹੈ, MSP ਦਾ ਜ਼ਿਕਰ ਨਹੀਂ ਹੈ, ਇੱਕ ਵੀ ਸ਼ਬਦ ਨਹੀਂ ਕਿਤੇ ਵੀ। ਤੇ ਜੇ FCI ਜਾਂ ਸਰਕਾਰੀ ਜਿਹੜੀ ਸੰਸਥਾ ਖਰੀਦੂਗੀ ਨਹੀਂ, ਫਿਰ ਉਹਦੀ ਫੂਡ ਸਿਕਿਉਰਿਟੀ ਆਮ ਬੰਦੇ ਲਈ, ਆਮ ਭਾਰਤੀ ਲਈ ਕਿੱਥੋਂ ਬਣਦੀ ਹੈ ਨਾ? ਫਿਰ ਤਾਂ ਉਹ ਕਹੂਗੀ ਵੀ ਸਾਡੇ ਕੋਲ ਤਾਂ ਕੋਈ ਸਟੋਰ ਹੀ ਹੈ ਨਹੀਂਗਾ, ਅਸੀਂ ਇਹਦਾ ਕੀ ਕਰਨਾ, ਮਾਰਕੀਟ ਮੰਡੀ ਚ ਲਾਓ। ਤੇ ਉਸ ਤੋਂ ਅਗਲੀ ਗੱਲ ਜਿਹੜੀ ਇਹਨਾਂ ਨੇ ਕੀਤੀ ਹੈ ਆਪਣੇ ਐਕਟ ਨੰਬਰ 3 ਦੀ, ਫਾਰਮਰਜ਼ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਬਿੱਲ, ਇਹਦੇ ਬਾਰੇ ਮੈਂ ਗਿਆ ਹੀ ਨਹੀਂ ਹਾਲੇ। ਨਹੀਂ 3 ਨੰਬਰ ਜੋ ਐਕਟ ਦੀ ਗੱਲ ਕੀਤੀ ਹੈ ਤੁਸੀਂ, ਹਾਂਜੀ, ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਬਿੱਲ ਦੀ ਜਿਹੜੀ ਗੱਲ ਕੀਤੀ, ਹਾਂਜੀ ਹਾਂ, ਉਹ ਸਿੱਧਾ ਹੀ ਆ ਗਿਆ ਨਾ ਕਿ ਤੁਸੀਂ ਫਿਰ ਜਿੰਨੀਆਂ ਦੇਖੋ 1971 ਦੇ ਵਿੱਚ 88 ਮੰਡੀਆਂ ਸੀ, ਹੁਣ ਰੈਗੂਲੇਟਡ ਮਾਰਕੀਟ ਲਗਭਗ 600 ਦੇ ਕਰੀਬ ਹੈ। ਹੁਣ ਜਿਹੜੇ ਮਾਰਕੀਟ ਯਾਰਡ ਜੀਰੀ ਦੀ ਬਿਜਾਈ ਖਰੀਦ ਸ਼ੁਰੂ ਹੋ ਗਈ ਹੈ, ਉਹ ਕੋਈ 4800 ਦੇ ਕਰੀਬ ਹੈ। ਤੇ ਜਿਹੜੀ ਇੰਡੀਆ ਦੇ ਵਿੱਚ ਰੈਗੂਲੇਟਡ ਮਾਰਕੀਟ ਆ, ਉਹਨਾਂ ਦੀ ਗਿਣਤੀ ਹੈ 7300। ਤੇ ਲੰਮੇ ਸਮੇਂ 'ਚ ਬਿਲਡ ਹੋਈਆਂ, ਹੌਲੀ ਹੌਲੀ ਇਨਫਰਾਸਟਰਕਚਰ ਬਿਲਡ ਹੋਇਆ, ਪੱਕੇ ਫੜ ਬਣੇ, ਪੱਕੇ ਫੜ ਬਣਾ ਕੇ, ਰੋਡ ਬਣਾ ਕੇ, ਉਹ ਜਿਹੜਾ
ਜਿਹੜਾ ਬੰਦਾ ਖਰੀਦਦਾ ਮੰਡੀ 'ਚ ਜਾ ਕੇ ਉਹਨੂੰ ਟੈਕਸ, ਡਿਵੈਲਪਮੈਂਟ ਟੈਕਸ ਵੀ ਦੇਣਾ ਪੈਂਦਾ, ਉਹਨੂੰ ਸੈਸ ਵੀ ਦੇਣਾ ਪੈਂਦਾ, ਉਹਨੂੰ ਕਮਿਸ਼ਨ ਜਿਹੜਾ ਆੜ੍ਹਤੀ ਲੈਂਦੇ ਉਹੀ ਦਿੰਦਾ ਜਿਹੜਾ ਖਰੀਦਦਾ। ਸੋ ਉਹਦੇ ਚੋਂ ਪੇਂਡੂ ਸੜਕਾਂ ਦਾ ਬਣਨਾ, ਮੰਡੀਆਂ ਦਾ ਬਣਨਾ, ਉੱਥੇ ਸਹੂਲਤਾਂ ਦਾ ਬਣਨਾ। ਹੁਣ ਜੇ ਤੁਸੀਂ ਉਹਨੂੰ ਬਿਨਾਂ ਟੈਕਸ ਦੇ ਬਾਹਰ ਕੱਢ ਦਿਓ ਤਾਂ ਕਿਹੜਾ ਵਪਾਰੀ ਹੈ ਜਿਹੜਾ ਉੱਥੇ ਜਾ ਕੇ, ਵਪਾਰੀ ਵੀ ਖਰੀਦਦੇ ਹੈ, ਵਪਾਰੀ ਮਤਲਬ ਜਿਹੜੀ FCI ਹੈ ਉਹਦਾ ਸਾਰੇ ਹੀ 10% ਖਰੀਦਦੇ ਆ, ਲੋਕਲ ਵਪਾਰੀ ਖਰੀਦਦੇ ਆ, ਫਿਰ ਮੰਡੀ 'ਚ ਬਾਹਰਲੇ ਵਪਾਰੀ ਵੀ ਖਰੀਦਦੇ ਆ, ਮੰਡੀ 'ਚ ਜਾ ਕੇ ਖਰੀਦਦੇ ਆ। ਤੇ ਜਿਹੜੀ 50-60% ਖਰੀਦ ਹੈ ਉਹ ਇੰਡੀਆ ਦੀ, ਉਹਦਾ 60% ਤੱਕ ਵਪਾਰੀ ਖਰੀਦਦੇ, ਲੋਕਲ ਵਪਾਰੀ ਖਰੀਦਦੇ ਆ। ਤੁਸੀਂ ਉਹਨਾਂ ਨੂੰ, ਲੋਕਲ ਵਪਾਰੀ ਵੀ ਬਾਹਰ ਹੋ ਗਿਆ, ਤੇ ਜੇ ਉੱਥੋਂ ਬਾਹਰ ਹੋ ਗਿਆ ਤੇ ਤੁਸੀਂ ਹੌਲੀ ਹੌਲੀ ਉਹਦਾ ਇਨਫਰਾਸਟਰਕਚਰ ਮੇਨਟੇਨ ਕਰਨਾ ਨਹੀਂ ਕਿਸੇ ਨੇ। ਸਰਕਾਰ ਨੇ ਤਾਂ ਇਹ ਕਹਿਣਾ ਸਾਡੇ ਕੋਲ ਤਾਂ ਕੋਈ ਪੈਸੇ ਹੈ ਨਹੀਂ ਗੇ। ਹੁਣ ਤਾਂ ਤੁਸੀਂ ਕਹਿ ਸਕਦੇ ਨੇ ਵੀ ਦੱਸੋ ਮੰਡੀਆਂ ਚੋਂ ਕਿੰਨੀ ਫੀਸ ਆਈ ਹੈ, ਕਿੰਨੀ ਫੀਸ ਤੁਸੀਂ ਖਰਚੀ ਹੈ। ਇਹ ਇਹਨੇ ਬਰਬਾਦ ਹੋਣਾ ਹੀ ਹੋਣਾ। ਜਦੋਂ ਬਰਬਾਦ ਹੋ ਗਿਆ ਉਹਦੇ ਤੋਂ ਬਾਅਦ ਕਿਸਾਨ ਜਿਹੜਾ ਉਲਟੀ ਜਿਹੜੀ ਸਿਚੁਏਸ਼ਨ ਆ ਉਹਦੇ 'ਚ ਫਸਣਾ ਉਹਨੇ ਜੀ। ਉਹਦੇ ਲਈ ਉਹਦੇ ਕੋਲ ਕਿਉਂਕਿ ਰਸਤਾ ਹੀ ਨਹੀਂ ਕੋਈ, ਕਿਉਂਕਿ ਤੁਸੀਂ ਰੈਗੂਲੇਟਡ ਮਾਰਕੀਟ ਜਦੋਂ ਖਤਮ ਹੋ ਗਈਆਂ, ਬੰਦ ਹੋ ਗਈਆਂ, ਫਿਰ ਵਪਾਰੀ ਦੇ ਚੰਗਲ 'ਚ ਆਉਣ ਤੋਂ ਬਿਨਾਂ ਤੁਹਾਡੇ ਕੋਲ ਕੋਈ ਰਸਤਾ ਨਹੀਂ ਬਣ ਜਾਂਦਾ। ਜੀ ਜੀ ਬਲਰਾਜ ਜੀ। ਦੇਖੋ ਜਗਦੀਸ਼ ਜੀ, ਮੈਂ ਚਾਹੁੰਦਾ ਸੀ ਥੋੜੀ ਬਰੀਫ ਗੱਲ ਹੋਵੇ ਵੀ ਐਵੇਂ ਆਪਾਂ ਬੀਟ ਅਰਾਊਂਡ ਦਾ ਬੁਸ਼ ਨਾ ਕਰੀ ਜਾਈਏ, ਕੁਛ ਨੁਕਤਿਆਂ ਤੇ ਆਇਆ ਜਾਵੇ। ਮੈਂ ਇਹ ਨਹੀਂ ਕਿਹਾ ਵੀ ਇਹ ਦੋਏ ਜਿਹੜੇ ਕਾਨੂੰਨ ਆ ਮਹੱਤਵਪੂਰਨ ਨਹੀਂ, ਮੈਂ ਇਹ ਕਿਹਾ ਵੀ ਇਹਨਾਂ ਨਾਲੋਂ ਜਿਹੜਾ ਤੀਜਾ ਹੈ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਆ ਜੀ। ਟਿਵਾਣਾ ਜੀ ਕਹਿੰਦੇ ਜੀ ਟਮਾਟਰਾਂ ਦੀ ਕੀਮਤ ਵੱਧ ਗਈ ਜਾਂ ਉਹਦੀ ਕੀਮਤ ਵੱਧ ਗਈ। ਇਹ ਜਦੋਂ ਐਕਟ ਨਹੀਂ ਸੀ ਪਿਛਲੇ ਸਾਲਾਂ ਤੋਂ ਨਿਗਾਹ ਮਾਰੋ, ਪਿਛਲੇ 20-25 ਸਾਲਾਂ 'ਚ ਟਮਾਟਰਾਂ ਦੀਆਂ ਕੀਮਤਾਂ 4-4, 5-5 ਗੁਣਾ, 200 ਰੁਪਈਏ ਤੋਂ ਟੱਪਦੀਆਂ ਰਹੀਆਂ, ਤੇ ਕਦੇ ਉਹ 2 ਰੁਪਈਏ ਕਿਲੋ ਵੀ ਵਿਕਦੇ ਰਹੇ ਆ। ਉਦੋਂ ਐਕਟ ਹੈ ਨਹੀਂ ਸੀ, ਤੇ ਪੁਰਾਣੇ ਐਕਟ ਸੀ ਜਿਹੜੇ ਤੁਹਾਡੀ ਐਸੈਂਸ਼ੀਅਲ ਕਮੋਡਿਟੀ ਐਕਟ ਸੀ, ਉਹਦੇ ਥੱਲੇ ਵੀ ਕੰਟਰੋਲ ਨਹੀਂ ਹੋਈਆਂ। ਇਸ ਕਰਕੇ ਇਹ ਕਹਿ ਦੇਣਾ ਵੀ ਨਾ ਐਕਟਾਂ ਨਾਲ ਐਂ ਹੋ ਜਾਏਗਾ, ਉਹ ਹੋ ਜਾਏਗਾ, ਉਹ ਪਹਿਲਾਂ ਵੀ ਹੁੰਦਾ ਆਇਆ। ਸੋ ਉਹ ਮਤਲਬ ਨਾ ਇਹਨਾਂ ਐਕਟਾਂ ਸਿਰ ਮਤ ਮੜੋ। ਉਹ ਇਸ ਦੇਸ਼ ਵਿੱਚ ਵੀ ਹੁੰਦਾ। ਤੁਸੀਂ ਜਾਣਦੇ ਹੋ ਵੀ ਪਿਛਲੇ ਮਹੀਨਾ ਕੁ ਪਹਿਲਾਂ ਇੱਥੇ ਗੰਢੇ ਜਿਹੜੇ 10 ਪਾਉਂਡ ਦਾ ਬੈਗ ਆ ਉਹ $12-14 ਨੂੰ 10 ਪਾਉਂਡ ਦਾ ਬੈਗ ਵਿਕ ਗਿਆ, ਤੇ ਹੁਣ $3 ਤੇ ਆ ਗਿਆ ਉਹ ਵਿਦਨ 30 ਡੇਜ਼ ਜੀ ਜੀ। ਸੋ ਮੈਂ ਸੋਚਦਾ ਵੀ ਆਪਾਂ ਉਹ ਗੱਲ ਕਰੀਏ ਜਿਹੜੀ ਜ਼ਿਆਦਾ ਮਹੱਤਵ ਰੱਖਦੀ ਹੈ, ਜਿਹੜੀ ਵਾਰ-ਵਾਰ ਕਹਿੰਦੇ ਵੀ ਕਿਸਾਨ ਨਾਲ ਆਹ ਹੋ ਜਾਏਗਾ, ਕਿਸਾਨ ਨਾਲ ਉਹ ਹੋ ਜਾਏਗਾ। ਉਹ ਉਸ ਬਿੱਲ ਵਿੱਚ ਆ ਜਿਹਨੂੰ ਫਾਰਮਰਜ਼ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਬਿੱਲ ਦਾ ਨਾਮ ਦਿੱਤਾ ਗਿਆ। ਉਹ ਸਭ ਤੋਂ ਤਿੰਨਾਂ ਚੋਂ ਵਿਸਤ੍ਰਿਤ ਬਿੱਲ ਆ ਤੇ ਉਹਦੇ ਵਿੱਚ ਜ਼ਿਆਦਾ ਕਲੌਜ਼ਾਂ ਆ। ਮੈਂ ਸੋਚਦਾ ਸੀ ਵੀ ਆਪਾਂ ਉਹਨੂੰ ਡਿਸਕਸ ਕਰੀਏ, ਤਾਂ ਮੈਂ ਉਹਨੂੰ ਡਿਸਕਸ ਕਰ ਲੈਂਦੇ ਆ। ਡਾਕਟਰ ਸਾਹਿਬ ਤੁਸੀਂ ਵੀ ਥੋੜੀ ਗੱਲ ਸ਼ਾਰਟ ਰੱਖਿਓ, ਤੇ ਬਲਾਜ ਜੀ ਤੁਸੀਂ ਵੀ ਟੂ ਦਾ ਪੁਆਇੰਟ ਹੀ ਆਪਾਂ ਗੱਲ ਕਰੀਏ ਸਮੇਂ ਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਜੀ। ਹਾਂਜੀ, ਮੈਂ ਜਗਦੀਸ਼ ਜੀ ਇਹ ਕਹਿਣਾ ਚਾਹੁੰਦਾ ਜਿਹੜਾ ਉਹ ਬਿੱਲ ਆ, ਜਿਹੜਾ ਫਾਰਮਰਜ਼ ਇੰਪਾਵਰਮੈਂਟ ਤੇ ਪ੍ਰੋਟੈਕਸ਼ਨ ਬਿੱਲ ਆ ਨਾ, ਉਹਦੇ ਵਿੱਚ ਜਿਹੜੇ ਬਹੁਤ ਸਾਰੇ ਖਦਸ਼ੇ ਆ ਵੀ ਫਾਰਮਰ ਦੀ ਜ਼ਮੀਨ ਤੇ ਕਬਜ਼ਾ ਹੋ ਜਾਏਗਾ, ਕਾਰਪੋਰੇਸ਼ਨਾਂ ਡਿਕਟੇਟ ਕਰਨਗੀਆਂ, ਕਾਰਪੋਰੇਸ਼ਨਾਂ ਆਹ ਕਰ ਦੇਣਗੀਆਂ, ਕਾਰਪੋਰੇਸ਼ਨਾਂ ਉਹ ਕਰ ਦੇਣਗੀਆਂ। ਉਸ ਬਿੱਲ ਵਿੱਚੋਂ ਮੈਨੂੰ ਕੋਈ ਐਸੀ ਮੱਦ ਨਹੀਂ ਲੱਭਦੀ ਜਿਹਦੇ ਅੰਡਰ ਕਾਰਪੋਰੇਸ਼ਨਾਂ ਇਹ ਕੁਛ ਕਰ ਦੇਣਗੀਆਂ ਜੀ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਉਹਦਾ ਪਹਿਲਾ ਜਿਹੜਾ ਹਿੱਸਾ ਆ ਚੈਪਟਰ 1 ਤੇ ਉਹਦੀ ਪ੍ਰੀਫੇਸ ਆ, ਉਹਦੇ ਵਿੱਚ ਕੋਈ ਬਹੁਤਾ ਕੁਝ ਨਹੀਂ ਹੈ। ਚੈਪਟਰ 2 ਤੋਂ ਮੀਨਿੰਗਫੁਲ ਗੱਲਾਂ ਉਹਦੇ ਵਿੱਚ ਸ਼ੁਰੂ ਹੁੰਦੀਆਂ। ਉਹਦੇ ਵਿੱਚ ਚੈਪਟਰ 2 ਦੇ ਵਿੱਚ ਜਿਹੜੀ ਉਹਦੀ ਮੱਦ 8 ਆ, ਨੰਬਰ 8, ਉਹਦੇ ਵਿੱਚ ਉਹਨਾਂ ਨੇ ਬਹੁਤ ਸਪੈਸੀਫਿਕਲੀ ਕਿਹਾ ਕਿ ਨਾ ਤਾਂ ਜ਼ਮੀਨ ਕਿਸਾਨ ਦੀ ਖਰੀਦੀ ਜਾ ਸਕਦੀ ਆ, ਨਾ ਟਰਾਂਸਫਰ ਕੀਤੀ ਜਾ ਸਕਦੀ ਆ, ਨਾ ਲੀਜ਼ ਤੇ ਲਈ ਜਾ ਸਕਦੀ ਆ, ਨਾ ਉੱਤੇ ਮੌਰਗੇਜ ਲਈ ਜਾ ਸਕਦੀ ਆ ਜੀ। ਬਹੁਤ ਕਲੀਅਰ ਆ, no farming agreement shall be entered into for the purpose of any transfer including sale, lease and mortgage of the land or premises of the farmer। ਬਿਲਕੁਲ ਕੋਈ ਐਸਾ ਐਗਰੀਮੈਂਟ ਨਹੀਂ ਹੋ ਸਕਦਾ। ਸੋ ਲੈਟਸ ਸੀ ਬਲਰਾਜ ਜੀ, ਇਸ ਦੇ ਉੱਤੇ ਆਪਾਂ ਡਾਕਟਰ ਸਾਹਿਬ ਨੂੰ ਪੁੱਛੀਏ ਕਿ ਇਹ ਦੇ ਬਾਰੇ ਚ ਇਹਨਾਂ ਦਾ ਕੀ ਵਿਚਾਰ ਹੈ। ਡਾਕਟਰ ਸਾਹਿਬ ਪਲੀਜ਼ ਕੀਪ ਇਟ ਸ਼ਾਰਟ, ਕੀਪ ਇਟ ਟੂ ਦਾ ਪੁਆਇੰਟ ਜੀ। ਜਦੋਂ ਆਪਾਂ ਇਹਨੂੰ ਕਰਦੇ ਆ ਨਾ, ਇਹਦੇ ਵਿੱਚ ਹੀ ਜਿਹੜਾ ਬਿੱਲ ਆ ਉਹਦੇ ਚ ਲਿਖਿਆ ਵਾ ਵੀ ਜਿਹੜਾ ਐਗਰੀਮੈਂਟ ਹੋਊਗਾ ਉਹ ਕੰਟਰੈਕਟ ਐਕਟ ਦੇ ਅੰਡਰ ਹੋਊਗਾ। ਹਾਂਜੀ, ਜਦੋਂ ਕੰਟਰੈਕਟ ਐਕਟ ਲਾਗੂ ਹੋ ਗਿਆ ਨਾ, ਫਿਰ ਕੰਟਰੈਕਟ ਜਿਹੜਾ ਫਿਰ ਉਹਦੇ ਚ ਤੁਸੀਂ ਲੀਜ਼ ਤੇ ਲਓ, ਚਾਹੇ ਉਹਨੂੰ ਪਲੈਜ ਨਾ ਕਰੋ। ਜਦੋਂ ਤੁਸੀਂ ਉਨੀ ਜ਼ਮੀਨ ਬਾਰੇ ਅਗਲੇ ਨਾਲ ਸਮਝੌਤਾ ਕਰ ਲਿਆ, ਇਨਡਾਇਰੈਕਟਲੀ ਉਹ ਬੰਨਿਆ ਗਿਆ ਬੰਦਾ ਜੀ। ਉਹ ਕਿੱਥੇ ਆ ਜੀ ਉਹ ਮੱਦੋਂ ਦੱਸਿਓ। ਉਹ ਇਹਦੇ ਵਿੱਚ ਹੀ ਆ। ਪਹਿਲਾਂ ਨੰਬਰ ਦਿਓ, ਆਪਾਂ ਪੜ੍ਹ ਲੈਂਦੇ ਹਾਂ ਹੁਣੇ ਉਸ ਮੱਦ ਨੂੰ। ਇੱਕ ਮਿੰਟ ਜੀ। ਜੀ ਤੁਸੀਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਇਸ ਸਮੇਂ ਡਾਕਟਰ ਬਲਵਿੰਦਰ ਸਿੰਘ ਟਿਵਾਣਾ ਅਤੇ ਨਾਲ ਦੀ ਨਾਲ ਬਲਰਾਜ ਦਿਓਲ ਜੀ, ਜੋ ਇਹ 3 ਫਾਰਮਰਸ ਬਿੱਲ ਨੇ, ਉਹਨਾਂ ਦੇ ਉੱਤੇ ਸਾਡੀ ਡਿਸਕਸ਼ਨ ਚੱਲ ਰਹੀ ਜੀ। ਡਾਕਟਰ ਸਾਹਿਬ ਤੁਹਾਡੇ ਤੋਂ ਗੱਲਬਾਤ ਨੂੰ ਇਸ ਨੂੰ ਕੰਟੀਨਿਊ ਰੱਖਦੇ ਹਾਂ ਕਿ ਜਿਹੜੀ ਮੱਦ ਬਲਰਾਜ ਦਿਓਲ ਜੀ ਨੇ ਆਖੀ ਹੈ ਕਿ ਬਿੱਲ ਦੇ ਵਿੱਚ ਕਿੱਥੇ ਹੈ ਉਹ।
ਉਹ ਦੇਖੋ ਜਿਹੜੀ ਇਹਦੀ ਪਹਿਲਾ ਚੈਪਟਰ ਹੈ ਉਹਦੇ ਜਿਹੜੀ ਜੇ ਧਾਰਾ ਉਹ ਤੋਂ ਜਸਟ ਪਹਿਲਾਂ 3 ਨੰਬਰ ਤੇ ਉਹਨਾਂ ਨੇ ਲਿਖਿਆ ਗਿਆ ਅਜਿਹੇ ਹੋਰ ਸਮਝੌਤੇ ਉੱਪਰ ਦਰਜ ਸਮਝੌਤਿਆਂ ਦਾ ਇੱਕ ਸਮੇਲ ਆਈ ਫਾਰਮ ਤੋਂ ਭਾਵ ਹੈ ਇੰਡੀਅਨ ਪਾਰਟਨਰਸ਼ਿਪ ਐਕਟ 1932 ਦੀ ਧਾਰਾ 4 ਵਿੱਚ ਦਿੱਤੀ ਪਰਿਭਾਸ਼ਾ। ਉਹਦੇ ਚ ਯਾਰ ਇਹਦੇ ਚ ਬਾਰ-ਬਾਰ ਐਗਰੀਮੈਂਟ ਕੀਤਾ ਗਿਆ। ਐਗਰੀਮੈਂਟ ਕਿਹਦੇ ਥੱਲੇ ਹੁੰਦਾ? ਕੰਟਰੈਕਟ ਦੇ ਅੰਡਰ ਹੀ ਹੁੰਦਾ ਜੀ। ਜੀ ਬਲਰਾਜ ਜੀ ਦੇਖੋ ਕਿਤੇ ਕਾਨੂੰਨ ਦੇ ਵਿੱਚ ਜਗਦੀਸ਼ ਜੀ ਜਦੋਂ ਕੋਈ ਪੱਕੀ ਧਾਰਾ, ਹੁਣ ਧਾਰਾ 8 ਮੈਂ ਇਹਨਾਂ ਨੂੰ ਮੈਂਸ਼ਨ ਕਰਦਾ, ਜੇ ਇਹਦੇ ਵਿਰੋਧ ਵਿੱਚ ਕੋਈ ਕੁਛ ਕਰ ਸਕਦਾ ਹੋਵੇ ਤੇ ਕਿਤੇ ਕੋਈ ਐਸੀ ਧਾਰਾ ਪਾਈ ਹੋਏਗੀ ਕਿ ਨਾਟ ਵਿਦ ਸਟੈਂਡਿੰਗ ਕਲੌਜ਼ 8 ਆਫ ਦਿਸ ਐਕਟ, ਇਹਨਾਂ ਕੰਡੀਸ਼ਨਾਂ ਵਿੱਚ ਤੁਸੀਂ ਕੁਛ ਹੋਰ ਕਰ ਸਕਦੇ ਹੋ। ਅਦਰਵਾਈਜ਼ ਇਹ ਧਾਰਾ ਓਵਰ ਰੂਲ ਨਹੀਂ ਹੋਏਗੀ। ਕਾਨੂੰਨ ਦੇ ਵਿੱਚ ਐ ਨਹੀਂ ਹੈ ਵੀ ਇਹ ਸਾਰੀਆਂ ਧਾਰਾਵਾਂ ਇੱਕ ਦੂਜੇ ਦੇ ਵਿਰੋਧੀ ਹੋਣ। ਜੇ ਕਿਸੇ ਨੂੰ ਓਵਰ ਰੂਲ ਕਰਨਾ ਤੇ ਨਾਟ ਵਿਦ ਸਟੈਂਡਿੰਗ ਦੈਟ ਕਲੌਜ਼, ਫਿਰ ਇਹਨਾਂ ਹਾਲਤਾਂ ਵਿੱਚ ਆਹ ਹੋ ਸਕਦਾ, ਲਿਖਿਆ ਹੋਣਾ ਚਾਹੀਦਾ। ਮੈਂ ਟਵਾਣਾ ਸਾਹਿਬ ਨੂੰ ਸੁਜੈਸਟ ਕਰਦਾ ਵੀ ਇਹ ਦੁਬਾਰਾ ਪੜ੍ਹ ਲੈਣ। ਇੱਦਾਂ ਦੀ ਇਹਨਾਂ ਨੂੰ ਕੋਈ ਕਲੌਜ਼ ਨਹੀਂ ਲੱਭੇਗੀ। ਇਹ ਜਿਹੜੀ ਕਲੌਜ਼ 8 ਆ ਇਹਦਾ ਜਿਹੜਾ ਇਹ ਹਿੱਸਾ ਆ ਬਹੁਤ ਕਲੀਅਰ ਆ ਵੀ ਨਾ ਲੈਂਡ ਟਰਾਂਸਫਰ ਹੋ ਸਕਦੀ ਆ, ਨਾ ਇਹਦੇ ਤੇ ਕੋਈ ਸਮਝੌਤਾ ਹੋ ਸਕਦਾ, ਨਾ ਸੇਲ ਹੋ ਸਕਦੀ, ਨਾ ਲੀਜ਼ ਹੋ ਸਕਦੀ, ਨਾ ਮੌਰਗੇਜ ਹੋ ਸਕਦੀ ਆ। ਬੀ ਦੇ ਵਿੱਚ ਹੋਰ ਬੜੀ ਸਖਤ ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿਸਾਨ ਦੀ ਜ਼ਮੀਨ ਬਾਰੇ। ਬੀ ਦੇ ਵਿੱਚ 2 ਪੈਰੇ ਆ, ਮੈਂ ਸਾਰੇ ਨਹੀਂ ਪੜਾਂਗਾ। ਉਹਦੇ ਵਿੱਚ ਇਹ ਆ ਵੀ ਕਿਸਾਨ ਦੀ ਜ਼ਮੀਨ ਤੇ ਕੋਈ ਪਰਮਾਨੈਂਟ ਸਟਰਕਚਰ ਨਹੀਂ ਕੰਪਨੀ ਬਣਾ ਸਕਦੀ। ਕਿਸਾਨ ਦੀ ਜ਼ਮੀਨ ਨੂੰ ਮੋਡੀਫਾਈ ਨਹੀਂ ਕੰਪਨੀ ਕਰ ਸਕਦੀ। ਅਗਰ ਕਿਸੇ ਪਰਮਾਨੈਂਟ ਸਟਰਕਚਰ ਦੀ ਲੋੜ ਪਵੇ, ਫੋਰ ਐਗਜ਼ਾਮਪਲ ਮੈਂ ਕੰਪਨੀ ਆ, ਤੁਸੀਂ ਕਿਸਾਨ ਆ, ਜਾਂ ਤੁਸੀਂ ਕਿਸਾਨ ਆ ਮੈਂ ਕੰਪਨੀ ਆ, ਆਪਾਂ ਟਮਾਟਰਾਂ ਦਾ ਸਮਝੌਤਾ ਕਰ ਲਿਆ ਤੇ ਮੈਂ ਐਜ਼ ਏ ਕੰਪਨੀ ਕਹਿੰਦਾ ਜੀ ਸਾਨੂੰ ਸ਼ੈੱਡ ਬਣਾਉਣਾ ਪਏਗਾ, ਟਮਾਟਰਾਂ ਦੀ ਗ੍ਰੇਡਿੰਗ ਤੋਂ ਬਾਅਦ ਪੈਕਿੰਗ ਕਰਕੇ ਅਸੀਂ ਪਿਕ ਕਰਾਂਗੇ, ਤੇ ਉਸ ਸਟਰਕਚਰ ਦੇ ਪੈਸੇ ਕੰਪਨੀ ਦੇਗੀ ਤੇ ਕੰਟਰੈਕਟ ਖਤਮ ਹੋਣ ਤੋਂ ਬਾਅਦ ਉਹ ਸਟਰਕਚਰ ਕੰਪਨੀ ਨੂੰ ਆਪਣੀ ਕਾਸਟ ਤੇ ਰਿਮੂਵ ਕਰਨਾ ਪਏਗਾ। ਅਗਰ ਉਹ ਸਟਰਕਚਰ ਆਪਣੀ ਕਾਸਟ ਤੇ ਰਿਮੂਵ ਕੰਪਨੀ ਨਹੀਂ ਕਰਦੀ ਤੇ ਉਹ ਸਟਰਕਚਰ ਆਟੋਮੈਟਿਕਲੀ ਮੁਫਤ ਵਿੱਚ ਕਿਸਾਨ ਦਾ ਹੋ ਜਾਏਗਾ, ਉਹ ਕਿਸਾਨ ਤੋਂ ਪੈਸੇ ਨਹੀਂ ਲੈ ਸਕਣਗੇ। ਇਹ 8B ਜਿਹੜੀ ਆ ਉਹਨੂੰ ਟਵਾਣਾ ਸਾਹਿਬ ਪੜ੍ਹ ਲੈਣ। ਜੇ ਕਹੋ ਤਾਂ ਮੈਂ ਸਾਰੀ ਪੜ੍ਹ ਦਿੰਦਾ, ਥੋੜੀ ਲੰਬੀ ਆ, ਮੈਂ ਤਾਂ ਗੱਲ ਲੰਬੀ। ਇੱਕ ਮਿੰਟ ਇਹਦੇ ਤੇ ਕੁਇਕਲੀ ਵਿਚਾਰ ਲੈ ਲਈ ਟਵਾਣਾ ਸਾਹਿਬ। ਜੀ ਟਵਾਣਾ ਸਾਹਿਬ ਦੇਖੋ, ਜਦੋਂ ਪਹਿਲੀ ਗੱਲ ਤਾਂ ਇਹ ਹੈ ਜਿਵੇਂ ਪਹਿਲਾਂ ਕਿਹਾ ਉਹਨਾਂ ਨੇ, ਜਦੋਂ ਐਗਰੀਮੈਂਟ ਹੁੰਦਾ ਐਗਰੀਮੈਂਟ ਦੇ ਅੰਡਰ ਹੀ ਹੁੰਦਾ, ਤੇ ਮੈਂ ਉਹ ਕਿਹਾ ਪਾਰਟਨਰਸ਼ਿਪ ਐਕਟ ਇਹਦੇ ਵਿੱਚ ਮੈਂਸ਼ਨ ਕੀਤਾ ਵਾ, ਇਹਦਾ ਡਿਫੈਂਸ ਆਫ ਓਪੀਨੀਅਨ ਹੋ ਸਕਦਾ। ਦੂਜੀ ਗੱਲ ਇਹ ਕਿ ਕਿਸਾਨਾਂ ਦੀ ਜ਼ਮੀਨ ਜਾਂ ਜਗ੍ਹਾ ਤੇ ਸਥਾਈ ਢਾਂਚਾ ਨਹੀਂ ਉਸਾਰਿਆ ਜਾ ਸਕਦਾ। ਸਥਾਈ ਢਾਂਚੇ ਦੀ ਡੈਫੀਨੇਸ਼ਨ ਆਪਣੇ ਆਪ 'ਚ ਕੀ ਹੈ? ਤੁਸੀਂ ਕੋਈ ਬਿਲਡਿੰਗ ਨਹੀਂ ਬਣਾ ਸਕਦੇ ਜਿਹੜੀ ਪੱਕੇ ਤੌਰ ਤੇ ਹੋਵੇ ਜੀ, ਠੀਕ ਹੈ ਨਾ ਜੀ, ਉਹ ਸਾਰੀ ਦੀ ਗੱਲ ਹੈ। ਤੇ ਜਿਹੜੀ ਤੁਸੀਂ ਇਹ ਗੱਲ ਕਹਿੰਦੇ ਹੋ ਇਹਦੇ 'ਚ ਇਹ ਤਾਂ ਨਹੀਂ ਨਿਕਲਦਾ ਕਿ ਸਥਾਈ ਜਿਹੜੀ ਉਸਾਰੀ ਹੈ ਜੇ ਉਹ ਐਗਰੀ ਕਰਦਾ ਐਗਰੀਮੈਂਟ ਦੇ ਵਿੱਚ, ਤੇ ਸਥਾਈ ਤੋਂ ਬਿਨਾਂ ਹੋਰ ਕਿੰਨਾ ਕੁਛ ਹੁੰਦਾ ਖੇਤੀ 'ਚ ਜੀ, ਹੈ ਨਾ ਜੀ, ਬਹੁਤ ਕੁਛ ਹੋਰ ਹੁੰਦਾ। ਇਹ ਜਿਹਾ ਢਾਂਚਾ ਜੇ ਹਟਾਉਣਾ ਜਾਂ ਹੋਰ ਹੈ ਜੇ ਐਗਰੀਮੈਂਟ ਦੇ ਵਿੱਚ ਸਥਿਤੀ ਬਹਾਲ ਮਤਲਬ ਕਰੇਗਾ, ਜੇ ਉਹ ਨਹੀਂ ਕਰਦਾ ਉਹ ਕਿਸਾਨ ਦਾ ਹੋ ਜਾਵੇਗਾ। ਜੇ ਤੁਸੀਂ ਹੁਣ ਉਹ ਐਗਰੀਮੈਂਟ ਹੀ 25 ਸਾਲ 20 ਸਾਲ ਜਾਂ 5 ਸਾਲ ਦਾ ਕਰਿਆ, ਬਹੁਤ ਸਾਰੇ ਹੁਣ ਵੀ ਕਰਦੇ ਆ 3-4 ਸਾਲ ਦੀ ਜਿਹੜੀ ਗੰਨੇ ਦੀ ਖੇਤੀ ਆ, ਹੁਣ ਵੀ ਉਹ ਠੇਕੇ ਤੇ ਲੈਂਦੇ ਆ ਜੀ, ਉਹ ਉੱਥੇ ਤੱਕ ਕਹਿੰਦੇ ਆ। ਸੋ ਇਹਦੇ ਚ ਬਹੁਤ ਸਾਰਾ ਸਕੋਪ ਹੈ ਕਿਸੇ ਕੰਪਨੀ ਲਈ ਕਈ ਕੁਛ ਕਰਨ ਦਾ, ਜਿਹਦੇ ਤੋਂ ਬਾਅਦ ਕਿਸਾਨ ਦੇ ਉਹਦੇ ਜਿਹੜਾ ਕਿਸੇ ਕੰਮ ਦਾ ਨਹੀਂ ਹੋਊਗਾ ਉਹ। ਜੀ ਬਲਰਾਜ ਜੀ। ਨਹੀਂ ਜੀ, ਮੇਰਾ ਮਤਲਬ ਐਵੇਂ ਅੰਦਾਜ਼ੇ ਲਾਈ ਜਾ ਰਹੇ ਆ। ਮੈਂ ਤੁਹਾਨੂੰ ਸਪੈਸੀਫਿਕ ਵਰਡਿੰਗ ਦੱਸ ਰਿਹਾ, ਇਹ ਅੰਦਾਜ਼ੇ ਲਾਈ ਜਾ ਰਹੇ ਆ ਵੀ ਇਹ ਕੰਟਰੈਕਟ ਹੁੰਦਾ ਤੇ ਕੰਟਰੈਕਟ ਅੰਦਰ ਆਹ ਹੋ ਜਾਂਦਾ ਤੇ ਆਹ ਹੋ ਜਾਂਦਾ। ਇਟਸ ਨਾਟ ਪੋਸੀਬਲ। ਹੁਣ ਇਹਨਾਂ ਨੇ ਗੱਲ ਰੇਜ਼ ਕੀਤੀ ਆ ਐਗਰੀਮੈਂਟ ਦੇ ਸਮੇਂ ਦੀ, ਜਿਹੜੀ ਕਲੌਜ਼ 3.3 ਆ ਉਹਦੇ ਤੇ ਬੜਾ ਸਪੈਸੀਫਿਕਲੀ ਲਿਖਿਆ ਆ, ਦਾ ਮਿਨੀਮਮ ਪੀਰੀਅਡ ਆਫ ਫਾਰਮਿੰਗ ਐਗਰੀਮੈਂਟ ਸ਼ੈਲ ਬੀ ਫॉर 1 crop ਸੀਜ਼ਨ ਔਰ 1 ਪ੍ਰੋਡਕਸ਼ਨ ਆਫ ਸਾਈਕਲ ਆਫ ਲਾਈਫ ਸਟਾਕ। ਜੇ ਤੁਸੀਂ ਕੋਈ ਕੱਟਾ ਬੱਚਾ ਪਾਲਦੇ ਹੋ ਜਾਂ ਤੁਸੀਂ ਕੁਕੜੀਆਂ ਪਾਲਦੇ ਹੋ ਤੇ ਤੁਹਾਡਾ ਉਹ ਇੱਕ ਲਾਈਫ ਸਟਾਈਲ ਜਿਹੜਾ ਉਹਦਾ ਸਮਝੌਤਾ ਹੋਏਗਾ। ਜੇ ਫਸਲ ਆ ਤਾਂ ਉਹਦਾ ਇੱਕ ਫਸਲ ਦਾ ਸਾਈਕਲ ਦਾ ਸਮਝੌਤਾ ਹੋਏਗਾ ਘੱਟੋ ਘੱਟ, ਤੇ ਵੱਧ ਤੋਂ ਵੱਧ 5 ਸਾਲ ਦਾ ਹੋ ਸਕਦਾ ਜੀ। ਤੇ ਜੇ ਤੁਸੀਂ 5 ਸਾਲ ਤੋਂ ਵੱਧ ਸਮਝੌਤਾ ਕਰਨਾ ਤੇ ਉਹਦੇ ਵਿੱਚ ਸਪੈਸੀਫਿਕਲੀ ਹੈ ਵੀ ਉਹ ਫਿਰ ਦੋਵਾਂ ਪਾਰਟੀਆਂ ਨੂੰ ਐਕਸਟੈਂਸਿਵ ਸਮਝੌਤਾ ਕਰਕੇ 5 ਸਾਲ ਤੋਂ ਵੱਧ ਹੋ ਸਕਦਾ। ਕੋਈ ਤੁਸੀਂ ਅੰਬਾਂ ਦਾ ਬਾਗ ਲਾਓ ਤੇ ਉਹਨੂੰ 10 ਸਾਲ ਅੰਬ ਲੱਗਣੇ ਹੋਣ ਤੇ ਤੁਸੀਂ ਉਹਦੇ ਤੇ ਕਿਹੜੀਆਂ ਕੰਡੀਸ਼ਨਾਂ ਸੈੱਟ ਕਰਨੀਆਂ ਵੀ ਹਰ ਸਾਲ ਕੀਮਤ ਕਿੰਨੀ ਵਧੇਗੀ ਵਗੈਰਾ ਵਗੈਰਾ। ਔਰ ਨਾਲ ਸਰਕਾਰ ਨੇ ਇਹ ਵੀ ਕਿਹਾ ਕਿ ਸਰਕਾਰ ਇਸ ਸਮਝੌਤੇ ਦਾ ਫਰੇਮਵਰਕ ਵੀ ਮੁਹੱਈਆ ਕਰਾਏਗੀ, ਜਾਣੀ ਲੈਂਗੁਏਜ ਵੀ ਸਰਕਾਰ ਮੁਹੱਈਆ ਕਰਾਏਗੀ। ਪਰ ਅਦਰਵਾਈਜ਼ 3.3 ਵਿੱਚ ਘੱਟੋ ਘੱਟ ਕੰਟਰੈਕਟ ਜਿਹੜਾ ਆ ਉਹ ਇੱਕ ਫਸਲੀ ਜਾਂ ਇੱਕ ਲਾਈਫ ਸਟਾਕ ਦੇ ਸਾਈਕਲ ਦਾ ਆ ਤੇ ਵੱਧ ਤੋਂ ਵੱਧ 5 ਸਾਲ ਦਾ ਆ।
ਜੀ ਜੀ ਡਾਕਟਰ ਸਾਹਿਬ, ਐਗਰੀਮੈਂਟ ਨੂੰ ਲੈ ਕੇ ਕਾਫੀ ਚਰਚਾ ਚੱਲਦੀ ਰਹਿੰਦੀ ਹੈ ਕਿ ਐਗਰੀਮੈਂਟ ਕਿੰਨੇ ਸਮੇਂ ਦਾ ਜਿਹੜਾ ਸਮਾਂ ਆ, ਟਾਈਮ ਦੀ ਟਰਮਸ ਜਿਹੜੀਆਂ ਜੀ। ਮੈਂ ਉਹੀ ਕਹਿ ਰਿਹਾ ਕਿ ਵੱਧ ਤੋਂ ਵੱਧ 5 ਸਾਲ ਲਿਖਿਆ, ਲੇਕਿਨ ਉਹਦੇ 'ਚ ਇੱਕ ਰਿਲੈਕਸੇਸ਼ਨ ਦੇਤੀ ਕਿ ਸਰਕਾਰ ਪ੍ਰੋਵਾਈਡ ਕਰਾਊਗੀ ਤੇ ਸਰਕਾਰ ਜਿਹੜੀ ਹੁਣ ਨਹੀਂ ਗੱਲ ਸੁਣ ਰਹੀ ਕਿਸਾਨਾਂ ਦੀ, ਫਿਰ ਉਹ ਸੁਣੂਗੀ। ਜਿਹੜਾ ਐਗਰੀਮੈਂਟ ਹੋਊਗਾ ਉਹ ਤਾਂ ਕਾਰਪੋਰੇਟ ਵੱਲੋਂ ਹੀ ਹੋਊਗਾ ਨਾ, ਉਹਨਾਂ ਦੇ ਇਨਫਲੂਐਂਸ ਥੱਲੇ ਹੀ ਹੋਊਗਾ। ਇਸੇ ਲਈ ਮੈਂ ਕਹਿੰਦਾ 5 ਸਾਲ ਤੋਂ ਵੱਧ ਵਾਲਾ ਫਿਰ ਉਹ ਸਟਰਕਚਰ ਦੀ ਗੱਲ ਉਹਦੇ ਵਿੱਚ ਆਪਣੇ ਆਪ ਹੀ ਆ ਜਾਂਦੀ ਹੈ। ਜੇ ਤੁਸੀਂ 25 ਸਾਲ ਦਾ ਸਮਝੌਤਾ ਕਰੋਗੇ, 25 ਸਾਲ ਦੇ ਵਿੱਚ ਐਗਰੀਮੈਂਟ ਸਰਕਾਰ ਸਪਾਂਸਰ ਨੂੰ ਕਰਵਾ ਦੇਵੇ, ਕੰਪਨੀ ਨੂੰ। ਇਹ ਕੰਪਨੀ ਦੇ ਨਾਲ ਜੇ 5 ਏਕੜ ਵਾਲਾ ਕੋਈ ਬੰਦਾ ਅੱਜ ਹੋਵੇ, ਜਿਨ੍ਹਾਂ ਕੋਲ ਵੈਲ ਟ੍ਰੇਨਡ ਵਕੀਲ ਹੋਣ, ਪੂਰੀ ਬੈਟਰੀ ਆ ਵਕੀਲ ਹੋਵੇ, ਸਾਰਾ ਕੁਝ ਹੋਵੇ, ਉਹ ਸਮਝੌਤਾ ਸਰਕਾਰ ਕਰਾਊਗੀ। ਤੇ ਸਰਕਾਰ ਜਿਹੜੀ ਹੈ ਸਪਾਂਸਰ ਦੀ ਸਹਿਮਤੀ ਨਾਲ ਤੇ ਕਿਸਾਨ ਦੀ ਸਹਿਮਤੀ ਨਾਲ ਉਹਦੇ 'ਚ ਆਪਾਂ ਕਰ ਸਕਦੇ ਹਾਂ ਕਿ ਕਿੰਨੀ ਕੁ ਕੈਪੈਸਿਟੀ ਹੈ ਕਿਸਾਨਾਂ ਦੀ, ਕਿਸੇ ਕਿਸਾਨ ਦੀ ਇਸ ਦੇ ਬਾਰੇ 'ਚ ਡੈਲੀਬਰੇਟ ਕਰਨ ਦੀ। ਜੀ ਬਲਰਾਜ ਜੀ, ਇਹ ਖਾਸਾ ਬੜਾ ਵੱਡਾ ਪਾਇਆ ਜਾਂਦਾ ਹੈ ਕਿ ਕਿਸਾਨ ਦੇ ਪਾਸ ਇਹਦੀ ਟੀਮ। ਬਿਲਕੁਲ ਗਲਤ ਆ ਡਾਕਟਰ ਸਾਹਿਬ, ਜੰਪ ਕਰੀ ਜਾਂਦੇ ਆ ਬਿਨਾਂ ਮਤਲਬ। ਉੱਥੇ ਕਿਤੇ 25 ਸਾਲ ਲਈ ਲਿਖਿਆ ਆ, ਘੱਟੋ ਘੱਟ ਇੱਕ ਫਸਲੀ ਸਾਈਕਲ ਤੇ 5 ਸਾਲ। ਜਦੋਂ ਆਪਾਂ ਕਹਿੰਦੇ 5 ਸਾਲ ਤੋਂ ਵੱਧ ਦਾ ਹੋ ਸਕਦਾ, ਉਹਦੇ ਵਿੱਚ ਪ੍ਰੋਵੀਜ਼ਨ ਹੈਗੀ ਆ ਖੇਤੀ ਦੀ ਵੱਧ ਤੋਂ 5 ਸਾਲ ਦੀ ਮਿਆਦ ਕਿਸਾਨ ਤੇ ਸਹਿਮਤੀ ਨਾਲ ਹੋ ਸਕਦੀ ਹੈ। ਜੇ ਫਸਲ ਅਲਾਓ ਕਰਨੀ ਹੋਵੇ, ਵਿੱਚ ਹੀ ਲਿਖਿਆ ਵਾ, ਉੱਥੇ ਹੀ ਲਿਖਿਆ ਵਾ। ਤੁਸੀਂ ਬੋਲ ਲਓ ਪਹਿਲਾਂ, ਫਿਰ ਮੈਂ ਤਾਂ ਬਾਅਦ ਚ ਬੋਲਾਂਗਾ। ਮੈਂ ਤੁਸੀਂ ਚੁੱਪ ਹੋਵੇ ਤਾਂ ਮੈਂ ਕਰ ਲਓ। ਮੈਂ ਤਾਂ ਸਿਰਫ ਇਹ ਕਹਿੰਦਾ ਵੀ ਉਹਦੇ ਚ ਮੈਂ ਵੀ ਪੜਿਆ ਵੀ ਉਹਦੇ ਚ ਲਿਖਿਆ ਵਾ। ਨਹੀਂ, ਮੈਨੂੰ ਫਿਰ ਉਹ ਮੱਧ ਦੱਸ ਦਿਓ, ਆਪਾਂ ਉਹ ਪੜ੍ਹ ਲੈਂਦੇ ਹਾਂ। ਮੈਂ ਤਾਂ ਜਗਦੀਸ਼ ਜੀ, ਮੈਂ ਏਦਾਂ ਬਹਿਸ ਕਰ ਰਿਹਾ। 3 ਦੇ ਅੰਦਰ ਇਹ ਚੱਕਰ ਲੰਬਾ ਹੁੰਦਾ, 5 ਸਾਲ ਤੋਂ ਵੱਧ ਦਾ ਵੀ ਹੋ ਸਕਦਾ। ਉਹ ਚੱਕਰ ਸੌਰੀ ਉਹ ਫਸਲ ਦਾ ਚੱਕਰ। ਤੁਸੀਂ ਇਹ ਨਹੀਂ ਕਹੋਗੇ ਵੀ ਕਣਕ ਪੈਦਾ ਕਰਨੀ ਆ ਤਾਂ ਚੱਕਰ ਬੜਾ ਲੰਬਾ ਤੇ 30 ਸਾਲ ਦਾ ਸਮਝੌਤਾ ਕਰ ਲਓ। ਕਣਕ ਲਈ 30 ਸਾਲ ਦਾ ਨਹੀਂ ਹੋਏਗਾ, ਕਣਕ ਲਈ ਮੈਕਸਿਮਮ 3 ਸਾਲ ਦਾ ਹੋਏਗਾ। ਕੋਈ ਫਸਲ 5 ਸਾਲ ਤੋਂ ਵੱਧ ਦੀ ਹੁੰਦੀ ਹੈ ਤੇ ਫਿਰ ਬਾਗ ਪੱਕੇ ਤੌਰ ਤੇ ਲੱਗ ਗਿਆ ਨਾ। ਦੇਖੋ ਜੀ, ਫਿਰ ਕੰਪਨੀ ਦਾ ਤੇ ਕਿਸਾਨ ਦਾ ਨਹੀਂ ਕਿਸੇ ਉਹਦੇ ਤੇ ਜਾਂਦਾ ਨਾ ਕੁਛ, ਜਿਹੜਾ ਤੁਸੀਂ ਕਹਿੰਦੇ। ਜੇ ਫਸਲੀ ਚੱਕਰ ਵੱਡਾ ਹੋਏਗਾ ਤੇ ਸਮਝੌਤਾ ਵੀ ਵੱਡਾ ਹੋਏਗਾ। ਸਰਕਾਰ ਨੇ ਸਮਝੌਤਾ ਤੁਹਾਡਾ ਨਹੀਂ ਕਰਾਉਣਾ, ਸਰਕਾਰ ਨੇ ਲੀਗਲ ਲੈਂਗੁਏਜ ਮੁਹੱਈਆ ਕਰਾਉਣੀ ਆ, ਜਿਹਨੂੰ ਤੁਸੀਂ ਫਿਲ ਇਨ ਦਾ ਬਲੈਂਕ ਕਰਕੇ ਦਸਤਖਤ ਕਰ ਸਕਦੇ ਹੋ। ਇਹਦੇ ਵਿੱਚ ਜਗਦੀਸ਼ ਜੀ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ। ਇਸ ਲਾਅ ਦੇ ਵਿੱਚ ਸਿਰਫ ਫਾਰਮਰ ਦੀ ਪ੍ਰੋਟੈਕਸ਼ਨ ਨਹੀਂ ਹੈ। ਮੈਂ ਹੈਰਾਨ ਰਹਿ ਗਿਆ ਇਹਨੂੰ ਪੜ੍ਹ ਕੇ। ਇਸ ਲਾਅ ਦੇ ਵਿੱਚ ਮੁਜ਼ਾਹਰੇ ਦੀ ਪ੍ਰੋਟੈਕਸ਼ਨ ਵੀ ਹੈਗੀ ਆ। ਬਹੁਤ ਸਾਰੇ ਲੋਕਾਂ ਨੇ ਜ਼ਮੀਨ ਦਿੱਤੀ ਹੁੰਦੀ ਆ, ਜਿਹਨੂੰ ਆਪਾਂ ਟਿਲਰ ਕਹਿ ਦਿੰਦੇ ਆ, ਵੀ ਉਹ ਟਿਲ ਉਹ ਕਰਦਾ ਜਾਂ ਹਲਵਾਕ ਉਹ ਆ ਤੇ ਜ਼ਮੀਨ ਦਾ ਮਾਲਕ ਤੁਸੀਂ ਆ ਜਾਂ ਮੈਂ ਆ ਜਾਂ ਕੋਈ ਹੋਰ ਆ। ਮੁਜ਼ਾਹਰੇ ਦੀ ਪ੍ਰੋਟੈਕਸ਼ਨ ਵਾਸਤੇ ਇਹਦੇ ਚੈਪਟਰ 2 ਦੀ ਮੱਧ 2 ਦੇ ਵਿੱਚ ਲਿਖਿਆ ਆ, no farming agreement shall be entered into by a farmer under this section in derogation of any right of sharecropper। ਫਿਰ ਉਹਦੀ ਐਕਸਪਲੇਨੇਸ਼ਨ ਦਿੱਤੀ ਉਹ ਵੀ sharecropper ਕੀ ਹੁੰਦਾ। ਜੇ ਕਿਸੇ ਨੇ ਜ਼ਮੀਨ ਦਿੱਤੀ ਹੋ ਆ ਕਿਸੇ ਮੁਜ਼ਾਹਰੇ ਨੂੰ ਵਾਹੁਣ ਵਾਸਤੇ ਵੀ ਤੈਨੂੰ ਤੀਜਾ ਚੌਥਾ ਹਿੱਸਾ ਮਿਲੇਗਾ, ਤੇ ਉਹ ਕਾਰਪੋਰੇਸ਼ਨ ਨਾਲ ਐਗਰੀਮੈਂਟ ਹੀ ਨਹੀਂ ਕਰ ਸਕਦਾ। ਸੋ ਇਹਦੇ ਵਿੱਚ ਤਾਂ ਮੁਜ਼ਾਹਰੇ ਦੀ ਵੀ ਪ੍ਰੋਟੈਕਸ਼ਨ ਆ। ਆਪਾਂ ਫਾਰਮਰ ਦੀ ਪ੍ਰੋਟੈਕਸ਼ਨ ਦੀ ਗੱਲ ਕਰਦੇ ਹਾਂ। ਇੱਕ ਮੈਂ ਤੁਹਾਨੂੰ ਹੋਰ ਮੈਂਸ਼ਨ ਕਰ ਦੇਵਾਂ, ਕਿਉਂਕਿ ਬਾਅਦ ਵਿੱਚ ਡਾਕਟਰ ਸਾਹਿਬ ਦੀਆਂ ਗੱਲਾਂ ਸੁਣੀ ਜਾਵਾਂਗੇ, ਜਿੰਨੀਆਂ ਵੀ ਸੁਣਾਉਣਗੇ। ਇਹਦੀ ਜਿਹੜੀ ਮੱਧ 15 ਆ ਜੀ, ਉਹਦੇ ਵਿੱਚ 2 ਚੈਪਟਰ ਦੀ ਇੱਕ ਮੱਧ 15 ਆ ਜਗਦੀਸ਼ ਜੀ। ਉਹਦੇ ਵਿੱਚ ਪਹਿਲੀਆਂ ਜਿਹੜੀਆਂ ਮੱਦਾਂ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਵੀ ਜੇ ਡਿਸਪਿਊਟ ਹੋਵੇ ਕਿਵੇਂ ਹੱਲ ਕਰਨਾ। ਉਹਦੇ ਤੇ ਕਈ ਖਦਸ਼ੇ ਲੋਕਾਂ ਨੂੰ ਹੋ ਸਕਦੇ ਆ, ਪਰ ਉਹਦਾ ਜਿਹੜਾ ਸਿਰਾ ਲਾਤਾ ਉਹਨਾਂ ਨੇ ਕਿਸਾਨ ਦੇ ਬਚਾਅ ਲਈ। ਮੱਧ 15 ਕਹਿੰਦੀ ਆ, ਨਾਟ ਵਿਦ ਸਟੈਂਡਿੰਗ ਐਨੀਥਿੰਗ ਕੰਟੇਨਡ ਇਨ ਸੈਕਸ਼ਨ 14। ਸੈਕਸ਼ਨ 14 ਹੈਗਾ ਡਿਸਪਿਊਟ ਰੈਜ਼ੋਲੂਸ਼ਨ। No action for recovery of any amount due in the pursuance of any order passed under the section shall be initiated against the agricultural land of the farmer। ਮੇਰੀ ਨਿਗਾਹ ਥੋੜੀ ਘੱਟ ਆ ਤੇ ਦੂਰੋਂ ਮੈਨੂੰ ਕੰਪਿਊਟਰ ਤੇ ਪੜ੍ਹਨਾ ਪੈ ਰਿਹਾ। ਇਹਦਾ ਮਤਲਬ ਇਹ ਆ ਵੀ ਅਗਰ ਜਿਹੜਾ ਡਿਸਪਿਊਟ ਰੈਜ਼ੋਲੂਸ਼ਨ ਆ ਉਹਦੇ ਵਿੱਚ ਕਿਸਾਨ ਦੇ ਅਗੇਂਸਟ ਫੈਸਲਾ ਚਲਾਇਆ ਜਾਵੇ ਤੇ ਉਪਰੋਕਤ ਮੱਦਾਂ ਦਾ ਜਿਹੜਾ ਫੈਸਲਾ ਆ ਉਹ 15 ਮੱਦ ਦੇ ਅੰਡਰ ਕਿਸਾਨ ਦੀ ਜ਼ਮੀਨ ਦੇ ਅਗੇਂਸਟ ਨਹੀਂ ਜਾ ਸਕਦਾ। ਤੁਸੀਂ ਐਜ਼ ਏ ਕਾਰਪੋਰੇਸ਼ਨ ਮੇਰੇ ਵੱਲ 5 ਲੱਖ ਰੁਪਈਆ ਕੱਢ ਦਿੱਤਾ, ਤੁਸੀਂ ਉਹ 5 ਲੱਖ ਰੁਪਈਆ ਮੇਰੀ ਜ਼ਮੀਨ ਦੇ ਉੱਤੇ ਨਹੀਂ ਪਾ ਸਕਦੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਇਸ ਮੱਦ ਦੇ ਬਾਰੇ ਚ? ਦੇਖੋ, ਜਿਹੜੀ ਤਾਂ ਪਹਿਲੀ ਗੱਲ ਹੈ ਸ਼ੇਅਰ ਕ੍ਰਾਪਰ ਦੀ,
ਪੰਜਾਬ ਦੇ ਵਿੱਚ ਬੇਅੰਤ ਸਿੰਘ ਗਵਰਨਮੈਂਟ ਵੇਲੇ 1993 ਚ ਇਹ ਪਾਸ ਕਰਤਾ ਵੀ ਜਿਹੜਾ ਬੰਦਾ ਠੇਕੇ ਤੇ ਜ਼ਮੀਨ ਲੈਂਦਾ ਨਾ, ਜਿਹੜੀ ਲੈਂਡ ਰਿਕਾਰਡ ਹੈ ਉਹਦੇ ਚ ਜਿਹੜਾ ਠੇਕੇ ਤੇ ਜ਼ਮੀਨ ਵਾਹੁੰਦਾ ਉਹਦਾ ਨਾਂ ਨਹੀਂ ਚੜ੍ਹਦਾ, ਮਾਲਕ ਦਾ ਚੜ੍ਹਦਾ ਪੰਜਾਬ ਚ ਅੱਜ ਵੀ। ਜਿਹੜਾ ਵੀ ਠੇਕੇ ਤੇ ਜ਼ਮੀਨ ਲੈਂਦਾ, ਜਿਹਨੂੰ ਮੁਜ਼ਾਹਰੇ ਦੀ ਗੱਲ ਕਰਦੇ ਆ, ਮੁਜ਼ਾਹਰੇ ਦਾ ਨਾਂ ਨਹੀਂ ਚੜ੍ਹਦਾ ਉੱਥੇ। ਉਹ ਗਿਰਦਾਵਰੀ ਵੀ ਜਿਹੜੀ ਹੈ ਉਹ ਬੰਦਾ ਜਿਹੜਾ ਮਾਲਕ ਆ ਉਹਦੇ ਨਾਂ ਚੱਲਦੀ ਹੈ ਅੱਜ ਦੀ ਤਰੀਕ ਚ। ਉਹਦੇ ਤੋਂ ਬਾਅਦ ਐਕਟ ਬਦਲ ਗਿਆ, ਪਰ ਇਹ ਜਿਹੜਾ ਕੀਤਾ ਗਿਆ ਉਹ ਇਸ ਕਰਕੇ ਕੀਤਾ ਗਿਆ ਕਿ ਬਹੁਤ ਸਾਰੇ ਸੂਬੇ ਆ ਜਿਵੇਂ ਵੈਸਟ ਬੰਗਾਲ ਹੈ, ਉੱਥੇ ਮੁਜ਼ਾਹਰਿਆਂ ਨੂੰ ਇੱਕ ਪਰਮਾਨੈਂਟ ਨੈਂਸੀ ਐਕਟ ਦੇ ਅੰਡਰ ਇੱਕ ਰਾਈਟ, ਜੇ ਜ਼ਮੀਨ ਅਕਵਾਇਰ ਵੀ ਹੁੰਦੀ ਆ ਉਹਦੇ ਚ ਅੱਜ ਵੀ ਉਹਨਾਂ ਨੂੰ ਹਿੱਸਾ ਮਿਲਦਾ। ਇਹ ਉਸ ਕਰਕੇ ਪਾਇਆ ਗਿਆ ਕਿ ਤੁਹਾਨੂੰ ਐਗਰੀਮੈਂਟ ਫੇਰ ਉਸ ਮੁਜ਼ਾਹਰੇ ਨਾਲ ਕਰਨਾ ਪੈਣਾ ਜੀ। ਉਹ ਵੱਖਰੀਆਂ ਵੱਖਰੀਆਂ ਸਿਚੁਏਸ਼ਨ ਹੈ ਜਿਹੜੀਆਂ ਸਟੇਟਾਂ ਦੀਆਂ। ਸੋ ਇਸ ਕਰਕੇ ਜਿਹੜਾ ਦੂਜੀ ਗੱਲ ਜਿਹੜੀ ਹੋਈ ਹੈ ਕਿ ਕਿਸਾਨ ਦੀ ਜ਼ਮੀਨ ਦੇ ਵਿਰੁੱਧ ਤਾਂ ਇੰਨਾ ਹੀ ਹੈ ਕਿ ਤੁਸੀਂ ਜ਼ਮੀਨ ਨਹੀਂ ਵੇਚ ਸਕਦੇ, ਪਰ ਉਹਦੇ ਚ ਇਹ ਤਾਂ ਨਹੀਂ ਨਾ ਫਿਰ ਤੁਸੀਂ ਉਹਨੂੰ ਅੱਗੇ ਹੋਰ ਕੋਈ ਵੀ ਕੰਪਲਸ਼ਨ ਨਹੀਂ ਕਰ ਸਕਦੇ ਕਿ ਉਹਦੀ ਜ਼ਮੀਨ ਜਿਹੜੀ ਹੈ। ਇਹ ਤਾਂ ਪਹਿਲਾਂ ਵੀ ਹੁੰਦਾ ਸੀਗਾ ਕਿ ਠੀਕ ਹੈ ਤੁਸੀਂ ਜਿੰਨੀ ਪਲੈਜ ਕੀਤੀ ਆ ਉਹੀ ਹੋ ਸਕਦੀ ਹੈ ਨਾ ਜੀ। ਇਹ ਰਿਕਵਰੀ ਵਾਸਤੇ ਜੇ ਕਿਸਾਨ ਦੀ ਜ਼ਮੀਨ ਦੇ ਵਿਰੁੱਧ ਨਹੀਂ ਕਰ ਸਕਦੇ ਤਾਂ ਉਹਦੀ ਜਿਹੜੀ ਬਾਕੀ ਰਿਕਵਰੀ ਲਈ ਤੁਸੀਂ ਉਹਨੂੰ ਇਹ ਤਾਂ ਕੰਪੈਲ ਕਰ ਸਕਦੇ ਹੋ ਵੀ ਇਹ ਜ਼ਮੀਨ ਕੰਪਨੀ ਬਾਹੂਗੀ 2 ਸਾਲ ਲਈ ਜਾਂ ਹੋਰ ਕਰਨੀ, ਉਹ ਤਾਂ ਕਿਤੇ ਬੰਦ ਨਹੀਂ ਹੈ। ਇੱਕ ਸੈਕਿੰਡ ਡਾਕਟਰ ਸਾਹਿਬ, ਪੜਾ ਜੀ ਕੀ ਇਹ ਪੋਸੀਬਲ ਹੈ? ਬਿਲਕੁਲ ਜੀ। ਜਦੋਂ ਮਾਦੀ ਐਡੀ ਕਲੀਅਰ ਆ ਵੀ ਕੋਈ ਵੀ ਕਿਸਾਨ ਦੇ ਖਿਲਾਫ ਗਿਆ ਫੈਸਲਾ ਕਿਸਾਨ ਦੀ ਜ਼ਮੀਨ ਦੇ ਖਿਲਾਫ ਨਹੀਂ ਜਾ ਸਕਦਾ। ਉਹ ਮਾਦੀ ਐਡੀ ਕਲੀਅਰ ਆ ਵੀ ਕਿਸਾਨ ਦੀ ਜ਼ਮੀਨ ਦੇ ਖਿਲਾਫ ਨਾ ਤੁਸੀਂ ਡਾਕਟਰ ਸਾਹਿਬ ਦਾ ਕਹਿਣਾ ਇਹ ਹੈ ਕਿ ਬਲਾ ਜੀ ਕਿ ਜ਼ਮੀਨ ਦੇ ਖਿਲਾਫ ਫੈਸਲਾ ਨਹੀਂ ਗਿਆ, ਪਰ ਕੀ ਕੰਪਨੀ ਉਹਨੂੰ ਆਪਣੀ ਵਸੂਲੀ ਕਰਨ ਦੇ ਲਈ ਕਿਸੇ ਹੋਰ ਢੰਗ ਦੇ ਨਾਲ ਕਿਸਾਨ ਨੂੰ ਕੰਪੈਲ ਕਰ ਸਕਦੀ ਹੈ? ਕੀ ਕਿਸਾਨ ਕੋਲੇ ਇੱਥੇ ਕੋਈ ਰਾਹਤ ਹੈ? ਦੇਖੋ, ਕਿਸਾਨ ਕੋਲ ਜਿਹੜੀ ਰਾਹਤ ਸਭ ਤੋਂ ਵੱਡੀ ਤਾਂ ਇਹ ਆ ਜਗਦੀਸ਼ ਜੀ, ਸਦੀਆਂ ਤੋਂ ਆਪਾਂ ਇਹ ਕਹਿੰਦੇ ਆਏ ਆ ਵੀ ਜਿਹੜੇ ਆੜ੍ਹਤੀਏ ਸੀ ਉਹ ਅੰਗੂਠਾ ਲਵਾ ਲੈਂਦੇ ਸੀ, ਅੰਗੂਠਾ ਲਵਾ ਦਿੰਦੇ ਸੀ, ਮੁੜ ਕੇ ਕਿਸਾਨ ਕੋਲ ਖੂਹ ਹੀ ਰਹਿ ਜਾਂਦਾ ਸੀ, ਜ਼ਮੀਨ ਲੈ ਜਾਂਦੇ ਸੀ ਸਾਰੀ। ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਟੈਕਸ਼ਨ ਆ ਵੀ ਕੋਈ ਵੀ ਕੰਪਨੀ ਕਿਸਾਨ ਦੀ ਜ਼ਮੀਨ ਨੂੰ ਹੱਥ ਨਹੀਂ ਲਾ ਸਕਦੀ। ਇੱਥੋਂ ਤੱਕ ਵੀ ਪੈਸੇ ਵੀ ਕਿਸਾਨ ਵੱਲ ਨਿਕਲਦੇ ਹੁਣ ਤਾਂ ਵੀ ਉਹ ਜ਼ਮੀਨ ਦੇ ਉੱਤੇ ਲੀਨ ਨਹੀਂ ਪਾ ਸਕਦੇ, ਮਜਬੂਰ ਨਹੀਂ ਕਰ ਸਕਦੇ ਵੀ ਤੂੰ ਸਾਨੂੰ ਹੁਣ ਫਸਲ ਪੈਦਾ ਕਰਕੇ ਮੁਫਤ ਦੇ ਜੀ। ਇਦੋਂ ਵੱਡੀ ਪ੍ਰੋਟੈਕਸ਼ਨ ਕੀ ਹੋ ਸਕਦੀ ਆ? ਉਹ ਬਾਕੀ ਤੇ ਉਹਨਾਂ ਨੂੰ ਸਮਝੌਤਾ ਕਰਨਾ ਪਏਗਾ ਵੀ ਬਾਕੀ ਇੱਥੇ ਜਗਦੀਸ਼ ਜੀ ਜਦੋਂ ਬੈਂਕਾਂ ਦੇ ਪੈਸੇ ਡੁੱਬ ਜਾਂਦੇ ਆ, ਮੌਰਗੇਜ ਡੁੱਬ ਜਾਂਦੀਆਂ, ਉਹ ਤੁਹਾਡਾ ਘਰ ਲੈ ਲੈਂਦੀਆਂ, ਫਿਰ ਉਹ ਸਿੱਟਵੇਂ ਹੱਥ ਵੇਚ ਲੈਂਦੀਆਂ ਜਾਂ ਉਹ ਰਾਈਟ ਆਫ ਕਰ ਦਿੰਦੀਆਂ ਵੀ ਸਾਡਾ ਇੰਨਾ ਜਿਹੜਾ ਕੰਮ ਆ ਉਹ ਖਰਾਬ ਹੋ ਗਿਆ, ਉਹ ਕਾਲੇ ਵਿੱਚ ਚਲਾ ਗਿਆ। ਉੱਥੇ ਕਾਲੀ ਲੀਕ ਫੇਰ ਦਿੰਦੇ ਆ। ਤਾਂ ਕੰਪਨੀਆਂ ਵੱਡੀਆਂ ਨੂੰ ਕਾਲੀ ਲੀਕ ਫੇਰਨੀ ਪੈਗੀ, ਪਰ ਕਿਸਾਨ ਦੀ ਜ਼ਮੀਨ ਉਹ ਜ਼ਬਤ ਨਹੀਂ ਕਰ ਸਕਣਗੀਆਂ। ਮੈਂ ਇੱਕੋ ਹੀ ਚੀਜ਼ ਮੈਂਸ਼ਨ ਕਰਕੇ ਖਤਮ ਕਰਾਂਗਾ। ਇਹ ਜਿਹੜੀ ਮੱਧ 6 ਆ ਇਸ ਚੈਪਟਰ 2 ਦੀ, ਉਹਦੇ ਵਿੱਚ 3 ਗੱਲਾਂ ਬੜੀਆਂ ਇੰਪੋਰਟੈਂਟ ਕਿਸਾਨ ਦੇ ਹੱਕ ਵਿੱਚ ਲਿਖੀਆਂ ਆ। ਇੱਕ ਤਾਂ ਇਹ ਆ ਵੀ ਜਿਹੜੀ 3B ਦੇ ਥੱਲੇ ਮੱਧ ਨੰਬਰ 6 ਦੀ 3B ਜਿਹੜੀ ਸਬ ਮੱਧ ਆ ਉਹਦੇ ਥੱਲੇ ਲਿਖਿਆ ਆ ਵੀ ਕਿਸਾਨ ਨੂੰ ਪੂਰੀ ਅਦਾਇਗੀ, ਫੁੱਲ ਪੇਮੈਂਟ ਔਨ ਡਿਲੀਵਰੀ ਕਰਨੀ ਪਏਗੀ। ਜਦੋਂ ਤੁਸੀਂ ਚੀਜ਼ ਫਾਰਮਰ ਤੋਂ ਲੈ ਲਈ ਤੁਹਾਨੂੰ ਪੂਰੀ ਡਿਲੀਵਰੀ ਕਰਨੀ ਪਏਗੀ ਜੀ। 3A ਥੱਲੇ ਲਿਖਿਆ ਆ ਵੀ ਅਗਰ ਕੋਈ ਕਾਰਪੋਰੇਸ਼ਨ ਕਿਸਾਨ ਤੋਂ ਸੀਡ ਪੈਦਾ ਕਰਵਾਵੇ, ਕਿਉਂਕਿ ਬੀਜ ਜਿਹੜਾ ਜ਼ਿਆਦਾ ਇੰਪੋਰਟੈਂਟ ਹੁੰਦਾ, ਉਹਦੀ ਇੰਸਪੈਕਸ਼ਨ ਵੀ ਕਰਨੀ ਪੈਂਦੀ ਹੈ ਇਹ ਬੀਜ ਸਹੀ ਬਣਿਆ ਆ, ਤੇ 2/3 ਉਹਨੂੰ ਡਿਲੀਵਰੀ ਦੇ ਉੱਤੇ ਉਹਦੇ ਪੈਸੇ ਦੇਣੇ ਪੈਣਗੇ, ਤੇ 1/3 ਉਹਨੂੰ ਉਹਦੀ ਇੰਸਪੈਕਸ਼ਨ ਕਰਨ ਤੋਂ ਬਾਅਦ ਦੇਣੇ ਪੈਣਗੇ ਕਿਸਾਨ ਨੂੰ। ਉਹ ਵੀ ਵਿਦਨ 30 ਡੇਜ਼ ਹੋਣੀ ਚਾਹੀਦੀ ਆ ਸੀਡਸ ਦੀ ਹਾਲਤ ਵਿੱਚ। ਅਗਰ ਰੈਗੂਲਰ ਫਸਲ ਆ, ਸਬਜ਼ੀ ਆ, ਦਾਲ ਆ, ਕੋਈ ਕਣਕ ਆ, ਚੌਲ ਆ, ਤੇ ਔਨ ਡਿਲੀਵਰੀ ਕਰਨੀ ਪਏਗੀ। ਮੱਧ 6.2 ਦੇ ਵਿੱਚ ਲਿਖਿਆ ਆ ਵੀ ਜਿਹੜਾ ਬੰਦਾ ਖਰੀਦਦਾਰ ਆ, ਜਿਹੜੀ ਕਾਰਪੋਰੇਸ਼ਨ ਆ, ਜਦੋਂ ਉਹਨੇ ਕਿਸਾਨ ਤੋਂ ਚੀਜ਼ ਲੈਣੀ ਆ ਤੇ ਉਹ ਉਦੋਂ ਹੀ ਇੰਸਪੈਕਟ ਕਰ ਲਵੇ ਵੀ ਇਹ ਮੇਰੇ ਗ੍ਰੇਡ ਦੀ ਆ। ਅਗਰ ਉਹਨੇ ਇੰਸਪੈਕਟ ਨਹੀਂ ਕੀਤੀ, ਉਹ ਬੋਰੀਆਂ ਵਿੱਚ ਟਰੱਕਾਂ 'ਚ ਭਰ ਕੇ ਲੈ ਗਏ ਉੱਥੋਂ, ਇਟ ਵਿਲ ਬੀ ਡੀਮਡ ਇੰਸਪੈਕਟਡ। ਓਕੇ, ਇਹ ਮੰਨ ਲਿਆ ਜਾਏਗਾ ਕਿ ਉਹਨਾਂ ਨੇ ਇੰਸਪੈਕਟ ਕਰ ਲਈ ਆ, ਤੇ ਉਹ ਵਾਪਸ ਆ ਕੇ ਕਹਿ ਨਹੀਂ ਸਕਣਗੇ ਵੀ ਇਹਦੇ ਵਿੱਚ ਫਲਾਨੀ ਕਮੀ ਨਿਕਲੀ ਹੈ। ਈਦਰ ਯੂ ਇੰਸਪੈਕਟ ਔਨ ਰਿਸੀਵ, ਜੇ ਤੁਸੀਂ ਫਾਰਮ ਦੇ ਗੇਟ ਤੇ ਕਰਦੇ ਹੋ ਉੱਥੇ ਕਰ ਲਓ, ਸਟੋਰ ਵਿੱਚ ਕਰਦੇ ਹੋ ਉੱਥੇ ਕਰ ਲਓ, ਮੰਡੀ 'ਚ ਕਰਦੇ ਹੋ ਉੱਥੇ ਕਰ ਲਓ, ਅਦਰਵਾਈਜ਼ ਇਟ ਵਿਲ ਬੀ ਡੀਮਡ ਇੰਸਪੈਕਟਡ। ਇਦੋਂ ਬਾਅਦ ਹੋਰ ਪ੍ਰੋਟੈਕਸ਼ਨ ਨਹੀਂ ਹੈ ਸਰ, ਕਿਸਾਨ ਦੀ ਪ੍ਰੋਟੈਕਸ਼ਨ ਨਹੀਂ ਹੈ। ਦੇਅਰ ਆਰ ਮਤਲਬ ਤੁਸੀਂ ਮੈਂ ਟਿਵਾਣਾ ਜੀ ਨੂੰ ਕਹਾਂਗਾ ਵੀ ਜਿਹੜੀਆਂ ਇਹ ਮੱਦਾਂ ਆ ਇਹਨਾਂ ਨੂੰ ਵੀ ਪੜ੍ਹ ਲਓ, ਫਿਰ ਬੈਲੈਂਸਡ ਕੋਈ ਅਪਰੋਚ ਹੋਵੇ। ਮੈਂ ਨਹੀਂ ਇਹ ਕਹਿ ਰਿਹਾ ਵੀ ਜਿਹੜਾ ਸਮਝੌਤਾ ਹੈ 100% ਕਿਸਾਨਾਂ ਦੇ ਹੱਕ ਵਿੱਚ ਆ, ਮੈਂ ਤਾਂ ਮਾਹਰ ਨਹੀਂ ਆ।
ਜਦੋਂ ਮੈਂ ਬਾਰ-ਬਾਰ ਸੁਣਿਆ ਰੇਡੀਓ ਸਟੇਸ਼ਨਾਂ ਤੇ TV ਸਟੇਸ਼ਨਾਂ ਤੇ ਵੀ ਲੁੱਟੇ ਗਏ, ਮਾਰੇ ਗਏ, ਕਬਜ਼ਾ ਹੋ ਜਾਏਗਾ, ਲੀਜ਼ ਹੋ ਜਾਏਗੀ, ਕਰਜ਼ਾ ਲੈ ਕੇ ਭੱਜ ਜਾਣਗੇ, ਸਾਨੂੰ ਨੰਗ ਕਰ ਜਾਣਗੇ, ਫਿਰ ਮੈਂ ਇਹਨਾਂ ਨੂੰ ਪੜ੍ਹਿਆ। ਇਹਦੇ ਵਿੱਚ ਐਸੀ ਚੀਜ਼ ਜਗਦੀਸ਼ ਜੀ ਕੋਈ ਨਹੀਂ ਨਿਕਲਦੀ, ਸਗੋਂ ਕਿਸਾਨ ਤੇ ਮੁਜ਼ਾਰਿਆਂ ਦੀ ਪ੍ਰੋਟੈਕਸ਼ਨ ਨਿਕਲਦੀ ਇਹਦੇ ਵਿੱਚੋਂ। ਜੀ ਡਾਕਟਰ ਸਾਹਿਬ ਤੁਹਾਡੇ ਕਲੋਜ਼ਿੰਗ ਰਿਮਾਰਕ। ਹਾਂਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਇਹ ਕਹਿੰਦੇ ਅਦਾਇਗੀ ਹੋ ਜਾਏਗੀ, ਹੁਣ ਵੀ ਇੱਕ ਸ਼ੂਗਰ ਕੇਨ ਐਕਟ ਹੈਗਾ, ਪ੍ਰਾਈਵੇਟ ਮਿੱਲ ਜੇ ਖਰੀਦੇ ਤਾਂ ਖਰੀਦ ਤੋਂ 15 ਦਿਨ ਦੇ ਵਿੱਚ ਨਾ ਉਹਦੀ ਅਦਾਇਗੀ ਕਰਨੀ ਹੁੰਦੀ ਹੈ, ਤੇ ਜੇ 15 ਦਿਨ ਲੰਘ ਜੇ ਤਾਂ ਉਹ ਕਹਿੰਦੇ 15% ਵਿਆਜ ਦੇਣਾ ਹੈ। ਕਿਸਾਨਾਂ ਦਾ ਕਰੋੜਾਂ ਚ ਉਹਦੇ ਵੱਲ ਬਕਾਇਆ ਖੜਾ, ਸਰਕਾਰ ਉਹ ਨਹੀਂ ਦਵਾ ਸਕਦੀ ਜਿਹੜੀ ਅਸੀਂ ਇਹਦੀ ਪ੍ਰੋਵੀਜ਼ਨ ਦੀ ਗੱਲ ਕਰਦੇ ਹਾਂ। ਲਾ ਇੰਪਲੀਮੈਂਟੇਸ਼ਨ ਦੀ ਜਿਹੜੀ ਹਾਲਤ ਹੈ ਹਿੰਦੁਸਤਾਨ ਦੇ ਵਿੱਚ ਉਹ ਇਸ ਤਰ੍ਹਾਂ ਦੀ ਹੈ ਕਿ ਹੁਣ ਤਾਂ ਐਕਟ ਹੈਗਾ, ਉਹ ਇਨਐਕਟਿਵ ਬਣਿਆ ਵਾ ਸ਼ੂਗਰ ਕੇਨ ਐਕਟ ਦੇ ਵਿੱਚ, ਉਹਦੇ ਚ ਪ੍ਰੋਵੀਜ਼ਨ ਹੈਗੀ ਹੈ। ਤੇ ਜਿਹੜੀ ਚਲੋ ਮਿਲ ਵੀ ਜਾਵੇ, ਹੁਣ ਵੀ ਇਹੀ ਹੈਗਾ ਕਿ ਜਦੋਂ ਫਸਲ ਖਰੀਦੀ ਗਈ ਵਿਦਿਨ 48 ਆਵਰਸ 48 ਘੰਟੇ ਦੇ ਵਿੱਚ ਤੁਸੀਂ ਉਹਦੀ ਅਦਾਇਗੀ ਕਰਨੀ ਹੈ, ਚਾਹੇ ਜੀਰੀ ਖਰੀਦੋ, ਕਣਕ ਖਰੀਦੋ, ਉਹ ਨਹੀਂ ਹੁੰਦੀ। ਇੰਨੇ ਸਾਲ ਕਿੰਨੇ ਰੁਕਦੇ ਰਹਿੰਦੇ ਆ। ਦੂਜਾ ਹੈ ਕਿ ਸਾਡੇ ਕੋਲ 35% 5 ਏਕੜ ਤੋਂ ਥੱਲੇ ਦੇ ਕਿਸਾਨ ਹੈ, 85% ਹੈ ਹਿੰਦੁਸਤਾਨ ਦੇ ਵਿੱਚ 5 ਏਕੜ ਤੋਂ ਥੱਲੇ। ਤੇ 5 ਏਕੜ ਤੋਂ ਥੱਲੇ ਕਿਸੇ ਵੀ ਐਗਰੀਮੈਂਟ ਦੇ ਵਿੱਚ ਜਦੋਂ ਤੁਸੀਂ ਕਰਦੇ ਹੋ ਪਾਰਟੀ ਦਾ ਇਕੁਅਲ ਪਲੇਇੰਗ ਲੈਵਲ ਫੀਲਡ ਜਿਹੜਾ ਹੁੰਦਾ ਕਿ ਬਰਾਬਰ ਦੇ ਹੋਣ, ਉਹ ਹੋ ਸਕਦਾ। ਇਹਦੇ ਚ ਤਾਂ ਇਹ ਵੀ ਹੋ ਗਿਆ ਕਿ ਜਿਹੜੀ ਤੁਹਾਡੀ ਜੇ ਕੋਈ ਝਗੜਾ ਹੋ ਜੇ, ਝਗੜੇ ਦੇ ਵਿੱਚ ਕੀ ਹੈ ਜੀ, ਜਾਂ ਤਾਂ ਉਹ ਆਪਣੇ ਚ ਨਜਿੱਠ ਲੈਣ, ਨਹੀਂ ਫਿਰ ਉਹ SDM ਕੋਲ ਚਲੇ ਜਾਣ, SDM ਤੋਂ ਉੱਤੇ 1 ਮਹੀਨੇ ਦੇ ਵਿੱਚ ਹੋਵੇ ਤੇ ਉਹ ਤੋਂ ਬਾਅਦ ਫਿਰ ਉਹ DC ਕੋਲ ਚਲੇ ਜਾਣ। ਜੇ ਉਹਦੇ ਫਿਰ ਉਹ ਕੋਰਟ ਚ ਨਹੀਂ ਜਾ ਸਕਦੇ, ਕੋਰਟ ਚ ਜਾਣ ਦਾ ਇਹਦੇ ਚ ਪ੍ਰੋਵੀਜ਼ਨ ਹੀ ਕੋਈ ਨਹੀਂ। ਤੇ DC ਤੇ SDM ਇੱਥੇ ਆ ਕੇ ਮੈਨੂੰ ਇਹ ਦੱਸੋ ਜਿਹਦੇ ਕੋਲ 25-50 ਏਕੜ ਵੀ ਜ਼ਮੀਨ ਆ, ਅੱਜ DC ਮਿਲਦਾ ਨਹੀਂ ਉਹਨੂੰ। DC ਕਿਹਨੂੰ ਮਿਲਦਾ? ਚਾਹੇ ਪ੍ਰਾਈਮ ਮਿਨਿਸਟਰ ਨੂੰ, ਜਿਹੜੀ ਕੰਪਨੀ ਦਾ ਮਾਲਕ ਆ CEO, ਉਹ ਮਿਲ ਜਾਂਦਾ। ਅੱਜ ਤੱਕ CM ਨਾਲ ਬਾਹਰ ਕਿਤੇ ਇਹ ਸਾਰਾ ਕੁਝ WTO ਦੇ ਅੰਡਰ ਹੋ ਰਿਹਾ, ਅੱਜ ਤੱਕ ਕੋਈ ਡੈਲੀਗੇਸ਼ਨ ਦੇ ਵਿੱਚ ਕਿਸਾਨ PM ਨਾਲ ਗਿਆ? ਕੀ ਕੋਈ ਵਰਕਰ ਗਿਆ? ਕੀ ਕਿਸਾਨਾਂ ਨੂੰ ਪੁੱਛਿਆ ਗਿਆ? ਇਹਦੇ ਵਿੱਚ ਜਿੰਨੇ ਆਰਟੀਕਲ ਤੁਸੀਂ ਪੜ੍ਹ ਲਿਓ ਅਖਬਾਰਾਂ ਦੇ ਵਿੱਚ, ਉਹ ਪ੍ਰੋ ਕਾਰਪੋਰੇਟ ਬੁੱਧੀਜੀਵੀਆਂ ਦੇ ਲਿਖਿਆ, ਉਹ ਪਾਲਿਸੀ ਘਾੜਿਆਂ ਦੇ ਲਿਖੇ ਹੋਏ ਆ। ਇਸ ਲਈ ਮੈਂ ਵੀ ਕਿਹਾ ਸੀਗਾ ਵੀ ਠੀਕ ਹੈ ਜੀ। ਠੀਕ ਹੈ ਡਾਕਟਰ ਸਾਹਿਬ, ਆਪਾਂ ਕੁਇਕਲੀ ਥੋੜ੍ਹੀਆਂ ਕਾਲਸ ਹੋਰ ਲੈ ਲਈਏ ਇਸ ਸਮੇਂ, ਚਾਹੇ ਪੰਜਾਬ ਦੀਆਂ ਖਬਰਾਂ ਨੂੰ ਅੱਜ ਮੈਂ ਰਹਿਣ ਦਿੰਦਾ ਹੈ, ਔਰ ਜਿਹੜੀਆਂ ਕਾਲਰਸ ਨੇ ਕੁਛ ਹੋਰ ਲੈ ਲਈਏ। ਬਲਰਾਜ ਜੀ, ਆਈ ਥਿੰਕ ਤੁਸੀਂ ਇਸ ਸਮੇਂ, ਧੰਨਵਾਦ ਤੁਹਾਡਾ ਪਾਰਟੀਸਪੇਟ ਕਰਨ ਦੇ ਲਈ, ਤੇ ਕੁਛ ਆਪਾਂ ਹੋਰ ਕਾਲਸ ਇਸ ਸਮੇਂ ਲੈ ਲਈਏ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਕਹਿੰਦਾ ਵੀ ਬਹੁਤ ਹੈਲਦੀ ਡਿਸਕਸ਼ਨ ਚੱਲ ਰਹੀ ਹੈ, ਪਰ ਗੱਲ ਇਹ ਆ ਕਿ ਸਾਰੀ ਪੰਜਾਬ ਦੀ ਜਿਹੜੀ ਯੰਗ ਜਨਰੇਸ਼ਨ ਆ ਉਹ ਤਾਂ ਇੱਧਰ ਆਈ ਹੋਈ ਹੈ, ਰਾਈਟ। ਔਰ 5 ਜਾਂ 10% ਜਿਹੜੇ ਹੈਗੇ ਆ, ਜਾਂ 25-30% ਤੁਸੀਂ ਲਾ ਲਓ, ਉਹ ਸਾਰੇ ਹੁਣ ਬਜ਼ੁਰਗ ਹੈਗੇ ਆਪਣੇ ਕਿਸਾਨ, ਠੀਕ ਹੈ, 50 ਤੋਂ ਉੱਪਰ ਹੈਗੇ ਆ, ਠੀਕ ਹੈ। ਤਾਂ ਉਹਨਾਂ ਦੀ ਇੰਨੀ ਕੰਡੀਸ਼ਨ ਹੈ ਨਹੀਂ ਕਿ ਉਹ ਐਡੀ ਵੱਡੀ ਕੰਪਨੀ ਨਾਲ ਆਪਣਾ ਕਰ ਸਕਣ, ਮੋਲ ਭਾਵ ਕਰ ਸਕਣ। ਤਾਂ ਇਹ ਜਿਹੜੀਆਂ ਗੱਲਾਂ ਤੁਸੀਂ ਕਾਨੂੰਨ ਦੀਆਂ ਕਰਦੇ ਪਏ ਹੋ, ਅੱਜ ਦੀ ਤਰੀਕ 'ਚ ਕਾਨੂੰਨ ਦੇ ਬਾਰੇ ਹੈਗਾ, ਪਰ ਜਦੋਂ ਇੱਕ ਫਰੈਂਚਾਈਜ਼ ਦਾ ਬਿਜ਼ਨਸ ਜਦੋਂ ਸਟਾਰਟ ਹੋਣਾ ਕਾਰਪੋਰੇਟ ਦਾ, ਉਹਦੇ ਵਕੀਲਾਂ ਨੇ ਜੋ ਲਿਖਣਾ, ਕੰਟਰੈਕਟ ਲਿਖਣਾ, ਉਹ ਹੋਊਗਾ, ਠੀਕ ਹੈ। ਉਹ ਏਦਾਂ ਕਿੱਦਾਂ ਹੋ ਸਕਦਾ ਕਿ ਏਡੀ ਵੱਡੀ ਕਾਰਪੋਰੇਟ ਕੰਪਨੀਆਂ ਕਰੋੜਾਂ ਰੁਪਇਆ ਲਾ ਕੇ ਗਦਾਉਣ ਬਣਾਉਣ, ਔਰ 20 ਸਾਲ ਬਾਅਦ ਜਾਂ 15 ਸਾਲ ਬਾਅਦ ਛੱਡ ਕੇ ਚਲੇ ਜਾਣ ਕਿਸਾਨਾਂ ਕੋਲ ਫਰੀ? ਏਦਾਂ ਤਾਂ ਪੋਸੀਬਲ ਹੀ ਹੈ ਨਹੀਂ। ਸੋ ਤੁਸੀਂ ਸਹਿਮਤ ਨਹੀਂ ਗੇ? ਤੁਹਾਨੂੰ ਲੱਗਦਾ ਹੈ ਕਿ ਜਿਹੜੇ ਐਗਰੀਮੈਂਟ ਨੇ ਘਾਤਕ ਹੈ? ਘਾਤਕ ਹੈ, ਬਿਲਕੁਲ ਘਾਤਕ ਹੈ ਸਰ ਜੀ। ਜਦੋਂ ਹੁਣ ਗੱਲ ਸਾਹਮਣੇ ਆ ਹੀ ਗਈ ਆ ਕਿ ਉਹਨਾਂ ਨੇ ਆਪਣੇ ਗਡਾਊਨ ਬਣਾਉਣੇ ਆ, ਤੇ ਇਹਦਾ ਮਤਲਬ ਸਿੱਧਾ ਜਾ ਉਹਨਾਂ ਨੇ ਵੱਡਾ ਗਰੁੱਪ ਪੂਰਾ ਕਿਸਾਨਾਂ ਨੂੰ ਨੋਚ ਲੈਣਾ। ਡਾਕਟਰ ਸਾਹਿਬ ਹੋਲਡ ਰੱਖਿਓ, ਥੈਂਕ ਯੂ ਕਾਲਰਸ। ਔਰ ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ। 416 620 1778 ਸਟੂਡੀਓ ਨੰਬਰ ਹੈ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੁਸੀਂ ਔਨ 에ਅਰ ਹੋ ਜੀ ਕਾਲਰ? ਹਾਂਜੀ ਹੈਲੋ। ਹਾਂਜੀ ਭਾਜੀ, ਇਹ ਤਾਂ ਜਿਹੜਾ ਨਾ ਬਿੱਲ ਆ, ਇਹ ਤਾਂ ਐਕਚੁਅਲੀ ਸੁਸਾਈਡ ਦੇ ਬਰੋਬਰ ਹੀ ਆ, ਕਿਉਂਕਿ ਤੁਹਾਨੂੰ ਪਤਾ ਆ ਕਿ ਕਿੰਨੇ ਕੁ % ਤੇ ਜ਼ਿਮੀਦਾਰ ਆ ਜਿਹੜੇ ਅਮੀਰ ਆ, ਹਨਾ। ਉੱਥੇ ਤਾਂ ਬੰਦਾ ਵਿਚਾਰਾ ਆਮ ਬੰਦੇ ਦਾ, ਜ਼ਿਮੀਦਾਰ ਦਾ ਤਾਂ ਕੋਈ ਉੱਥੇ ਹੋਮਗਾਰਡ ਆ, ਜਾਂ ਜਿਹੜਾ ਸੰਤਰੀ ਖੜਾ ਹੁੰਦਾ ਆ ਗੇਟ ਤੇ ਠੰਡ ਦੇ, ਉਹ ਨਹੀਂ ਉਹਨੂੰ ਵੜਨ ਦਿੰਦਾ, ਤੇ ਉਹ ਵਿਚਾਰਾ ਐਡੀਆਂ ਫਾਰਮਾਂ ਦੇ ਨਾਲ ਵਕੀਲਾਂ ਦੇ ਥਰੂ ਕਿੱਦਾਂ ਪੰਗਾ ਲੈ ਲਊਗਾ? ਇਹ ਮੇਰੇ ਹਿਸਾਬ ਨਾਲ ਤਾਂ ਇਹ ਬਿਲਕੁਲ ਜਿਹੜਾ ਆ
ਜਿਹੜਾ ਬਿੱਲ ਹੈ ਕਿਸਾਨਾਂ ਨੂੰ ਮਾਰਨ ਵਾਸਤੇ ਹੀ ਹੈ ਬਸ। ਆਲਰਾਈਟ, ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ। 4166201778 ਸਟੂਡੀਓ ਨੰਬਰ ਹੈ। 416-620-1778 ਸਟੂਡੀਓ ਨੰਬਰ ਹੈ। ਅਸੀਂ ਲਗਭਗ ਅੱਧਾ ਪੌਣਾ ਘੰਟਾ ਇਸ ਵਿਸ਼ੇ ਦੇ ਉੱਤੇ ਡਿਬੇਟ ਕੀਤੀ ਹੈ ਔਰ ਬਲਰਾਜ ਦਿਓਲ ਜੀ ਨੇ ਕੱਲੀ ਮਦਦ ਦੇ ਉੱਤੇ ਜਾ ਕੇ ਗੱਲ ਕੀਤੀ ਹੈ ਕਿ ਇੱਥੇ ਕਿਸ ਤਰ੍ਹਾਂ ਕਿਸਾਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਹੈ। ਪਰ ਦੂਸਰੇ ਪਾਸੇ ਜਿਹੜੇ ਕਿਸਾਨ ਨੇ ਜਾਂ ਫਿਰ ਹੋਰ ਪੰਜਾਬ ਦੇ ਬੁੱਧੀਜੀਵੀ ਨੇ ਉਹ ਕਹਿ ਰਹੇ ਨੇ ਕਿ ਇਹ ਘਾਤਕ ਹੈ ਲੋਕਾਂ ਦੇ ਲਈ। ਸੋ ਉਹਦੇ ਲਈ ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਾਂਜੀ ਗਰਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗਰਲ ਸਾਹਿਬ ਮੈਂ ਸੁਣ ਰਿਹਾ ਸੀ ਸਾਡੀ ਗੱਲਬਾਤ ਤੇ ਆਪਣੇ ਦਿਓਲ ਸਾਹਿਬ ਲਈ ਮਤਲਬ ਮੇਰਾ ਕੋਈ ਕੁਐਸਚਨ ਦਿਮਾਗ 'ਚ ਆ ਰਿਹਾ ਸੀਗਾ ਕਿ ਉਹ ਕਹਿੰਦੇ ਸੀਗੇ ਬਈ ਜਿਹੜਾ ਕਿਸਾਨ ਦੀ ਜ਼ਮੀਨ ਜਿਹੜੀ ਉਹ ਕਾਰਪੋਰੇਟ ਵੱਲੋਂ ਖਰੀਦੀ ਨਹੀਂ ਜਾ ਸਕਦੀ। ਜੀ ਜੀ। ਪਰ ਜੇ ਉਹ ਕਿਸਾਨ ਇਹਨਾਂ ਮਜਬੂਰ ਹੋ ਗਿਆ ਤੇ ਕਿਸਾਨ ਆਪ ਵੇਚਣੀ ਚਾਹੁੰਦਾ ਆ ਤੇ ਫਿਰ ਕਾਰਪੋਰੇਟ ਨਹੀਂ ਖਰੀਦੂਗਾ। ਉਹ ਤਾਂ ਮਤਲਬ ਕਾਰਪੋਰੇਟ ਉਹਨੂੰ ਫੋਰਸ ਨਹੀਂ ਕਰ ਸਕਦਾ। ਇਹ ਗੱਲ ਜਿਹੜੀ ਕਾਨੂੰਨ ਕਹਿੰਦਾ ਉਹ ਗੱਲ ਮੰਨ ਲਈ ਜੀ ਜੀ। ਪਰ ਹੁਣ ਤੁਸੀਂ ਕਿਸਾਨ ਦੇ ਸਿਰ ਤੇ ਕਰਜ਼ਾ ਚਾੜ ਦਿਓ 5, 10, 20 ਲੱਖ ਦੀ ਤੇ ਉਹ ਕਿਸਾਨ ਕਹੂਗਾ ਵੀ ਮੈਂ ਜ਼ਮੀਨ ਵੇਚਣੀ ਹੈ, ਮੈਂ ਆਈ ਵਾਂਟ ਟੂ ਗੈਟ ਆਊਟ ਆਫ ਦਿਸ ਕੰਟਰੈਕਟ ਜੀ। ਫਿਰ ਉਹਦਾ ਕੀ ਇਲਾਜ ਹੈਗਾ? ਉਹਦੇ 'ਚ ਉਹਨਾਂ ਨੇ ਵੱਖ-ਵੱਖ ਮੱਦਾਂ ਦੱਸੀਆਂ ਕਿ ਉਹ ਪ੍ਰੋਟੈਕਟਡ ਹੈ ਕੰਪਲੀਟਲੀ। ਵੱਖ-ਵੱਖ ਮੱਦਾਂ ਦੇ ਉੱਤੇ ਜਾ ਕੇ ਪ੍ਰੋਟੈਕਟਡ ਹੈ ਕਿ ਉਹ ਜ਼ਮੀਨ ਦੇ ਮਗਰ ਨਹੀਂ ਜਾ ਸਕਦੀ ਕਾਰਪੋਰੇਸ਼ਨ ਔਰ ਉਹ ਜ਼ਮੀਨ ਦੇ ਉੱਤੇ ਕਿਸੇ ਤਰ੍ਹਾਂ ਨਾਲ ਲੀਨ ਪਾ ਸਕਦੀ ਹੈ ਨਾ ਕੁਝ ਹੋਰ ਪਾ ਸਕਦੇ। ਹਾਂਜੀ, ਇਹਦੇ 'ਚ ਮੈਂ ਇੰਨਾ ਕੀ ਐਡ ਕਰਨਾ ਚਾਹੂੰਗਾ, ਕੰਪਨੀ ਲਈ ਬੈਨ ਹੈ, ਜ਼ਮੀਨ ਦੀ ਖਰੀਦ ਵੇਚ ਬੈਨ ਨਹੀਂ ਹੈ। ਤੇ ਕੰਪਨੀਆਂ ਕੋਲ ਇੰਨੇ ਰਸਤੇ ਹੁੰਦੇ ਆ ਕਿ ਤੁਸੀਂ ਬੰਦਾ ਖੜਾ ਕਰ ਦੋ, ਦੂਜਾ ਕਿਸਾਨ ਖੜਾ ਕਰ ਦੋ, ਉਹਦੀ ਜ਼ਮੀਨ ਲੈ ਲਿਓ, ਉਹਦੇ ਨਾਲ ਐਗਰੀਮੈਂਟ ਕਰ ਲਓ। ਉਹ ਕਿੱਥੇ ਬੰਦ ਕੀਤਾ ਜੀ 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 ਹੈ ਨਾ ਜੀ। ਹਾਂਜੀ ਹਾਂਜੀ। ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕੁਐਸਚਨ ਕਰਨਾ ਚਾਹੁੰਦਾ। ਮੈਂ ਇੱਕ ਗਰੀਬ ਕਿਸਾਨ ਹਾਂ। ਮੈਂ ਕੱਲ ਨੂੰ ਮੇਰਾ ਕੋਈ ਕੰਪਨੀ ਨਾਲ ਗੜਬੜ ਹੋ ਗਈ, ਮੇਰੇ ਕੋਲ ਇੱਕ ਸਿਰਫ ਵਕੀਲ ਆ, ਉਹ 5000 ਫੀਸ ਲੈ ਕੇ ਕਰ ਸਕਦਾ ਕੇਸ, ਔਰ ਮੇਰਾ ਵਕੀਲ 5 ਲੱਖ ਦੇ 5 ਕਰੋੜ ਦੇ ਵਕੀਲ ਨਾਲ ਫਾਈਟਿੰਗ ਕਰ ਸਕਦਾ? मेरा एक क्वेश्चन है जी, पूछो तेन जी। बलराज जी इसमें नहीं है और डॉक्टर साहब एक हादसा लोगों का आम है कि कंपनियां दे कारपोरेशनां दे बड़े वकीलां दे नाल असीं नहीं लड़ सकांगे। देखो किसान ਜਿਹੜੇ ਮੰਗ ਕਰਦੇ ਆ ਹੁਣ ਵੀ ਪਹਿਲੀ ਤਾਂ ਉਹ ਲੜ ਨਹੀਂ ਸਕਦਾ ਕਿਉਂਕਿ ਕਾਰਪੋਰੇਟ ਜਿਹੜੇ ਆ ਉਹਨਾਂ ਕੋਲ ਵਕੀਲ ਜਿਹੜੇ ਆ ਉਹਨਾਂ ਦੀ ਪੂਰੀ ਸੰਸਥਾ ਹੁੰਦੀ ਹੈ ਤੇ ਉਹ ਇਹ ਵੀ ਜਾਣਦੇ ਆ ਇੱਕ ਸਿਸਟਮ ਦੇ ਵਿੱਚ ਲੂਪ ਹੋਲ ਕਿਹੜੇ ਆ ਤੇ ਕਿਵੇਂ ਯੂਜ਼ ਕਰਨਾ ਜੀ। ਤੇ ਸਰਕਾਰ ਜਿਹਨੂੰ ਉਹ ਫੰਡ ਦਿੰਦੇ ਆ ਨਾ ਉਹ ਵੀ ਉਹਨਾਂ ਦੇ ਪਿੱਛੇ ਬੈਕ ਤੇ ਖੜਦੀ ਹੈ। ਤੁਸੀਂ ਜਿਹੜੇ ਰੀਅਲ ਅਸਟੇਟ ਦੇ ਵਿੱਚ ਜਿਹੜੇ ਇੱਥੇ ਬੜੇ 45 ਹਜ਼ਾਰ ਕਰੋੜ ਦਾ ਘਪਲਾ ਕਰਕੇ ਜੇਲ੍ਹ 'ਚ ਬੈਠਿਆ, ਉਹ ਵੀ ਬੈਠਿਆ, ਉਹਨਾਂ ਨੇ ਕਰਾਇਆ। ਤੇ ਇਸ ਲਈ ਫਰੈਂਚਾਈਜ਼ ਜਿਹੜੇ ਵਿਚੋਲੇ ਆ, ਕੰਪਨੀ ਸਿੱਧੀ ਥੋੜ੍ਹਾ ਆਊਗੀ ਇੱਥੇ। ਤੁਸੀਂ ਉਹਨੂੰ ਉਹਦੇ ਵਿੱਚ ਇੰਨੀ ਫਰੈਂਚਾਈਜ਼ ਹੁੰਦੀ ਆ, ਤੁਸੀਂ ਕਿਸੇ ਵੀ ਬੰਦੇ ਨੂੰ ਕਹਿ ਦਿਓ ਐਗਰੀਮੈਂਟ ਕਰ ਲਾ, ਕੰਪਨੀ ਉਹਨੂੰ ਬੈਕ ਕਰੂਗੀ। ਕੰਪਨੀ ਇਹ ਥੋੜਾ ਕਿ ਅਬਾਨੀ ਜਾਂ ਅਦਾਨੀ ਜਾਂ ਮੌਨਸੈਂਟੋ ਪਿੰਡ 'ਚ ਜਾਊਗੀ, ਪਿੰਡ 'ਚ ਤਾਂ ਉਹਨੇ ਜਾਣਾ ਨੀਗਾ। ਉਹਨੇ ਤਾਂ ਆਪਣਾ ਬੰਦੇ ਛੱਡਣੇ ਜਾਂ ਕਿਸੇ ਨਾਲ ਅੱਗੇ ਕੰਟਰੈਕਟ ਕਰਨਾ। ਜਿਹੜੀ ਫਾਰਵਰਡ ਟ੍ਰੇਡਿੰਗ ਆ ਉਹਦੇ 'ਚ ਵੀ ਇਸ ਤਰ੍ਹਾਂ ਹੀ ਹੁੰਦਾ। ਤੇ ਉਹ ਇੱਕ ਗਰੀਬ ਜਿਹੜਾ ਕਿਸਾਨ ਕੀ ਹੈ ਉਹਨਾਂ ਨਾਲ 25-30 ਏਕੜ ਵਾਲਾ ਵੀ ਨਹੀਂ ਲੜ ਸਕਦਾ ਜਿਹੜਾ ਕੁਛ ਹੈ ਉਹਨਾਂ ਕੋਲ। ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਕਨਵਰਸੇਸ਼ਨ ਸੁਣ ਰਿਹਾ ਸੀ, ਵਿੱਚ ਕਾਲ ਲਾਈ, ਮੈਂ ਛੋਟਾ ਜਿਹਾ ਕੰਮ ਕਰਨਾ ਸੀ, ਇਸ ਲਈ ਮੈਂ ਡਰਾਪ ਕਰਤੀ। ਮੈਂ ਲਾਸਟ 10 ਮਿੰਟ ਸ਼ਾਇਦ ਸੁਣਿਆ ਨਹੀਂ, ਲੇਕਿਨ ਬਰੀਫ 'ਚ ਸਮਝ ਇਹੀ ਲੱਗ ਰਿਹਾ ਸੀ ਦੋਨੋਂ ਕਨਵਰਸੇਸ਼ਨ ਤੋਂ ਕਿ ਇੱਕ ਬੰਦਾ ਸਿਰਫ ਬੁੱਕ ਦੀ ਗੱਲ ਕਰ ਰਿਹਾ, ਇੱਕ ਪ੍ਰੈਕਟੀਕਲ ਗੱਲ ਕਰ ਰਿਹਾ ਹੈ। ਇਹਦੇ 'ਚ ਸਿਰਫ ਮੇਰਾ ਸਵਾਲ ਡਾਕਟਰ ਸਾਹਿਬ ਨੂੰ ਇਹੀ ਹੈ ਕਿ ਇੱਕ ਮੁੱਦਾ ਸੀਗਾ ਜਿਸ 'ਚ ਕਿਸਾਨ ਖੁਦਕੁਸ਼ੀਆਂ ਕਰਦਾ ਸੀ। ਕਿਸਾਨ ਤਾਂ ਆਲਰੇਡੀ ਮਰਿਆ ਹੋਇਆ ਹੈ। ਕੀ ਕਿਸੇ ਤਰ੍ਹਾਂ ਇਹ ਬਿੱਲ ਹੈਲਪ ਕਰ ਸਕਦੇ ਨੇ? ਮਤਲਬ ਕਿ ਮੈਨੂੰ ਪਤਾ ਕਿ ਇਹ ਸਾਰੇ ਅਗੇਂਸਟ ਨੇ, ਲੇਕਿਨ ਕੀ ਕਿਸੇ ਤਰ੍ਹਾਂ ਉਹ ਖੁਦਕੁਸ਼ੀਆਂ ਰੁਕ ਸਕਦੀਆਂ ਨੇ? ਫਾਈਨੈਂਸ਼ੀਅਲ ਜਾਂ ਹੋਰ ਸਟ੍ਰੈਸ ਕੀ ਉਹ ਰੁਕ ਸਕਦੀਆਂ ਨੇ? ਇਹ ਕੁਐਸਚਨ ਜੀ ਡਾਕਟਰ ਸਾਹਿਬ। ਦੇਖੋ ਇਹ ਤਾਂ ਹੋਰ ਉਹਨੂੰ ਬਰਬਾਦ ਕਰਨਗੇ। ਹੋ ਸਕਦਾ ਫੌਰੀ ਤੌਰ ਤੇ 5-4 ਸਾਲ ਲਈ ਉਹਨੂੰ ਬੈਨੀਫਿਟ ਦੇ ਦੇਣ, ਲੇਕਿਨ ਲੌਂਗ ਟਰਮ 'ਚ ਇਹ ਕਾਰਪੋਰੇਟ ਮਾਡਲ ਹੈ ਜਿਹੜਾ ਨੇ ਖੇਤੀ 'ਚੋਂ ਬਾਹਰ ਕਰਨਾ। ਦੂਜੀ ਗੱਲ ਇਹ ਹੈ ਕਿ ਜਿਹੜੇ ਕਿਸਾਨ ਜਿਹੜੇ ਹੈਗੇ ਆ ਉਹਨਾਂ ਦੀ ਖੁਦਕੁਸ਼ੀ ਰੁਕ ਸਕਦੀ ਹੈ। ਇਸ ਵੇਲੇ ਹਿੰਦੁਸਤਾਨ ਦੇ ਵਿੱਚ ਸਰਕਾਰੀ ਇਨਵੈਸਟਮੈਂਟ ਖੇਤੀਬਾੜੀ ਦੇ ਵਿੱਚ 0.4 ਹੈ ਟੋਟਲ ਪੈਦਾਵਾਰ ਦੀ, ਜਿਹੜੀ ਕਿਸੇ ਵੇਲੇ 14% ਹੁੰਦੀ ਸੀਗੀ। 14%। ਤੇ ਉਹ ਜਿਹੜੀ ਘਟੀ, ਹੁਣ ਕਿਸਾਨ ਆਪਣੇ ਪੱਲਿਓਂ ਹੀ ਖਰਚਦਾ ਸਾਰਾ ਕੁਝ। ਪਹਿਲਾਂ ਸਰਕਾਰੀ ਟਿਊਬਵੈਲ ਵੀ ਲੱਗੇ, ਪਹਿਲਾਂ ਖਾਲਾਂ ਵੀ ਬਣੀਆਂ,
ਪਹਿਲਾਂ ਫੜ ਵੀ ਬਣੇ, ਕਈ ਕੁਝ ਬਣਿਆ, ਜਿਹੜਾ ਸਰਕਾਰੀ ਸਬਸਿਡੀ ਵੀ ਜਿਹੜੀ ਹੈ ਉਹ ਦਿੱਤੀ ਜਾਂਦੀ ਰਹੀ। ਲੇਕਿਨ ਇੱਕ ਗੱਲ ਹੋਰ ਹੈ ਕਿ ਜਿਹੜਾ ਚੌਥਾ ਐਕਟ ਮੰਗ ਰਹੇ ਆ, ਜਿਹੜਾ ਅਲਟਰਨੇਟਿਵ, ਮੈਂ ਕਹਿੰਦਾ ਵੀ ਠੀਕ ਹੈ ਅਸੀਂ ਤਿੰਨ ਹੀ ਐਕਟ ਮੰਨ ਲਏ ਕਿਸਾਨਾਂ ਨੇ, ਅਸੀਂ ਇਹਨਾਂ ਨੂੰ ਮੰਨ ਲੈਂਦੇ ਹਾਂ, ਕਿ ਫਿਰ ਚੌਥਾ ਇੱਕ ਅਲਟਰਨੇਟਿਵ ਦਿਓ ਨਾ, ਵੀ ਜਿਹੜਾ ਕਿਸਾਨ ਇਹ ਨਹੀਂ ਕਰਨਾ ਚਾਹੁੰਦਾ, ਫਿਰ ਸਰਕਾਰ MSP ਤੇ ਉਹਨੂੰ ਅਸ਼ੋਰਡ ਖਰੀਦ ਦੀ ਗਰੰਟੀ ਦਿੰਦੀ ਹੈ, ਇੱਕ ਐਕਟ ਹੋਰ ਪਾਸ ਕਰ ਦਿਓ ਜੀ। ਉਹਦੇ ਕੋਲ ਇੱਕ ਅਲਟਰਨੇਟਿਵ ਤਾਂ ਹੈ ਵੀ ਤੂੰ ਇੱਧਰ ਨੂੰ ਨਹੀਂ ਜਾਣਾ, ਇੱਧਰ ਚਲਾ ਜਾ, ਫਿਰ ਉਹ ਪਤਾ ਲੱਗ ਜੂਗਾ ਸਮੇਂ ਦੇ ਨਾਲ ਜਿਹੜਾ ਕਿਸਾਨ ਆ ਉਹ ਕੀ ਚਾਹੁੰਦਾ ਜੀ। ਆਲਰਾਈਟ, ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ। ਸਿਰਫ 4 ਮਿੰਟ ਮੈਂ ਹੋਰ ਕਾਲ ਲਵਾਂਗਾ, ਉਸ ਤੋਂ ਬਾਅਦ ਬਿਲਕੁਲ ਹੋਰ ਮੇਰੇ ਕੋਲ ਸਮਾਂ ਨਹੀਂ ਹੋਵੇਗਾ। ਕਾਫੀ 1 ਘੰਟੇ ਦਾ ਸਾਡਾ ਸਮਾਂ ਹੋ ਗਿਆ ਜੀ ਇਸ ਟੌਪਿਕ ਦੇ ਉੱਤੇ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਏਅਰ ਤੇ ਹੈਗਾ? ਹਾਂਜੀ, ਤੁਸੀਂ ਆਨ ਏਅਰ ਹੋ। ਓਕੇ, ਮੈਂ ਇਹੀ ਜਿਹੜਾ ਲਾਸਟ ਪੁਆਇੰਟ ਇਹਨਾਂ ਨੇ ਭਾਈ ਸਾਹਿਬ ਨੇ ਚੱਕਿਆ ਹੈਗਾ MSP ਦੇ ਰਿਗਾਰਡਿੰਗ, ਕਿ ਕਿਸਾਨ, ਬੜਾ ਬੇਸਿਕ ਕੁਐਸਚਨ ਹੈ ਜੀ, ਥੋੜਾ ਆਈ ਜਸਟ ਨੀਡ ਲਾਈਕ 10-15 ਸੈਕਿੰਡਸ ਐਕਸਟਰਾ। ਜਿਹੜਾ ਕਿਸਾਨ ਆਪਣਾ ਮੰਡੀ ਦੇ ਵਿੱਚ ਫਸਲ ਵੇਚਣ ਜਾਂਦਾ ਹੈਗਾ, ਕੀ ਕੋਈ ਆਰਡੀਨੈਂਸ, ਸਪੋਰਟਿੰਗ ਆਰਡੀਨੈਂਸ ਇਹਨਾਂ ਆਰਡੀਨੈਂਸਿਸ ਦੇ ਨਾਲ ਸਰਕਾਰ ਲੈ ਕੇ ਆਊਗੀ ਵੀ ਜੇ ਕਿਸਾਨ ਨੂੰ ਕੋਈ ਵੀ ਬੰਦਾ MSP ਤੋਂ ਬਿਲੋ ਪ੍ਰਾਈਸ ਆਫਰ ਕਰਦਾ ਹੈਗਾ ਆ ਤਾਂ ਉਹਦੇ ਖਿਲਾਫ ਕੋਈ ਕਾਰਵਾਈ ਹੋਏਗੀ? ਜਿਹੜਾ ਕਿ ਇੱਕ ਮੇਨ ਮੁੱਦਾ ਹੈਗਾ ਆ ਜਿਹਦੇ ਕਰਕੇ ਕਿਸਾਨ ਤੱਕ ਕਿਸਾਨੀ ਦੀ ਪ੍ਰੋਗਰੈਸ ਰੁਕੀ ਹੋਈ ਹੈ, ਕਿਉਂਕਿ ਕਿਸਾਨ ਆਪਣੀ ਉਪਜ ਲੈ ਕੇ ਮੰਡੀ ਦੇ ਵਿੱਚ ਪਹੁੰਚ ਜਾਂਦਾ ਆ, ਉਹਦੇ ਕੋਲੇ ਸਾਰਾ ਸਟੋਰ ਕਰਨ ਦਾ ਜਿਹੜਾ ਹੈਗਾ ਜ਼ਰੀਆ ਨਹੀਂ ਹੁੰਦਾ, ਉੱਥੇ ਜਾ ਕੇ ਉਹ ਐਕਸਪਲੋਇਟ ਹੁੰਦਾ ਹੈਗਾ ਜੀ। ਆਲਰਾਈਟ, ਥੈਂਕ ਯੂ ਜੀ। ਡਾਕਟਰ ਸਾਹਿਬ, ਜਿਹੜੀ ਤੁਸੀਂ ਗੱਲ ਕਰਦੇ ਹੋ ਚੌਥੇ ਆਲਟਰਨੇਟਿਵ ਆਰਡੀਨੈਂਸ, ਮੈਂ ਇਹਦੇ ਚ ਇੰਨਾ ਕੀ ਐਡ ਕਰਦਾ ਕਿ ਦੇਖੋ, ਬਿਹਾਰ ਦੇ ਵਿੱਚ 2006 ਤੋਂ ਬਾਅਦ ਰੈਗੂਲੇਟਡ ਐਗਰੀਕਲਚਰ ਮਾਰਕੀਟ ਨਹੀਂ ਹੈ ਜੀ, ਲੇਕਿਨ ਬਿਹਾਰ ਦੇ ਕਿਸਾਨ ਦੀ ਸਭ ਤੋਂ ਥੱਲੇ ਇਨਕਮ ਹੈ 5000 ਰੁਪਏ ਪ੍ਰਤੀ ਫੈਮਿਲੀ ਪਰ ਮੰਥ। 5000 ਸਭ ਤੋਂ ਥੱਲੇ, ਖੁੱਲੀ ਮੰਡੀ ਹੈ ਉੱਥੇ। ਤੇ ਹਰਿਆਣੇ ਦੇ ਵਿੱਚ ਰੈਗੂਲੇਟਡ ਮਾਰਕੀਟ ਹੈ, ਪੰਜਾਬ 'ਚ ਹੈ। ਹਰਿਆਣੇ ਦੇ ਕਿਸਾਨ ਦੀ ਸਭ ਤੋਂ ਵੱਧ ਇਨਕਮ ਆ, ਫੇਰ ਵੀ ਉਹ 14,400 ਰੁਪਏ ਹੈ ਪਰ ਮੰਥ ਪਰ ਫੈਮਿਲੀ। ਤੇ ਇਸ ਲਈ ਇੱਕ ਅਸ਼ੋਰਡ ਇਨਕਮ ਦਿੰਦੀ ਹੈਗੀ ਆ, 6% ਕਿਸਾਨਾਂ ਨੂੰ ਹੀ ਮਿਲਦੀ ਹੈ, 23 ਫਸਲਾਂ ਤੇ MSP ਆਉਂਦੀ ਹੈ। ਜੇ ਤੁਸੀਂ ਸਵਾਮੀਨਾਥਨ ਕਮਿਸ਼ਨ ਵਾਲੀ C2 ਦੇ ਉੱਤੇ 50% ਮੁਨਾਫਾ ਦੇ ਦਿਓ ਤੇ ਕਿਸਾਨ ਨੂੰ ਇਹ ਗਰੰਟੀ ਕਰ ਦਿਓ ਕਿ ਅਸੀਂ ਭਾਈ ਤੈਨੂੰ MSP ਦਿਆਂਗੇ ਤੇ ਅਸੀਂ ਅਸ਼ੋਰਡ ਖਰੀਦ ਕਰਾਂਗੇ। ਡਾਈਵਰਸੀਫਿਕੇਸ਼ਨ ਪੰਜਾਬ 'ਚ ਕਿਉਂ ਨਹੀਂ ਹੋ ਰਹੀ? ਕਿਉਂ ਨਹੀਂ ਲੋਕ ਕਣਕ ਤੇ ਝੋਨਾ ਛੱਡ ਰਹੇ? ਉਹ ਇਸ ਕਰਕੇ ਨਹੀਂ ਛੱਡ ਰਹੇ ਕਿਉਂਕਿ ਉਹਨਾਂ ਨੂੰ ਇੱਕੋ ਹੀ ਗਰੰਟੀ ਹੈ ਕਿ ਇਹ ਪੈਦਾ ਕਰ ਲਓ, ਵਿਕ ਜੂਗਾ ਤੇ ਇਹਦੀ ਘੱਟੋ ਘੱਟ ਕੀਮਤ ਮਿਲ ਜੂਗੀ। ਜੇ ਤੁਸੀਂ ਉਹ ਵੀ ਹਟਾ ਦਿਓ ਫਿਰ ਹੋਰ ਹਾਲਾਤ ਬਹੁਤ ਗੰਭੀਰ ਹੋ ਜਾਣਗੇ। ਉਹਦੇ ਨਾਲ ਕੁਝ ਬੱਚਤ ਹੋ ਸਕਦੀ ਹੈ, ਸਾਰੀ ਨਹੀਂ ਹੋਊਗੀ। ਕਿਸਾਨਾਂ ਲਈ ਕੁਝ ਰਾਹਤ ਹੋ ਸਕਦੀ ਹੈ ਜੋ ਐਕਟ ਚੌਥਾ ਵੀ ਪਾਸ ਕਰੋ। ਡਾਕਟਰ ਸਾਹਿਬ, ਲਾਸਟ ਕਾਲ ਲਵਾਂਗਾ ਮੈਂ, ਤੇ ਉਸ ਤੋਂ ਬਾਅਦ ਤੁਹਾਡੇ ਕਲੋਜ਼ਿੰਗ ਰਿਮਾਰਕ ਹੋਣਗੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ, ਹਾਂਜੀ ਸਰ। ਹਾਂਜੀ ਦੀਸ਼ਾ ਜੀ, ਸੌਰੀ ਮੈਂ ਨਾ ਉਹ ਗੱਡੀ ਬੈਨ ਰੋਕ ਕੇ ਤੁਹਾਡੇ ਨਾਲ ਬਹੁਤ ਇੰਪੋਰਟੈਂਟ ਵਿਸ਼ਾ ਜੀ, ਮੈਂ ਨਾ ਗੱਲ 2 ਮਿੰਟ ਮੈਨੂੰ ਦਿਓ ਜੀ। ਮੈਂ ਇਹ ਦੋਨਾਂ ਦੇ ਵਿਚਾਰ ਸੁਣਿਆ ਜੀ, ਡਾਕਟਰ ਸਾਹਿਬ ਦੇ ਵੀ ਤੇ ਆਪਣੇ ਪਵਰਾਜ ਦਿਓਲ ਜੀ ਜੀ। ਅੱਛਾ, ਦੋਨਾਂ ਦਾ ਗੱਲ ਮੈਂ ਬਹੁਤ ਧਿਆਨ ਨਾਲ ਸੁਣੀ ਹੈ। ਜਿਹੜੇ ਡਾਕਟਰ ਸਾਹਿਬ ਗੱਲ ਕਰ ਰਿਹਾ ਇਹ ਜੀ ਪ੍ਰੈਕਟੀਕਲ ਦੱਸ ਰਹੇ ਆਪਾਂ, ਜਿਹੜਾ ਅੱਜ ਉੱਥੇ ਮਾਹੌਲ ਆ ਜਿਹੇ ਜਾ ਹਨਾ। ਹੁਣ ਤੁਸੀਂ ਕਾਨੂੰਨ ਦੀਆਂ ਤਾਂ ਉੱਥੇ ਧੱਜੀਆਂ ਉਡਾ ਦਿੰਦੇ ਆ, ਉੱਥੇ ਕੋਈ ਹੈਗੀ ਪੁੱਛਦਾ ਤੁਸੀਂ ਦੀਸ਼ਾ ਸਾਹਿਬ, ਤੁਸੀਂ ਉੱਥੇ ਇੰਡੀਆ ਜਾਂਦੇ ਹੋ, ਕੋਈ ਆਪਾਂ ਇੱਧਰੋਂ ਜਾਂਦੇ ਆ, ਨਾਲੇ ਆਪਣੇ 4 ਪੈਸੇ ਵੀ ਹੁੰਦੇ ਕੋਲੇ, ਕੋਈ ਪੁੱਛਦਾ ਆਪਾਂ ਨੂੰ ਉੱਥੇ? ਉੱਥੇ ਗਰੀਬ ਕਿਸਾਨ ਦੀ ਕੌਣ ਬਾਂਹ ਫੜ ਲੂ? ਮੈਨੂੰ ਦੱਸੋ। ਬਰਾਜ, ਹਾਂ ਠੀਕ ਆ, ਜਿਹੜੇ ਕਾਨੂੰਨੀ ਧਾਰਾਵਾਂ ਪਾਈਆਂ ਬਰਾਜ ਦਿਓਲ ਦੀ, ਕਈ ਵਾਰੀ ਏਦਾਂ ਵੀ ਕਹਿੰਦੇ ਸੀ ਡਾਕਟਰ ਸਾਹਿਬ ਦੀ ਸੁਣ ਲਾਂਗੇ ਗੱਲ। ਆਏ ਡਾਕਟਰ ਸਾਹਿਬ ਪੜ੍ਹੇ ਲਿਖੇ ਬੰਦੇ ਆ, ਜੇ ਬਰਾਜ ਦਿਓਲ ਵੀ ਮੈਂ ਬਹੁਤ ਸੂਝਵਾਨ ਬੰਦੇ ਆ, ਉਹ ਕਾਨੂੰਨੀ ਹਿਸਾਬ ਨਾਲ ਬਰਾਜ ਦਿਓਲ ਦੀ ਪੜ੍ਹ ਕੇ ਦੱਸੀ ਜਾਂਦੇ ਸੀ। ਕਾਨੂੰਨ ਦਾ ਤਾਂ ਉੱਥੇ ਧੱਜੀਆਂ ਉਡਾਉਂਦੇ ਆ ਲੋਕ। ਤੁਹਾਡੇ ਕਹਿਣ ਅਨੁਸਾਰ ਜੋ ਐਕਟ ਦੇ ਵਿੱਚ ਲਿਖਿਆ ਉਹ ਪ੍ਰੈਕਟੀਕਲ ਨਹੀਂ ਹੋਵੇਗਾ, ਪ੍ਰੈਕਟੀਕਲ ਕੁਝ ਹੋਰ ਹੋਵੇਗਾ? ਪ੍ਰੈਕਟੀਕਲ ਹੋਊਗੀ 100, 210% ਹੋਰ ਹੋਊਗਾ ਜੀ। ਹਿਸਾਬ ਤੁਸੀਂ ਪ੍ਰੈਕਟੀਕਲ ਕਹਿੰਦੇ ਹੋ, ਜਦੋਂ ਕੋਆਪਰੇਟ ਵੱਡੀਆਂ ਕੰਪਨੀਆਂ ਕੇ ਕਿਸਾਨ ਦੀ ਕੋਈ ਬਾਤ ਪੁੱਛੂ ਜੀ? ਮੈਨੂੰ ਦੱਸੋ ਤੁਸੀਂ, ਕੌਣ ਪੁੱਛੂ ਬਾਤ? ਹੁਣ ਸ਼ੁਕਰ ਜਿਹੜੇ ਡਾਕਟਰ ਸਾਹਿਬ ਨੇ ਦੱਸਿਆ ਵੀ, ਡਾਕਟਰ ਸਾਹਿਬ ਨੇ ਦੱਸਿਆ ਵੀ ਜਿਹੜਾ ਉਹ ਸ਼ੂਗਰ ਕੇਨ ਐਕਟ ਦੇ ਬਾਰੇ ਦੱਸਿਆ ਬਣਾਊਗਾ, ਹੁਣ ਨਹੀਂ ਉਹਨਾਂ ਨੂੰ ਕੋਈ ਪੁੱਛ ਰਿਹਾ ਉਹਨਾਂ ਨੂੰ, ਕਿਸਾਨਾਂ ਨੂੰ। 4 ਸਾਲ 2 ਸਾਲ ਗੰਨੇ ਮਿਲਣਾ ਜਾਂ ਹੋਰ ਕੋਈ ਪੇਮੈਂਟ ਨਹੀਂ ਕਰ ਰਿਹਾ ਜੀ। ਮਜ਼ਦੂਰ ਗਾਂ ਨੂੰ ਮਗਰ ਫਸਲ ਨਹੀਂ ਵੇਚਦੇ, ਲੇਬਰ ਨੂੰ ਪੈਸੇ ਦੇਣੇ ਹੁੰਦੇ, ਬੰਦਾ ਕਿਸਾਨ ਨੂੰ ਕੁਛ ਕੋਈ ਹੈਗੀ ਕੋਈ ਉੱਥੇ ਪੁੱਛਦਾ ਕਿ ਹੈਗੀ ਹੈ?
ਸਭ ਕਾਰਪੋਰੇਟਰ ਵਾਲੇ ਵੱਡੇ ਵਕੀਲ ਆ ਜਿੰਨੇ ਸਾਰੇ ਉਹਨਾਂ ਦੀ ਸਪੋਰਟ ਕਰਨਗੇ ਜੀ। ਗਰੀਬ ਕਿਸਾਨ ਨੇ ਮਾਰਿਆ ਜਾਣਾ। ਜਿਹੜਾ ਬੰਦਾ ਪ੍ਰੈਕਟੀਕਲੀ ਸੋਚਦਾ ਨਾ, ਕਿਉਂਕਿ ਡਾਕਟਰ ਸਾਹਿਬ ਉੱਥੇ ਰਹਿ ਰਹੇ ਆ, ਉੱਥੇ ਪਤਾ ਵੀ ਉਹਨਾਂ ਨੂੰ ਵੀ ਕੀ ਪ੍ਰੋਬਲਮ ਆਉਣੀ ਆ ਗਾਂ ਕਿਸਾਨਾਂ ਨੂੰ। ਉਹ ਕਹਿੰਦੇ ਆ ਨਾ ਖਾਦਸੇ ਜ਼ਾਹਰ ਕਰਦੇ ਆ, ਬਦਲਾਅ ਵੀ ਕਹਿੰਦੇ ਖਾਦਸਾ ਹੈ। ਇਹ ਖਾਦਸੇ ਨੂੰ ਦੱਸੀ ਜਾਂਦੇ, ਖਾਦਸਾ ਹੈਗਾ ਨਹੀਂ ਹੈ। ਇਹ 100% ਪ੍ਰੈਕਟੀਕਲ ਗੱਲ ਆ। ਉੱਥੇ ਖਾਦਸਾ ਤਦ ਹੀ ਹੁੰਦਾ ਨਾ ਜੇ ਕੋਈ ਗੱਲ ਗਾਂ ਕੋਈ ਐਗਜ਼ਾਮਪਲ ਸੈੱਟ ਕੀਤੀ ਹੋਵੇ ਗੌਰਮੈਂਟ ਨੇ ਕਿ ਆਹ ਕਿਸਾਨਾਂ ਦੀ ਮਦਦ ਕੀਤੀ ਆ ਜਾਂ ਹੋਰ, ਫਿਰ ਤਾਂ ਮੰਨ ਵੀ ਲੈਣ ਕਿਸਾਨ। ਇੰਨਾ ਦੁਨੀਆ ਦਾ ਦਿਮਾਗ ਨਹੀਂ ਖਰਾਬ ਦੀਸ਼ਾ ਜੀ। ਉੱਥੇ ਪੜ੍ਹੇ ਲਿਖੇ ਸੂਝਵਾਨ ਉੱਥੇ ਇੰਡੀਆ 'ਚ ਵੀ ਲੋਕ ਹੈਗੇ ਆ। ਪ੍ਰਤਾਪ ਦਿਓਲ ਜੀ ਇੱਥੇ ਰਹਿ ਕੇ ਇੱਥੋਂ ਦੇ ਹਿਸਾਬ ਨਾਲ ਕਾਨੂੰਨ ਦੇ ਹਿਸਾਬ ਨਾਲ ਗੱਲਾਂ, ਇੰਡੀਆ ਤਾਂ ਧੱਜੀਆਂ ਡਾਲਦੇ ਆ ਕਾਨੂੰਨ ਦੀਆਂ ਜੀ। ਆਲਰਾਈਟ, ਥੈਂਕ ਯੂ ਡਾਕਟਰ ਸਾਹਿਬ। ਮੈਨੂੰ ਪਤਾ ਕਿ ਇਸ ਸਮੇਂ ਸਾਡੀਆਂ ਸਾਰੀਆਂ ਲਾਈਨਾਂ ਬਿਜ਼ੀ ਨੇ, ਪਰ ਅਸੀਂ ਹੋਰ ਟਾਈਮ ਇਸ ਟੌਪਿਕ ਦੇ ਉੱਤੇ ਨਹੀਂ ਦੇ ਸਕਾਂਗੇ, ਅਤੇ ਅੰਤ ਦੇ ਵਿੱਚ ਤੁਸੀਂ ਸਿਰਫ 2 ਮਿੰਟ ਦੇ ਵਿੱਚ ਕਲੋਜ਼ਿੰਗ ਰਿਮਾਰਕ ਦੇ ਸਕੋ। ਹਾਂਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਕਾਰਪੋਰੇਟ ਦਾ ਥਰੂ ਆਊਟ ਵਰਲਡ ਹੈ ਜਾਂ ਇੰਡੀਆ ਦੇ ਵਿੱਚ ਵੀ ਇੱਕ ਚਲਨ ਹੈ, ਉਹ ਚਾਹੇ ਸਾਡੇ ਜਿਹੜੇ ਆਪਣੇ ਟਰਾਈਬਲ ਏਰੀਆ ਹੋਵੇ, ਚਾਹੇ ਉਹ ਪੰਜਾਬ ਦਾ ਏਰੀਆ ਹੋਵੇ। ਜਿਵੇਂ ਲੈਂਡ ਐਕੁਜੀਸ਼ਨ ਦੇ ਬਾਰੇ 'ਚ ਬਥੇਰੇ ਝਗੜੇ ਮਾਨਸਾ 'ਚ ਵੀ ਹੋਏ, ਬਾਅਦ 'ਚ ਵੀ ਹੋਏ, ਫਿਰ ਹੋਇਆ ਕੰਸੈਂਟ ਲਵਾਂਗੇ, ਕੰਸੈਂਟ ਬਾਰੇ ਵੀ ਹੋਏ। ਅੱਜ ਵੀ ਜਿਹੜਾ ਕਾਰਪੋਰੇਟ ਹੈ ਉਹਨੂੰ ਜ਼ਮੀਨ ਜੱਟਾਂ ਦੀ, ਕਿਸਾਨਾਂ ਦੀ ਦਿਵਾਉਣ ਲਈ ਪੱਬਾਂ ਭਾਰ ਰਹਿੰਦੀ ਹੈ ਸਰਕਾਰ, ਕੋਈ ਵੀ ਹੋਵੇ। ਤੇ ਦੂਜੀ ਗੱਲ ਹੈਗੀ ਆ ਕਿ ਜੇ 3 ਐਕਟ ਉਹ ਕਹਿੰਦੇ ਆ, ਫਿਰ ਇਹ ਜਵਾਨੀ, ਚਾਹੇ ਉਹ ਪ੍ਰਾਈਮ ਮਿਨਿਸਟਰ ਮੋਦੀ ਕਹੇ ਜਾਂ ਐਗਰੀਕਲਚਰ ਮਿਨਿਸਟਰ ਕਹੇ ਤੋਮਰ, ਕਿ ਬਈ MSP ਰਹੂਗੀ। MSP ਦਾ ਮੈਂ ਵੀ ਕਹਿ ਦਿੰਦਾ 10,000 ਰੁਪਏ ਤੇ ਖਰੀਦਾਂਗੇ, ਪਰ ਖਰੀਦੇ ਕੋਈ ਨਾ। ਇਹ ਫਿਰ ਜੇ ਉਹ ਕਹਿੰਦੇ MSP ਰਹੂਗੀ ਤੇ ਪੱਕੀ ਖਰੀਦ ਰਹੂਗੀ, ਜੇ ਇੰਨਾ ਸ਼ੋਰ ਕਰਦੇ ਆ ਉਹ ਕਿਸਾਨਾਂ ਨੂੰ, ਉਹਨਾਂ ਦੇ ਵਿੱਚ ਇਹ ਸਾਰੀ ਖਦਸ਼ਾ ਹੈ ਕਿ ਕਾਰਪੋਰੇਟ ਨੇ ਕਬਜ਼ਾ ਕਰਨਾ, ਫਿਰ ਚੌਥਾ ਐਕਟ ਲਿਆਉਣ 'ਚ ਪ੍ਰੋਬਲਮ ਕੀ ਹੈ? ਇਹਦਾ ਮਤਲਬ ਹੈ ਕਿ ਜੇ ਤੁਸੀਂ ਨਹੀਂ ਲਿਆਉਂਦਾ ਉਹ ਤਾਂ ਬੇਈਮਾਨੀ ਹੈਗੀ ਹੈ। ਤੁਸੀਂ ਕਾਰਪੋਰੇਟ ਨਾਲ ਰਲ ਕੇ ਅੱਜ ਉਹਨਾਂ ਨੂੰ ਧੋਖਾ ਦੇ ਰਹੇ ਹੋ ਤੇ ਕੱਲ ਨੂੰ ਤੁਸੀਂ ਚਲੇ ਜਾਣਾ। ਤੁਹਾਡੇ ਕਹਿਣ ਦਾ ਕੋਈ ਮੀਨਿੰਗ ਨਹੀਂ ਰਹਿਣਾ, ਕਿਉਂਕਿ ਪਹਿਲਾਂ ਵੀ ਬਹੁਤ ਕੁਝ ਕਿਹਾ ਗਿਆ ਤੇ ਕਹਿਣ ਨਾਲ ਕੁਝ ਨਹੀਂ ਹੋਣਾ। ਫਿਰ ਤੁਸੀਂ ਕਾਨੂੰਨ ਬਣਾਓ। ਤੇ ਇਸੇ ਕਰਕੇ ਅਕਾਲੀ ਦਲ ਨੂੰ ਵੀ ਬਾਹਰ ਆਉਣਾ ਪਿਆ। ਚਿੱਠੀ ਨਾਲ ਨਹੀਂ ਸਰਿਆ, ਉਹ ਕਾਨੂੰਨ ਨਹੀਂ ਹੁੰਦੀ ਚਿੱਠੀ, ਚਾਹੇ ਪ੍ਰਾਈਮ ਮਿਨਿਸਟਰ ਵੀ ਚਿੱਠੀ ਲਿਖੇ, ਉਹ ਕਾਨੂੰਨ ਨਹੀਂ ਹੁੰਦੀ। ਫਿਰ ਚੌਥਾ ਆਰਡੀਨੈਂਸ ਲਿਆਓ ਜਾਂ ਇਹਨਾਂ ਦੇ ਵਿੱਚ ਪ੍ਰੋਵੀਜ਼ਨ ਕਰ ਦਿਓ, ਤਾਂ ਕਿ ਕਿਸਾਨ ਤਾਂ ਇੰਨੀ ਮੰਗ ਕਰ ਰਿਹਾ ਵੀ ਤੁਸੀਂ ਪ੍ਰੋਵੀਜ਼ਨ ਕਰ ਦਿਓ ਵੀ MSP ਰਹੂਗੀ ਤੇ ਪੱਕੀ ਖਰੀਦ ਰਹੂਗੀ। ਕਿਉਂਕਿ ਅੱਜ ਵੀ ਜੇ 6% ਨਹੀਂ ਮਿਲ ਰਹੀ ਹੈ ਤਾਂ ਅੱਗੇ ਕਿਵੇਂ ਯਕੀਨ ਕਰਨ ਉਹ? ਸੋ ਇਸ ਲਈ ਇਹ ਐਂਟੀ ਫਾਰਮਰ ਹੈ। ਐਂਟੀ ਫਾਰਮਰ ਇਹ ਨਹੀਂ, ਐਂਟੀ ਰੂਰਲ ਇਕੋਨਮੀ ਹੈ। ਇਹਦੇ 'ਚ ਵੱਡੇ ਪੱਧਰ ਤੇ ਪੱਲੇਦਾਰ ਵੀ ਵਿਹਲੇ ਹੋਣੇ ਆ, ਇਹਦੇ 'ਚ ਟਰੱਕ ਵਾਲੇ ਵੀ ਵਿਹਲੇ ਹੋਣੇ ਆ, ਇਹਦੇ 'ਚ ਵੱਡੇ ਪੱਧਰ ਤੇ ਬੇਰੁਜ਼ਗਾਰੀ ਹੋਣੀ ਹੈ। ਇਹ 15 ਸਾਲ ਦਾ ਸਿਸਟਮ ਹੈ, 10-15 ਸਾਲ ਤੱਕ ਪਤਾ ਲੱਗੂਗਾ। ਹੌਲੀ ਹੌਲੀ ਜਿਹੜਾ ਨਾ ਇਹ ਚੱਲੂਗੀ। ਇਸ ਕਰਕੇ ਅਡਾਨੀ ਦੀ ਤਾਂ ਹੁਣ ਪ੍ਰਾਈਵੇਟ ਟ੍ਰੇਨ ਚੱਲਦੀ ਹੈ। ਗਿੱਦੜਬਾਹੇ ਦੇ ਕੋਲ 500 ਏਕੜ ਉਹਨਾਂ ਨੇ ਗਦਾਨ ਲਈ ਖਰੀਦਿਆ ਕਿ ਉੱਥੋਂ ਲੱਦਿਆ ਜਾਊਗਾ। ਤੇ ਕੋਈ ਵੀ ਕਾਰਪੋਰੇਟ ਮੁਨਾਫੇ ਪਿੱਛੇ ਭੱਜਦੀ ਹੈ, ਲੋਕ ਭਲਾਈ ਪਿੱਛੇ ਨਹੀਂ ਭੱਜਦੀ। ਤੇ ਸਰਕਾਰ ਨੂੰ ਤੁਸੀਂ ਦਬਾਅ ਪਾ ਕੇ ਲੋਕ ਭਲਾਈ ਦਾ ਕੰਮ ਕਰਾ ਸਕਦੇ ਹੋ, ਕਾਰਪੋਰੇਟ ਤੋਂ ਨਹੀਂ ਕਰਾ ਸਕਦੇ। ਉਹਨੇ ਮੁਨਾਫੇ ਤੋਂ ਬਿਨਾਂ ਕੁਝ ਨਹੀਂ ਕਰਨਾ। ਜੀ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਧੰਨਵਾਦ। ਡਾਕਟਰ ਬਲਵਿੰਦਰ ਸਿੰਘ ਟਿਵਾਣਾ ਰਿਟਾਇਰਡ ਪ੍ਰੋਫੈਸਰ ਨੇ ਪੰਜਾਬੀ ਯੂਨੀਵਰਸਿਟੀ ਤੋਂ, ਔਰ ਧੰਨਵਾਦ ਕਰਦੇ ਹਾਂ ਇਹਨਾਂ ਦਾ ਕਿ ਇਹਨਾਂ ਨੇ 1 ਘੰਟਾ ਸਮਾਂ ਕੱਢਿਆ ਅਤੇ ਇਸ ਦੇ ਉੱਤੇ ਆਪਣੇ ਐਕਸਪਰਟ ਵਿਊ ਦਿੱਤੇ। ਅਤੇ ਨਾਲ ਦੀ ਨਾਲ ਬਲਰਾਜ ਦਿਓਲ ਜੀ, ਜਿਨ੍ਹਾਂ ਨੇ ਇਹ ਮੱਦ ਪੜ੍ਹੀ ਔਰ ਕਾਨੂੰਨੀ ਪੱਖ ਇਹ ਸਾਰੇ ਬਿੱਲ ਦਾ ਸਾਡੇ ਨਾਲ ਸਾਂਝਾ